मेरा मुर्शद प्यारा आया। एक एक पल एक एक घड़ी साडी इदां दी गुजरे कि एक एक पल एक एक घड़ी साडी सफल हो जावे। तां ही तां सुल्तान वाहू दी एक गल दसी दी असीं कि सुल्तान वाहू ना एक थैली ले लैंदे सी छोटी ਜਿਹੀ, ਉਹ ਚ ਤੂੜੀ ਦੀ ਕੱਖ ਪਾ ਲੈਂਦੇ ਸੀ, ਤੂੜੀ ਦੇ ਕੱਖ, ਔਰ ਤੂੜੀ ਦੇ ਕੱਖ ਪਾ ਕੇ ਇੱਕ ਨਹਿਰ ਵਗਦੀ ਹੁੰਦੀ ਸੀ, ਨਹਿਰ ਦੇ ਕੋਲ ਬਹਿ ਜਾਣਾ ਉਹਨਾਂ ਨੇ, ਔਰ ਇੱਕ ਕੱਖ ਆਪਣੀ ਝੋਲੀ ਚੋਂ ਕੱਢਣਾ ਥੈਲੀ ਚੋਂ, ਔਰ ਉਹਨੂੰ ਜੇ ਸੁੱਟਣਾ। ਜਦੋਂ ਵਗ ਜਾਂਦਾ ਸੀ ਤਾਂ ਫਿਰ ਕੀ ਬੋਲਦੇ ਸੀ, ਇਹਨੇ ਮੁੜ ਕੇ ਨਹੀਂ ਆਣਾ। ਫਿਰ ਉਹਨਾਂ ਦੂਜਾ ਕੱਖ ਕੱਢਣਾ ਸੁੱਟਣਾ, ਜਦੋਂ ਉਹ ਅੱਗੇ ਜਾਣਾ ਫਿਰ ਉਹਨਾਂ ਨੇ ਬੋਲਣਾ, ਇਹਨਾਂ ਮੁੜ ਕੇ। ਇਦਾਂ ਹੀ ਉਹਨਾਂ ਨੇ ਕਰਨਾ। ਤੇ ਇੱਕ ਦਿਨ ਉਹਨਾਂ ਦੇ ਸੇਵਕ ਨੇ ਪੁੱਛਿਆ, ਮਹਾਰਾਜ ਤੁਸੀਂ ਜਦੋਂ ਵੀ ਤੁਹਾਨੂੰ ਟਾਈਮ ਮਿਲਦਾ ਹੈ, ਵਕਤ ਮਿਲਦਾ ਹੈ, ਤੁਸੀਂ ਆ ਕੇ ਨਹਿਰ ਦੇ ਕੋਲ ਬਹਿ ਜਾਂਦੇ ਹੋ, ਔਰ ਤੂੜੀ ਦਾ ਕੱਖ ਕੱਢ ਕੇ, ਤੂੜੀ ਤੁਸੀਂ ਸਮਝਦੇ ਹੋ ਨਾ, ਤੂੜੀ ਦੇ ਕੁੱਪ ਹੁੰਦੇ ਆ, ਪਸ਼ੂਆਂ ਨੂੰ ਪਾਈ ਜਾਂਦੀ ਹੈ, ਉਹ ਨਿੱਕੇ ਨਿੱਕੇ ਤੀਲੇ ਹੁੰਦੇ ਉਹਦੇ 'ਚ, ਉਹ ਕਹਿੰਦੇ ਤੁਸੀਂ ਇੱਕ ਇੱਕ ਤੀਲਾ ਕੱਢ ਕੇ ਨਹਿਰ 'ਚ ਸੁੱਟਦੇ ਹੋ, ਨਾਲੇ ਕਹਿੰਦੇ ਹੋ ਨਾ ਮੁੜ ਕੇ ਨਹੀਂ ਆਣਾ। ਇਹ ਤੁਸੀਂ ਕਹਿੰਦੇ ਕੀ ਹੋ, ਇਹਦੇ ਪਿੱਛੇ ਰਾਜ ਕੀ ਹੈ? ਤਾਂ ਸੁਲਤਾਨ ਵਾਹੂ ਕਹਿੰਦੇ ਇਹਦੇ ਪਿੱਛੇ ਰਾਜ ਹੈ, ਮੈਂ ਆਪਣੇ ਆਪ ਨੂੰ ਇਹ ਦੱਸਦਾ ਆ ਕਿ ਜਿੱਦਾਂ ਇਹ ਤੂੜੀ ਦਾ ਕੱਖ ਯਾਨੀ ਇਹ ਤੂੜੀ ਦਾ ਤੀਲਾ ਜੋ ਪਾਣੀ 'ਚ ਚਲਾ ਗਿਆ, ਵਗ ਗਿਆ, ਇਹਨਾਂ ਮੁੜ ਕੇ ਨਹੀਂ ਆਣਾ। ਇਸੇ ਤਰ੍ਹਾਂ ਜਿਹੜੇ ਤੇਰੇ ਪਲ, ਤੇਰਾ ਸਮਾਂ ਇੱਕ ਵਾਰ ਚਲਾ ਗਿਆ ਨਾ, ਮੁੜ ਕੇ ਨਹੀਂ ਆਣਾ। ਇਸ ਲਈ ਐ ਬਾਹੂ ਇੱਕ ਵੀ ਦਮ, ਇੱਕ ਵੀ ਸਾਹ ਤੇਰਾ ਆਪਣੇ ਰੱਬ ਦੀ ਯਾਦ ਤੋਂ ਬਿਨਾ ਨਾ ਜਾਵੇ। ਇਸ ਲਈ ਉਹਨਾਂ ਨੇ ਕੀ ਕਿਹਾ, ਜੋ ਦਮ ਗਾਫਿਲ ਸੋ ਦਮ ਕਾਫਿਰ। ਸਾਨੂੰ ਮੁਰਸ਼ਦ ਇਹ ਸਮਝਾਇਆ ਹੋ ਕਿ ਮੁਰਸ਼ਦ ਨੇ ਇੱਕੋ ਹੀ ਗੱਲ ਸਮਝਾਈ ਹੈ ਕਿ ਜਿਹੜਾ ਸਾਹ ਤੇਰਾ ਆਪਣੇ ਰੱਬ ਦੀ ਯਾਦ ਤੋਂ ਬਿਨਾ ਗੁਜ਼ਰ ਗਿਆ, ਆਪਣੇ ਪਿਆਰੇ ਨੂੰ ਯਾਦ ਕੀਤੇ ਬਿਨਾ ਗੁਜ਼ਰ ਗਿਆ, ਉਹ ਸਾਹ ਤੇਰਾ ਵਿਅਰਥ ਚਲਾ ਜਾਂਦਾ ਹੈ। ਔਰ ਜਿਹੜਾ ਸਾਹ ਇੱਕ ਵਾਰ ਚਲਾ ਗਿਆ, ਉਹਨਾਂ ਮੁੜ ਕੇ ਨਹੀਂ ਆਣਾ। ਹੁਣ ਤੁਸੀਂ ਆਪ ਦੇਖ ਲਓ, ਆ ਟਾਈਮ ਜਾ ਰਿਹਾ, ਮੁੜ ਕੇ ਆ ਜਾਣਾ ਹੈ। ਦਿਨ ਤਾਂ ਹੋਰ ਵੀ ਆਣਗੇ, ਮਹੀਨੇ ਹੋਰ ਵੀ ਆਣਗੇ, ਸਾਲ ਹੋਰ ਵੀ ਆਣਗੇ, ਪਰ ਇਹ ਜਿਹੜੇ ਦਿਨ ਪਲ ਘੜੀਆਂ ਚਲੇ ਗਏ, ਇਹ ਦੁਬਾਰਾ ਨਹੀਂ ਆਣੇ, ਚਾਹੇ ਜਿੰਨਾ ਮਰਜ਼ੀ ਪੈਸਾ ਖਰਚ ਲਓ। ਬੰਦਾ ਕਵੇ ਨਾ ਕਿਸੇ ਨੇ ਜਾ ਕੇ, ਕਿਸੇ ਸਾਇੰਟਿਸਟ ਨੂੰ ਕਿ ਲੈ ਭਾਈ ਮੈਂ ਤੈਨੂੰ 100 ਕਰੋੜ ਦਿੰਦਾ ਆ, ਮੇਰਾ ਬਚਪਨ ਦੁਬਾਰਾ ਲਿਆ ਦੇ, ਤਾਂ ਲਿਆ ਦੇਗਾ ਉਹ, ਕਿਉਂਕਿ ਪਤਾ ਹੈ ਕਿ ਇਹੀ ਚੀਜ਼ ਐਸੀ ਹੈ ਜਿਹੜੀ ਕਰੋੜਾਂ ਖਰਚ ਕੇ ਵੀ ਵਾਪਸ ਨਹੀਂ ਆਣੀ। ਇਹਦਾ ਮਤਲਬ ਇਹ ਸਮਾਂ ਬੜਾ ਕੀਮਤੀ ਹੈ। ਇਸ ਲਈ ਇਹ ਸਮੇਂ 'ਚ ਉਹ ਗੱਲ ਕਰੀਏ ਕਿ ਗੱਲ ਕਰਨ ਨਾਲ ਹੀ ਸਾਡੀ ਗੱਲ ਬਣ ਜਾਵੇ, ਕਿਉਂਕਿ ਜਿਹੜਾ ਪਲ ਗੁਜ਼ਰ ਗਿਆ ਉਹ ਤਾਂ ਜਿੱਦਾਂ ਸੁਲਤਾਨ ਵਾਹੂ ਕਹਿੰਦੇ ਸੀ, ਇਹਨਾਂ ਮੁੜ ਕੇ, ਇੱਕ ਵਾਰ ਫਿਰ ਕਹਦੇ ਮੁੜ ਕੇ, ਬਸ ਇਹ ਸਮਝ ਲੈ ਬੜੇ ਕੀਮਤੀ ਪਲ ਹੈ। ਇਸ ਲਈ ਮੇਰੀ ਬਾਤ ਬਨ ਗਈ ਹੈ ਤੇਰੀ ਬਾਤ ਕਰਤੇ ਕਰਤੇ, ਕਿ ਮੇਰੀਆਂ ਸਾਰੀਆਂ ਗੱਲਾਂ ਬਣਦੀਆਂ ਚਲੀਆਂ ਗਈਆਂ। ਕਦੋਂ? ਜਦੋਂ ਮੈਂ ਤੇਰੀ ਗੱਲ ਕਰਨੀ ਸ਼ੁਰੂ ਕੀਤੀ। ਜਦ ਤੱਕ ਮੈਂ ਦੁਨੀਆ ਦੀਆਂ ਗੱਲਾਂ ਕਰ ਰਿਹਾ ਸੀ, ਜਦ ਤੱਕ ਮੈਂ ਦੁਨੀਆ ਦੀਆਂ ਬਾਤਾਂ 'ਚ ਪਿਆ ਸੀ, ਮੇਰਾ ਟਾਈਮ ਵਿਅਰਥ ਜਾ ਰਿਹਾ ਸੀ, ਮੇਰਾ ਟਾਈਮ ਬਰਬਾਦ ਹੋ ਰਿਹਾ ਸੀ, ਮੇਰੇ ਪੱਲੇ ਕੁਝ ਨਹੀਂ ਪੈ ਰਿਹਾ ਸੀ। ਪਰ ਐ ਮੇਰੇ ਮਾਲਿਕ, ਜਦੋਂ ਤੋਂ ਇਹ ਦੁਨੀਆ ਦੀ ਗੱਲ ਛੱਡ ਕੇ ਮੈਂ ਤੇਰੀ ਗੱਲ ਕਰਨੀ ਸ਼ੁਰੂ ਕੀਤੀ ਹੈ, ਤੈਨੂੰ ਯਾਦ ਕਰਨਾ ਸ਼ੁਰੂ ਕੀਤਾ ਹੈ, ਤੇਰੇ ਪਿਆਰਿਆਂ ਕੋਲ ਬੈਠਣਾ ਸ਼ੁਰੂ ਕੀਤਾ, ਉਦੋਂ ਤੋਂ ਮੇਰੀ ਗੱਲ ਬਣਨੀ ਵੀ ਸ਼ੁਰੂ ਹੋ ਗਈ। ਉਦੋਂ ਤੋਂ ਗੱਲ ਬਣਨੀ ਸ਼ੁਰੂ ਹੋਈ। ਕਿਉਂਕਿ ਕਰਕੇ ਦੇਖ ਲਿਓ ਕਦੀ ਕਿ ਜਦੋਂ ਜੀਵਨ 'ਚ ਮੁਸ਼ਕਿਲ ਆਵੇ, ਜਿੱਦਾਂ ਅਸੀਂ ਆਪਣੇ ਬਚਪਨ ਦੀ ਗੱਲ ਦੱਸਣ ਲੱਗੇ ਤੁਹਾਨੂੰ, ਨਹੀਂ ਤਾਂ ਆਪਣੇ ਬਚਪਨ ਦੀਆਂ ਗੱਲਾਂ ਬਹੁਤ ਘੱਟ ਦੱਸਦੇ ਹਾਂ ਅਸੀਂ, ਪਰ ਅਸੀਂ ਦੱਸਣ ਲੱਗੇ ਹਾਂ ਤੁਹਾਨੂੰ। ਅਸੀਂ ਛੋਟੇ ਜਿਹੇ ਹੁੰਦੇ ਸੀ, ਬੜੇ ਮਾਲਕਾਂ ਦੇ ਸਮੇਂ ਦੀ ਗੱਲ ਹੈ। ਉਦੋਂ ਤਕਰੀਬਨ ਸਮਝ ਲਓ ਕਿ 88 ਜਾਂ 99 ਦੀ ਗੱਲ ਹੋਣੀ ਹੈ, ਜਾਂ 87 88 ਇਹ ਸੰਨ ਦੀ ਗੱਲ ਹੋਣੀ ਹੈ ਕਿ ਅਸੀਂ ਖੇਡ ਰਹੇ ਸੀ ਬੱਚਿਆਂ ਦੇ ਨਾਲ, ਤਾਂ ਸਾਡਾ ਭਾਣਜਾ ਵੀ ਸੀ ਨਾਲ ਖੇਡ ਰਿਹਾ। ਉਹ ਅਸੀਂ ਕਿਤੇ ਖੇਡਦੇ ਖੇਡਦੇ ਪੱਥਰ ਲਿਆ, ਨੂੰ ਉੱਚਾ ਮਾਰਿਆ। ਜਦੋਂ ਪੱਥਰ ਉੱਚਾ ਮਾਰਿਆ, ਉਹ ਆ ਕੇ ਸਿੱਧਾ ਸਾਡੇ ਭਾਣਜੇ ਦੇ ਸਿਰ 'ਚ ਲੱਗਾ, ਗਲੀ ਹੋ ਗਈ, ਖੂਨ ਨਿਕਲਣ ਲੱਗ ਗਿਆ, ਤਿੱਖਾ ਸੀ, ਅੰਦਰ ਹੀ ਵੜ ਗਿਆ ਉਹ। ਤਾਂ ਜਿਸ ਲਈ ਅਸੀਂ ਦੇਖਿਆ, ਲੈ ਅਸੀਂ ਤਾਂ ਡਰ ਗਏ ਸੀ ਕਿ ਹੁਣ ਬੀਬੀ ਹਜ਼ੂਰ ਨੇ, ਯਾਨੀ ਮੰਮੀ ਜੀ ਨੇ, ਅਸੀਂ ਮੰਮੀ ਜੀ ਕਹਿੰਦੇ ਸੀ ਉਦੋਂ, ਕਿਉਂਕਿ ਇਹਦਾ ਬੱਚਾ ਕਹਿੰਦਾ ਮੇਰੀ ਮੰਮਾ, ਮੇਰੀ ਮੰਮੀ, ਉਹਨਾਂ ਨੂੰ ਹੁਣ ਬੜਾ ਮਾਰਨਾ ਹੈ। ਇਸ ਲਈ ਡਰਦੇ ਅਸੀਂ ਕੀ ਕੀਤਾ, ਡਰਦੇ ਅਸੀਂ ਉੱਥੋਂ ਫੌਰਨ ਏਦਾਂ ਨਿਕਲੇ, ਔਰ ਜਾ ਕੇ ਨਾ ਪਿੰਡ ਵਿੱਚ ਇੱਕ ਸਰਕਾਰੀ ਟਿਊਬਵੈਲ ਦੀ ਖੂਹੀ ਹੁੰਦੀ ਸੀ, ਉਹਦੇ 'ਚ ਚਲੇ ਗਏ। ਸਰਕਾਰੀ ਟਿਊਬਵੈਲ ਹੁੰਦਾ ਸੀ ਪਿੰਡ 'ਚ, ਕਾਂਟੀਆਂ 'ਚ, ਉਹਦੀ ਖੂਹੀ ਵਿੱਚ ਚਲੇ ਗਏ ਅਸੀਂ, ਔਰ ਜਾ ਕੇ ਉੱਥੇ ਬੈਠੇ ਰਹੇ। ਔਰ ਅੱਜ ਵੀ ਉਹ ਭਾਣਜਾ ਸਾਡੇ ਨਾਲ ਹੀ ਹੈ, ਪਰ ਹੁਣ ਉਹ ਸਾਨੂੰ ਆਪਣਾ ਮਾਮਾ ਜੀ ਨਹੀਂ, ਹੁਣ ਮਾਲਿਕ ਮੰਨਦਾ ਹੈ ਕਿ ਮੇਰਾ ਮੁਰਸ਼ਿਦ ਹੈ, ਮੇਰਾ ਸਤਿਗੁਰ, ਰਿਸ਼ਤੇ ਖਤਮ ਹੋ ਗਏ। ਇਹ ਤਾਂ ਬਚਪਨ ਦੀ ਗੱਲ ਦੱਸ ਰਹੇ ਆ। ਹੁਣ ਉਸ ਵੇਲੇ ਅਸੀਂ ਜਾ ਕੇ ਸਰਕਾਰੀ ਟਿਊਬਵੈਲ ਦੀ ਗਹਿਰੀ ਜਿਹੀ ਨਾ ਖੂਹੀ ਹੁੰਦੀ ਸੀ, ਬਰੀਕ ਜਿਹੀ, ਤਿੱਖੀ ਜਿਹੀ, ਉਹਦੇ ਚਲੇ ਗਏ। ਚਲੇ ਤਾਂ ਗਏ ਡਰਦੇ ਕਿਸੇ ਤਰ੍ਹਾਂ।
ਹੁਣ ਜਦੋਂ ਚਲੇ ਗਏ ਤੁਹਾਨੂੰ ਪਤਾ ਪਹਾੜ ਉਤਰਨਾ ਸੌਖਾ ਹੁੰਦਾ, ਵਾਪਸ ਚੜ੍ਹਨਾ ਬੜਾ ਔਖਾ ਹੁੰਦਾ ਹੈ, ਕਿਉਂਕਿ ਉੱਤਰ ਤਾਂ ਬੰਦਾ ਜਾਂਦਾ ਹੈ, ਪਰ ਗੱਲ ਤਾਂ ਉਦੋਂ ਆਉਂਦੀ ਜਦੋਂ ਚੜ੍ਹਨਾ ਪਵੇ। ਹੁਣ ਅਸੀਂ ਚਲੇ ਗਏ, ਸਾਰੇ ਪਿੰਡ 'ਚ ਮਾਲਕਾਂ ਨੇ ਸੇਵਾਦਾਰ ਭੇਜੇ ਕਿ ਜਾਓ ਲੱਭ ਕੇ ਲਿਆਓ ਕਿੱਥੇ ਹੈ, ਬੀਬੀ ਹਜ਼ੂਰ ਨੇ ਭੇਜੇ ਕਿ ਪਤਾ ਨਹੀਂ ਮੇਰਾ ਬੇਟਾ ਕਿੱਥੇ ਚਲਾ ਗਿਆ। ਕਰਦਿਆਂ ਕਰਦਿਆਂ ਸ਼ਾਮ ਹੋ ਗਈ, ਅਸੀਂ ਡਰਦੇ ਨਿਕਲ ਗਏ ਨਾ ਉੱਥੋਂ, ਕਿਉਂਕਿ ਕਿਸੇ ਨੇ ਸੋਚਿਆ ਵੀ ਨਹੀਂ ਖੂਹ ਦੇ ਅੰਦਰ ਜਾ ਸਕਦੇ ਆ। ਇਹ ਸੱਚੀ ਗੱਲ ਦੱਸਣੀ, ਕੋਈ ਕਹਾਣੀ ਨਹੀਂ ਹੈ, ਪਰ ਦੱਸ ਰਹੇ ਉਹਦੀ ਰਹਿਮਤ ਕਿੱਦਾਂ ਕੰਮ ਕਰਦੀ ਹੈ। ਕਿਉਂਕਿ ਬੰਦਾ ਕਹਿੰਦਾ ਕਿੱਥੇ ਆ ਉਹਦੀ ਰਹਿਮਤ, ਅਸੀਂ ਕਹਿੰਦੇ ਜਿਨ੍ਹਾਂ ਦੇਖੀਆਂ ਹੁਣ ਨਾ, ਉਹ ਕਹਿੰਦਾ ਇੱਥੇ ਹੈ ਉਹਦੀ ਰਹਿਮਤ। ਹੁਣ ਅਸੀਂ ਜਦੋਂ ਅੰਦਰ ਚਲੇ ਗਏ ਖੂਹ ਦੇ, ਅਸੀਂ ਸੋਚਿਆ ਜਿੰਨਾ ਥੱਲੇ ਚਲ ਜਾਈਏ ਉਨਾ ਵਧੀਆ, ਕਿਉਂਕਿ ਉੱਪਰੋਂ ਦਿਸੇਗਾ ਨਹੀਂ। ਹੌਲੀ ਹੌਲੀ ਥੱਲੇ ਚਲੇ ਗਏ ਅਸੀਂ। ਅੱਜ ਕੱਲ ਤਾਂ ਖੂਹਾਂ ਵਿੱਚ ਉਹ ਪਾਈਪ ਜੇ ਵੀ ਲਾਏ ਹੁੰਦੇ ਏਦਾਂ ਫੜ ਕੇ ਸਰੀਏ ਜੇ ਚੜਨ ਨੂੰ, ਉੱਥੇ ਤਾਂ ਉਹ ਵੀ ਹੈ ਨਹੀਂ ਸੀ, ਬਸ ਪੌੜੀ ਉੱਪਰ ਉਤਾਰਨੀ ਪੈਂਦੀ ਸੀ ਨਿਕਲਣ ਵਾਸਤੇ ਥੱਲੇ। ਹੁਣ ਸ਼ਾਮ ਹੋ ਗਈ, ਸਾਰੇ ਸਾਨੂੰ ਲੱਭੀ ਜਾਣ। ਹੁਣ ਅਸੀਂ ਜਦੋਂ ਦੇਖਿਆ ਹਨੇਰਾ ਹੋਣ ਲੱਗ ਪਿਆ ਤਾਂ ਅਸੀਂ ਵੀ ਖੂਹ 'ਚ ਬੈਠੇ ਹੁਣ ਹੋਇਆ ਕਿ ਹੁਣ ਨਿਕਲੀਏ ਬਾਹਰ। ਦੁਪਹਿਰ ਦੇ ਹੋ ਗਏ ਇੱਥੇ, ਹੁਣ 3-4 ਘੰਟੇ ਹੋ ਗਏ ਸਾਨੂੰ ਅੰਦਰ ਬੜਿਆਂ ਨੂੰ। ਹੁਣ ਜਦੋਂ ਅਸੀਂ ਬਾਹਰ ਨਿਕਲਣ ਲੱਗੇ ਤਾਂ ਹੱਥ ਫਿਸਲਣ ਸਾਡੇ। ਹੁਣ ਬਾਹਰ ਨਿਕਲਦਾ ਹੋਵੇ ਨਾ ਤਾਂ ਫਿਰ ਬੜੀ ਪਰੇਸ਼ਾਨੀ ਹੋਈ। ਹੁਣ ਬਾਹਰ ਕਿੱਦਾਂ ਨਿਕਲਾਂਗੇ, ਆਵਾਜ਼ਾਂ ਮਾਰੀਆਂ ਕੋਈ ਹੈ, ਕਦੀ ਮੰਮੀ ਜੀ ਬਚਾ ਲਓ। ਦੱਸ ਰਹੇ ਆ ਬਚਪਨ ਦੀ ਗੱਲ, ਕਿਉਂਕਿ ਉਸਲੇ ਸਾਡੀ ਉਮਰ ਲੱਗਦਾ ਕਿ 10-11 ਸਾਲ ਦੀ ਹੋਣੀ ਹੈ, 11 ਜਾਂ 12 ਸਾਲ ਦੀ। ਮੰਮੀ ਜੀ ਕਿੱਥੇ ਆ ਤੁਸੀਂ, ਕਿਉਂਕਿ ਮੰਮੀ ਨੂੰ ਜ਼ਿਆਦਾ ਪਿਆਰ ਕਰਦੇ ਹੁੰਦੇ ਸੀ ਅਸੀਂ, ਆਵਾਜ਼ ਮਾਰ ਰਹੇ ਸੀ ਉਹਨਾਂ ਨੂੰ, ਪਰ ਕੋਈ ਹੈ, ਕੋਈ ਤਾਂ ਬਚਾਓ। ਪਰ ਬਾਹਰ ਹੁਣ ਉਹ ਪਿੰਡ ਦਾ ਸੀਗਾ ਵੀ ਇੱਕ ਪਾਸੇ ਖੂਹ, ਪਿੰਡ ਦੇ ਵਿੱਚ ਵੀ ਹੈ ਨਹੀਂ ਸੀ, ਬਾਹਰ ਜੇ ਸੀਗਾ ਸਰਕਾਰੀ ਟਿਊਬਵੈਲ। ਹੁਣ ਉੱਧਰ ਨੂੰ ਕੋਈ ਆਏ ਤਾਂ ਹੀ ਆਵਾਜ਼ ਸੁਣੇ, ਪਰ ਸ਼ਾਮ ਦਾ ਟਾਈਮ ਕੌਣ ਉੱਧਰ ਨੂੰ ਆਉਂਦਾ ਹੈ? ਇਹ ਟਾਈਮ ਤਾਂ ਲੋਕਾਂ ਦਾ ਘਰ ਬਹਿ ਕੇ ਖਾਣਾ ਖਾਣ ਦਾ ਹੁੰਦਾ ਹੈ। ਹੁਣ ਜਦੋਂ ਅਸੀਂ ਚੰਗਾ ਰੋਲਾ ਪਾਇਆ, ਰੋਣ ਲੱਗ ਗਏ, ਤਾਂ ਫਿਰ ਅਚਾਨਕ ਕੀ ਦੇਖਿਆ, ਇੱਕ ਬਜ਼ੁਰਗ ਆਏ ਜਿਨ੍ਹਾਂ ਨੇ ਪਗੜੀ ਬੰਨੀ ਹੋਈ ਸੀ, ਸਫੇਦ ਦਾੜੀ। ਉਹਨਾਂ ਨੇ ਇੱਕ ਰੱਸਾ ਸੁੱਟਿਆ ਥੱਲੇ, ਰੱਸਾ ਸੁੱਟਿਆ, ਅਸੀਂ ਰੱਸਾ ਪਕੜਿਆ, ਉਹ ਰੱਸਾ ਪਕੜ ਕੇ ਅਸੀਂ ਬਾਹਰ ਆ ਗਏ। ਜਦੋਂ ਬਾਹਰ ਆਏ ਅਸੀਂ ਤਾਂ ਬਜ਼ੁਰਗ ਨੇ ਥਾਪੀ ਦਿੱਤੀ, ਕਹਿੰਦਾ ਚੱਲ ਬੇਟਾ ਅੱਗੇ ਤੋਂ ਨਾ ਏਦਾਂ ਕਰੀ, ਤੈਨੂੰ ਪਤਾ ਜੇ ਮੈਂ ਨਾ ਤੇਰੀ ਆਵਾਜ਼ ਸੁਣਦਾ ਤਾਂ ਤੂੰ ਇੱਥੇ ਰਹਿਣਾ ਸੀ ਸਾਰੀ ਰਾਤ, ਅੱਗੇ ਤੋਂ ਨਹੀਂ ਖੂਹ 'ਚ ਜਾਣਾ। ਇਹ ਕਿਹਾ ਠੀਕ ਹੈ ਬਾਬਾ ਜੀ, ਨਹੀਂ ਜਾਂਦੇ ਕਹਿ ਕੇ ਦੌੜ ਪਏ ਘਰ ਨੂੰ। ਅਸੀਂ ਕੋਲ ਖੜੇ ਵੀ ਨਹੀਂ ਹੋਏ। ਇਹ ਕਿਹਾ ਬਜ਼ੁਰਗ ਦਾ ਕੀ ਪਤਾ ਕਿਤੇ ਗੁੱਸੇ 'ਚ ਮਾਰੀ ਨਾ ਦੇਵੇ ਇੱਕ ਅੱਧੀ ਚਪੇੜ, ਨਿਆਣਿਆਂ ਨੂੰ ਹੁੰਦਾ ਹੀ ਹੈ। ਅਸੀਂ ਦੌੜੇ, ਇੱਧਰ ਦੌੜੇ ਤਾਂ ਸੇਵਾਦਾਰ ਸਾਰੇ ਲੱਭ ਰਹੇ ਹੈ, ਬੜੇ ਮਾਲਕ ਵੀ ਸੇਵਾਦਾਰ ਨੂੰ ਕਹਿੰਦੇ ਦੇਖੋ ਸਾਰੇ ਪਾਸੇ। ਮੰਮੀ ਹੁਣੀ ਪਰੇਸ਼ਾਨ ਹੈ ਕਿ ਦੁਪਹਿਰ ਦਾ ਬੇਟਾ ਗਿਆ, ਸ਼ਾਮ ਹੋ ਗਈ, ਪਤਾ ਨਹੀਂ ਚਲਾ ਕਿੱਥੇ ਗਿਆ ਹੈ, ਕਿਉਂਕਿ ਪੂਰਾ ਪਿੰਡ ਛਾਣ ਮਾਰਿਆ। ਹੁਣ ਉਹਨਾਂ ਨੂੰ ਕੀ ਪਤਾ ਖੂਹ 'ਚ ਬੜੇ ਹੋਏ ਸੀ। ਹੁਣ ਜਦੋਂ ਅਸੀਂ ਗਏ ਤਾਂ ਬੜੇ ਮਾਲਕ ਅੱਗੇ ਖੜੇ ਸੀ, ਤਾਂ ਸਾਨੂੰ ਦੇਖ ਕੇ ਮਾਲਕਾਂ ਨੇ ਕਿਹਾ ਕੁਝ ਨਹੀਂ, ਗੱਲ ਨਾਲ ਲਾ ਲਿਆ। ਔਰ ਫਿਰ ਮਾਲਕਾਂ ਨੇ ਆਪ ਬੈਠ ਕੇ ਕੋਲ ਸਾਨੂੰ ਕੋਲ ਬਿਠਾਇਆ, ਮੰਮੀ ਜੀ ਹੁਣੀ ਵੀ ਕੋਲ ਬੈਠੇ। ਮਾਂ ਪਰੇਸ਼ਾਨ ਸੀ, ਪਿਆਰ ਕੀਤਾ ਸਾਨੂੰ ਕਿ ਬੇਟਾ ਤੂੰ ਕਿਹੜਾ ਜਾਣਬੁੱਝ ਕੇ ਕੀਤਾ ਸੀ, ਗਲਤੀ ਨਾਲ ਲੱਗ ਗਈ, ਕੋਈ ਗੱਲ ਨਹੀਂ, ਸੱਟਾ ਚੋਟਾ ਲੱਗ ਹੀ ਜਾਂਦੀਆਂ ਖੇਲਦੇ ਆ, ਡਰਨ ਦੀ ਲੋੜ ਕੀ ਸੀ। ਪਰ ਇੱਕ ਕਹਾਣੀ ਇਹ ਵੀ ਸੀ ਨਾ, ਹੁੰਦਾ ਸਾਡੇ ਨਾਲ ਪਤਾ ਕੀ ਸੀ, ਅਸੀਂ ਕੋਈ ਵੀ ਚੀਜ਼ ਉੱਪਰ ਨੂੰ ਮਾਰਦੇ ਸੀ, ਲੱਗਦੇ ਉਹਦੀ ਸਿਰ 'ਚ ਹੀ ਹੁੰਦੀ ਸੀ ਹਮੇਸ਼ਾ। ਇੱਕ ਵਾਰ ਗਲੀ ਨਹੀਂ ਹੋਈ ਸੀ, 4-5 ਵਾਰ ਗਲੀ ਹੋਈ ਸੀ। ਹੁਣ ਵੀ ਨਾਲ ਹੀ ਉਹਦਾ ਸਿਰ ਦੇਖੋਗੇ ਤਾਂ 4-5 ਗਲੀਆਂ ਨਜ਼ਰ ਆਉਣਗੀਆਂ ਤੁਹਾਨੂੰ, ਔਰ ਇਹ ਸਾਰੀਆਂ ਸਾਡੀਆਂ ਨਿਸ਼ਾਨੀਆਂ। ਅਸੀਂ ਕਹਿਣਾ ਉਹਦਾ ਨਾਂ ਕਾਲੂ ਸੀ, ਹੁਣ ਸਾਡੀ ਗੱਡੀ ਚਲਾਉਂਦਾ ਹੈ, ਤੁਸੀਂ ਦੇਖੋਗੇ। ਹਾਂ ਡਰਾਈਵਰ ਹੈ ਸਾਡਾ, ਅੱਜ ਵੀ ਡਰਾਈਵਿੰਗ ਕਰਕੇ ਗੱਡੀ ਲਿਆਂਦੀ ਹੈ। ਭਾਈ ਕਹ ਜਦੋਂ ਵੀ ਅਸੀਂ ਕੋਈ ਚੀਜ਼ ਮਾਰਦੇ ਤੂੰ ਵਿੱਚ ਕਾਹਨੂੰ ਆ ਜਾਂਦਾ ਹੈ, ਕਹਿੰਦਾ ਤੁਹਾਡਾ ਨਿਸ਼ਾਨੀ ਪੱਕਾ ਲੱਗਦੀ ਮੇਰੇ ਸੀ। ਸੋ ਹੁਣ ਮਾਲਕਾਂ ਨੇ ਕਿਹਾ, ਮਾਲਕ ਕਹਿੰਦੇ ਬੇਟਾ ਮੈਂ ਤੈਨੂੰ ਇੱਕ ਗੱਲ ਕਹਿਣੀ ਚਾਹੁੰਦਾ ਹਾਂ। ਅਸੀਂ ਉਸਲੇ ਕਹਿੰਦੇ ਸੀ ਪਾਪਾ ਜੀ, ਮਾਲਕ ਤਾਂ ਅਸੀਂ ਹੁਣ ਕਹਿ ਰਹੇ ਹਾਂ। ਇਹ ਕਿ ਹਾਂਜੀ ਪਾਪਾ ਜੀ ਦੱਸੋ ਕੀ ਗੱਲ ਹੈ। ਮਾਲਕ ਕਹਿੰਦੇ ਬੇਟਾ ਜਦੋਂ ਵੀ ਕੋਈ ਮੁਸੀਬਤ ਆਵੇ ਨਾ, ਜਦੋਂ ਵੀ ਕੋਈ ਮੁਸੀਬਤ ਆਵੇ, ਜਦੋਂ ਵੀ ਕੋਈ ਤਕਲੀਫ ਆਵੇ, ਤਾਂ ਕਿਸੇ ਹੋਰ ਨੂੰ ਆਵਾਜ਼ ਨਹੀਂ ਮਾਰਨੀ, ਕਿਸੇ ਹੋਰ ਨੂੰ ਆਵਾਜ਼ ਨਹੀਂ ਮਾਰਨੀ। ਜਦ ਵੀ ਮੁਸੀਬਤ ਆਵੇ ਤਾਂ ਹਜ਼ੂਰ ਗੌਸ ਨੂੰ ਆਵਾਜ਼ ਮਾਰਨੀ, ਉਹੀ ਤੈਨੂੰ ਕੱਢਣ ਆਣਗੇ ਹਰ ਮੁਸੀਬਤ ਚੋਂ, ਕਿਉਂਕਿ ਅੱਜ ਵੀ ਉਹੀ ਆਏ ਸੀ। ਅੱਜ ਵੀ ਜਿਹੜਾ ਬਜ਼ੁਰਗ ਸੀ ਨਾ, ਕੋਈ ਹੋਰ ਨਹੀਂ ਸੀ, ਉਹ ਮੇਰਾ ਮੁਰਸ਼ਿਦ ਆਇਆ ਸੀ ਮੁਸ਼ਕਿਲ ਚੋਂ ਕੱਢਣ ਵਾਸਤੇ। ਜਦ ਕੱਢਣਾ ਹੀ ਹੋਣਾ ਹੈ, ਬਚਾਣਾ ਹੀ ਹੋਣਾ ਹੈ, ਤਾਂ ਫਿਰ ਯਾਦ ਵੀ ਸਿੱਧਾ ਉਹਨੂੰ ਹੀ ਕੀਤਾ ਜਾਵੇ, ਬੁਲਾਇਆ ਵੀ ਉਹ ਨਹੀਂ ਜਾਵੇ। ਜ਼ਰਾ ਸਮਝਣਾ ਸਾਰੇ ਜੀਵਾਂ ਨੇ। ਬਸ ਉਸ ਦਿਨ ਤੋਂ ਗੱਲ ਪੜਨੀ ਪੱਲੇ ਕਿ ਜਿਸਨੇ ਹਰ ਜਗ੍ਹਾ ਹਰ ਮੁਕਾਮ ਤੇ ਹਰ ਮੁਸ਼ਕਿਲ 'ਚ ਸਾਨੂੰ ਬਚਾਣਾ ਹੈ, ਫਿਰ ਸਿੱਧਾ ਹੀ ਉਹਨੂੰ ਪੁਕਾਰ ਲਓ। ਪਹਿਲਾਂ ਦੁਨੀਆ ਨੂੰ ਆਵਾਜ਼ਾਂ ਮਾਰੀ ਜਾਈਏ, ਦੁਨੀਆ ਨੇ ਸੁਣਨੀ ਨਹੀਂ, ਦੁਨੀਆ ਨੇ ਤੇ ਆਣਾ ਨਹੀਂ। ਜਦ ਆਣਾ ਹੀ ਉਸਨੇ ਹੈ ਤਾਂ ਪਹਿਲਾਂ ਹੀ ਤਾਰਾਂ ਉਹਦੇ ਨਾਲ ਜੋੜ ਕੇ ਰੱਖੀਏ। ਸਮਝ ਆ ਗਈ ਕਿ ਨਹੀਂ? ਪਹਿਲੀ ਤਾਰ ਉਹਦੇ ਨਾਲ ਜੋੜ ਕੇ ਰੱਖੀਏ, ਉਹ ਪ੍ਰਮਾਤਮਾ ਨਾਲ, ਉਹ ਪ੍ਰਭੂ ਨਾਲ, ਉਹ ਆਪਣੇ ਮਾਲਿਕ ਨਾਲ, ਉਹ ਸੱਚੇ ਮੁਰਸ਼ਿਦ ਨਾਲ। ਜਦੋਂ ਅਸੀਂ ਤਾਰਾਂ ਜੋੜ ਦਿੰਦੇ ਤਾਂ ਉਹਨਾਂ ਕਿਹੜੇ ਰੂਪ 'ਚ ਆ ਕੇ
ਆਪਣੀ ਰਹਿਮਤ ਦੀ ਰੱਸੀ ਸੁੱਟ ਕੇ ਸਾਨੂੰ ਹਰ ਮੁਸ਼ਕਿਲ ਚੋਂ ਕੱਢ ਲੈਣਾ, ਇਹ ਤਾਂ ਫਿਰ ਉਹੀ ਜਾਣਦੇ, ਬੰਦਾ ਨਹੀਂ ਸਮਝ ਸਕਦਾ ਉਹਦੀਆਂ ਖੇਡਾਂ ਨੂੰ। ਇਸ ਲਈ ਅਸੀਂ ਤੁਹਾਨੂੰ ਇਹ ਜੀਵਨ ਦੀ ਸੱਚੀ ਘਟਨਾ ਦੱਸੀ ਹੈ, ਇਹ ਕੋਈ ਕਹਾਣੀ ਨਹੀਂ ਹੈ ਸੁਣੀ ਸੁਣਾਈ, ਕਿਉਂਕਿ ਜਿਸ ਤਨ ਲਾਗੇ ਸੋ ਤਨ ਜਾਣੇ, ਜਿਹਦੇ ਨਾਲ ਲੱਗੀ ਹੁੰਦੀ ਆਪ ਬੀਤੀ ਹੁੰਦੀ ਨਾ ਉਹਨੂੰ ਪਤਾ ਹੈ ਕਿ ਕਿਸ ਤਰ੍ਹਾਂ, ਕਿਉਂਕਿ ਵਾਕਈ ਉਹ ਬਜ਼ੁਰਗ ਨੂੰ ਕਦੀ ਪਿੰਡ 'ਚ ਦੇਖਿਆ ਵੀ ਨਹੀਂ ਸੀ ਅਸੀਂ, ਉਸਲੇ ਤਾਂ ਸਮਝ ਨਹੀਂ ਆਈ, ਮਾਲਕਾਂ ਨੇ ਫਿਰ ਦੱਸਿਆ, ਕਹਿੰਦੇ ਉਹ ਆਪ ਆਏ ਸੀ ਤੈਨੂੰ ਮੁਸ਼ਕਿਲ ਚੋਂ ਕੱਢਣ ਵਾਸਤੇ। ਇਸ ਲਈ ਜਦ ਵੀ ਮੁਸ਼ਕਿਲ ਆਵੇ ਤਾਂ ਕਿਸੇ ਹੋਰ ਨੂੰ ਆਵਾਜ਼ ਨਹੀਂ ਮਾਰਨੀ, ਨਾ ਮੰਮੀ ਕਹਿਣਾ ਨਾ ਪਾਪਾ ਕਹਿਣਾ, ਜਦ ਵੀ ਕਹਿਣਾ ਤਾਂ ਆਪਣੇ ਮਾਲਿਕ ਨੂੰ ਆਵਾਜ਼ ਮਾਰਨੀ ਹੈ। ਇਸ ਲਈ ਤੁਹਾਨੂੰ ਵੀ ਇਹੀ ਗੱਲ ਕਵਾਂਗੇ, ਇੰਨਾ ਵਿਸ਼ਵਾਸ ਆਪਣੇ ਅੰਦਰ ਰੱਖੋ ਆਪਣੇ ਮਾਲਿਕ ਤੇ, ਇੰਨਾ ਯਕੀਨ ਆਪਣੇ ਅੰਦਰ ਰੱਖੋ ਆਪਣੇ ਪ੍ਰਮਾਤਮਾ ਤੇ, ਆਪਣੇ ਪ੍ਰਭੂ ਤੇ, ਇੰਨਾ ਯਕੀਨ ਇੰਨਾ ਵਿਸ਼ਵਾਸ ਹੋਵੇ ਕਿ ਕਦੇ ਵੀ ਮੁਸ਼ਕਿਲ ਹੋਵੇ ਤਾਂ ਦਿਲੋਂ ਉਹਨੂੰ ਪੁਕਾਰੋ, ਤਾਂ ਯਾਦ ਰੱਖੋ ਤੁਹਾਡੀ ਮਦਦ ਕਰਨ ਵਾਸਤੇ ਆਏਗਾ ਵੀ ਔਰ ਤੁਹਾਨੂੰ ਹਰ ਮੁਸ਼ਕਿਲ ਚੋਂ ਕੱਢੇਗਾ ਵੀ, ਬਚਾਏਗਾ ਵੀ, ਕਿਉਂਕਿ ਉਹ ਕੋਈ ਛੋਟੀ ਤਾਕਤ ਨਹੀਂ ਹੈ। ਜਿਸਨੇ ਤੁਹਾਨੂੰ ਜੀਵਨ ਦਿੱਤਾ ਹੈ, ਜਿਸਨੇ ਤੁਹਾਨੂੰ ਜ਼ਿੰਦਗੀ ਦਿੱਤੀ ਹੈ, ਜਿਸਨੇ ਤੁਹਾਨੂੰ ਤਾਕਤ ਦਿੱਤੀ ਹੈ, ਹੁਣ ਤੁਸੀਂ ਤੁਰ ਫਿਰ ਰਹੇ ਹੋ, ਇਹ ਕਿਹਦੀ ਤਾਕਤ ਹੈ? ਉਹ ਰੱਬ ਦੀ ਤਾਕਤ ਹੈ ਨਾ, ਪ੍ਰਮਾਤਮਾ ਦੀ, ਪ੍ਰਭੂ ਦੀ। ਅਗਰ ਤੁਸੀਂ ਇਹ ਦੁਨੀਆ ਤੇ ਜੀ ਰਹੇ ਹੋ, ਜ਼ਿੰਦਗੀ ਮਿਲੀ ਹੈ ਤਾਂ ਉਹਦੀ ਕਿਰਪਾ ਨਾਲ ਮਿਲੀ ਹੈ, ਉਹਦੀ ਰਹਿਮਤ ਨਾਲ ਮਿਲੀ ਹੈ, ਤਾਂ ਜਿਹੜਾ ਤੁਹਾਨੂੰ ਜ਼ਿੰਦਗੀ ਦੇ ਸਕਦਾ ਹੈ, ਚੱਲਣ ਫਿਰਨ ਦੀ ਤਾਕਤ ਦੇ ਸਕਦਾ ਹੈ, ਇੱਕ ਵਾਰ ਉਹ ਤੇ ਵਿਸ਼ਵਾਸ ਕਰਕੇ ਤਾਂ ਦੇਖੋ, ਉਹਦੇ ਅੰਦਰ ਇੰਨੀ ਤਾਕਤ ਹੈ ਕਿ ਤੁਹਾਨੂੰ ਹਰ ਮੁਸ਼ਕਿਲ ਚੋਂ, ਹਰ ਪਰੇਸ਼ਾਨੀ ਚੋਂ ਕੱਢ ਕੇ ਖੁਸ਼ੀਆਂ ਤੱਕ ਲੈ ਜਾਵੇ। ਪਰ ਗੱਲ ਕੀ ਹੁੰਦੀ ਹੈ? ਗੱਲ ਇਹ ਹੁੰਦੀ ਹੈ ਕਿ ਬੰਦਾ ਆਪਣੇ ਰੱਬ ਤੇ ਵਿਸ਼ਵਾਸ ਨਹੀਂ ਕਰਦਾ, ਬੰਦਾ ਉਲਟੀਆਂ ਸਿੱਧੀਆਂ ਚੀਜ਼ਾਂ ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੰਦਾ ਹੈ। ਉਲਟੀਆਂ ਸਿੱਧੀਆਂ ਚੀਜ਼ਾਂ ਦਾ ਮਤਲਬ, ਕਿਸੇ ਨੇ ਕੁਝ ਕਹਿ ਦਿੱਤਾ ਏਦਾਂ ਕਰ ਲੈ, ਉੱਤੇ ਵਿਸ਼ਵਾਸ ਕਰ ਲਿਆ, ਕਿਸੇ ਨੇ ਕੁਝ ਕਹਿਤਾ ਉਦਾਂ ਕਰ ਲਿਆ, ਉੱਤੇ ਵਿਸ਼ਵਾਸ ਕਰ ਲਿਆ, ਪਰ ਆਪਣੇ ਮਾਲਿਕ ਤੇ, ਆਪਣੇ ਪ੍ਰਮਾਤਮਾ ਤੇ, ਆਪਣੇ ਪ੍ਰਭੂ ਤੇ ਨਹੀਂ ਵਿਸ਼ਵਾਸ ਕਰਦਾ। ਜਦੋਂ ਉੱਤੇ ਪੂਰਾ ਵਿਸ਼ਵਾਸ ਹੋ ਜਾਂਦਾ ਹੈ ਤਾਂ ਫਿਰ ਨਾਮੁਮਕਿਨ ਵੀ ਮੁਮਕਿਨ ਹੋ ਜਾਂਦਾ ਹੈ। ਇਸ ਲਈ ਤੁਸੀਂ ਬਹੁਤ ਗੱਲਾਂ ਕੀਤੀਆਂ ਦੁਨੀਆ ਦੀਆਂ, ਬਹੁਤ ਗੱਲਾਂ ਕੀਤੀਆਂ ਸੰਸਾਰ ਦੀਆਂ, ਪਰ ਗੱਲ ਨਹੀਂ ਬਣੀ। ਆਓ ਹੁਣ ਕੁਝ ਐਸੀ ਗੱਲ ਕਰ ਲਈਏ ਆਪਣੇ ਮਾਲਿਕ ਦੀ, ਆਪਣੇ ਉਹ ਯਾਰ ਦੀ, ਆਪਣੇ ਉਹ ਪ੍ਰਭੂ ਦੀ, ਤਾਂ ਕਿ ਉਹਦੀ ਗੱਲ ਕਰਦਿਆਂ ਕਰਦਿਆਂ ਸਾਡੀ ਗੱਲ ਬਣ ਜਾਵੇ। ਗੱਲ ਬਣਾਣੀ ਚਾਹੁੰਦੇ ਹੋ ਕਿ ਨਹੀਂ? ਤਾਂ ਫਿਰ ਗੱਲ ਕਰਨੀ ਵੀ, ਇਹ ਵੀ ਗੱਲ ਦੱਸ ਦਈਏ ਤੁਹਾਨੂੰ, ਗੱਲ ਕਰਨ ਨਾਲ ਵੀ ਗੱਲ ਬਣਦੀ ਹੈ ਤਾਂ ਗੱਲ ਸੁਣਨ ਨਾਲ ਵੀ ਗੱਲ ਬਣਦੀ ਹੈ, ਸਮਝਦੇ ਹੋ? ਪਰ ਉਹ ਬਣਦੀ ਕਦੋਂ ਹੈ? ਉਹ ਬਣਦੀ ਕਦੋਂ ਹੈ? ਜਦੋਂ ਧਿਆਨ ਪੂਰੀ ਤਰ੍ਹਾਂ ਉਧਰ ਜੁੜ ਜਾਵੇ, ਸਮਝਦੇ ਹੋ ਕਿ ਨਹੀਂ? ਹੁਣ ਤੁਸੀਂ ਕਿਸੇ ਨੂੰ ਫਰਜ਼ ਕਰੋ ਕਿ ਤੁਹਾਡਾ ਰਿਸ਼ਤੇਦਾਰ ਆਇਆ ਹੋਵੇ, ਹੁਣ ਤੁਸੀਂ, ਉਹ ਤੁਹਾਡੇ ਸਾਹਮਣੇ ਬੈਠਾ, ਤੁਸੀਂ ਕਰੀਏ ਹੋਰ ਕੀ ਹਾਲ ਹੈ ਤੇਰਾ, ਠੀਕ ਠਾਕ ਹੈ ਤੂੰ, ਹੋਰ ਬੱਚੇ ਕਿੱਦਾਂ? ਉਹਨਾਂ ਕਹੀ ਗੱਲ ਕਿੰਨਾ ਕਰਦਾ, ਮੈਂ ਸਾਹਮਣੇ ਬੈਠਾ, ਧਿਆਨ ਇੱਧਰ ਉੱਧਰ ਹੈ, ਮੇਰੇ ਨੂੰ ਪੁੱਛਦਾ, ਦੀਵਾਰਾਂ ਨੂੰ ਪੁੱਛ ਰਿਹਾ ਤੂੰ, ਏਦਾਂ ਮਜ਼ਾ ਆਏਗਾ? ਉਹਨਾਂ ਕਹਿਣਾ ਭਾਈ ਉੱਠ ਕੇ ਚਲੋ, ਜਿਹਦੇ ਕੋਲ ਮੇਰੇ ਵੱਲ ਦੇਖਣ ਦਾ ਟਾਈਮ ਹੈ ਨਹੀਂ, ਮੇਰੀ ਗੱਲ ਸੁਣਨ ਦਾ ਟਾਈਮ ਹੈ ਨਹੀਂ, ਉਹਦੇ ਕੋਲ ਕੀ ਬੈਠਣਾ? ਕਿਉਂਕਿ ਜਦੋਂ ਅਸੀਂ ਕਿਸੇ ਨਾਲ ਆਪਣਾ ਕਨੈਕਸ਼ਨ ਜੋੜਨਾ ਹੈ ਨਾ, ਤਾਂ ਉਹਦੇ ਨਾਲ ਧਿਆਨ ਦਾ ਹੋਣਾ, ਨਜ਼ਰਾਂ ਦਾ ਹੋਣਾ, ਕੰਨਾਂ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ। ਜੇ ਹੀ ਬੋਲੀ ਕੁਛ ਜਾਈਏ, ਕੰਨ ਕਿਤੇ ਹੋਰ ਹੋਣ, ਨਜ਼ਰਾਂ ਕਿਤੇ ਹੋਰ ਹੋਣ, ਤਾਂ ਉਹਨਾਂ ਕਨੈਕਸ਼ਨ ਕਦੀ ਜੁੜੇਗਾ ਹੀ ਨਹੀਂ। ਉਹ ਸਾਹਮਣੇ ਬੈਠੇ ਰਿਸ਼ਤੇਦਾਰ ਨਾਲ ਕਨੈਕਸ਼ਨ ਨਹੀਂ ਜੁੜਦਾ, ਉਹ ਨਹੀਂ ਸਾਡਾ ਬਣਦਾ। ਜੇ ਸਾਡਾ ਧਿਆਨ ਕਿਤੇ ਹੋਰ ਹੋਵੇ ਤਾਂ ਮਾਲਿਕ ਕਿੱਦਾਂ ਬਣੇਗਾ, ਜੇ ਅਸੀਂ ਉਹਦੇ ਨਾਲ ਧਿਆਨ ਹੀ ਨਾ ਜੋੜਾਂਗੇ, ਸਮਝਦੇ ਹੋ? ਇਸ ਲਈ ਉਹਦੀਆਂ ਰਹਿਮਤਾਂ, ਉਹਦੀਆਂ ਬਖਸ਼ਿਸ਼ਾਂ, ਉਹਦੀਆਂ ਕਿਰਪਾਵਾਂ ਨੂੰ ਹਾਸਿਲ ਕਰਨਾ ਹੈ ਤਾਂ ਕਮ ਸੇ ਕਮ ਜਦੋਂ ਸਤਸੰਗ ਵਿੱਚ ਆ ਗਏ ਉਦੋਂ ਤੱਕ ਤਾਂ ਆਲੇ ਦੁਆਲੇ ਧਿਆਨ ਹਟਾ ਕੇ ਪੂਰੀ ਤਰ੍ਹਾਂ ਧਿਆਨ ਉੱਧਰ ਜੋੜ ਦਈਏ, ਤਾਂ ਕਿ ਸਾਡੀ ਗੱਲ ਬਣਨੀ ਸ਼ੁਰੂ ਹੋ ਜਾਵੇ। ਕਿਉਂਕਿ ਫਕੀਰਾਂ ਦੇ ਕੋਲ ਬੈਠਿਆਂ ਬੈਠਿਆਂ ਕਦੋਂ ਕਿਹੜੀ ਰਹਿਮਤ ਹੋ ਜਾਣੀ ਹੈ, ਇਹ ਬੰਦੇ ਨੂੰ ਵੀ ਨਹੀਂ ਪਤਾ ਹੁੰਦਾ। ਕਹਿੰਦੇ ਕਿ ਇੱਥੇ ਇੱਕ ਕਹਾਣੀ ਤੁਹਾਨੂੰ ਦੱਸਾਂਗੇ। ਇੱਕ ਹਜਾਮ ਸੀ, ਹਜਾਮ ਜਿਹਨੂੰ ਨਾਈ ਵੀ ਕਹਿ ਦਿੰਦੇ ਆ, ਕਟਿੰਗ ਕਰਨ ਦਾ ਕੰਮ ਸੀ ਉਹਦਾ। ਹੁਣ ਉਹ ਹਜਾਮ, ਉਹ ਨਾਈ ਰੋਜ਼ ਆਪਣੇ ਘਰੋਂ ਜਾਂਦਾ ਹੁੰਦਾ ਸੀ, ਜਿੱਥੇ ਉਹਨੇ ਇੱਕ ਪੇੜ ਥੱਲੇ ਆਪਣਾ ਬਾਲ ਕੱਟਣ ਦਾ ਰੱਖਿਆ ਹੋਇਆ ਸੀ ਅੱਡਾ, ਕਿਉਂਕਿ ਉਸ ਵੇਲੇ ਪੱਕੀਆਂ ਦੁਕਾਨਾਂ ਘੱਟ ਹੀ ਹੁੰਦੀਆਂ ਸੀ। ਤਾਂ ਪੇੜ ਦੇ ਥੱਲੇ ਉਹਨਾਂ ਇਦਾਂ ਦਾ ਇੰਤਜ਼ਾਮ ਕੀਤਾ ਸੀ ਜਿੱਥੇ ਜਿਹਨਾਂ ਵੀ ਆਣਾ ਉਹਨਾਂ ਉੱਥੇ ਹਜ਼ਾਮਤ ਕਰੀ ਜਾਣੀ, ਉਹਦੇ ਬਾਲ ਕੱਟੀ ਜਾਣੇ। ਇਦਾਂ ਹੀ ਇੱਕ ਦਿਨ ਉਹ ਹਜਾਮ ਜਾ ਰਿਹਾ ਸੀ, ਉਹ ਨਾਈ ਆਪਣੀ ਦੁਕਾਨ ਨੂੰ ਜਾ ਰਿਹਾ ਸੀ ਸਵੇਰੇ ਸਵੇਰੇ। ਜਦੋਂ ਜਾ ਰਿਹਾ ਸੀ ਤਾਂ ਜਾਂਦੇ ਜਾਂਦੇ ਨੇ ਕੀ ਦੇਖਿਆ ਕਿ ਰਸਤੇ 'ਚ ਇੱਕ ਸੁਨਸਾਨ ਇਲਾਕਾ ਜਿੱਥੋਂ ਦੀ ਉਹ ਰੋਜ਼ ਗੁਜ਼ਰਦਾ ਸੀ, ਕਿ ਉਹ ਸੁਨਸਾਨ ਇਲਾਕੇ ਵਿੱਚ ਇੱਕ ਫਕੀਰ, ਇੱਕ ਸੰਤ ਹੈ ਜੋ ਪੇੜ ਦੇ ਥੱਲੇ ਅੱਖਾਂ ਬੰਦ ਕਰਕੇ ਬੈਠੇ ਹੈ। ਜਦੋਂ ਇਹਨਾਂ ਦੇਖਿਆ ਕਿ ਕਿਹੜੇ ਫਕੀਰ ਹੈ, ਕਿਹੜੇ ਸੰਤ ਹੈ ਜਿਹੜੇ ਪੇੜ ਥੱਲੇ ਅੱਖਾਂ ਬੰਦ ਕਰਕੇ ਬੈਠੇ ਆ, ਥੋੜੀ ਦੇਰ ਰੋਕ ਕੇ ਦੇਖਿਆ ਤਾਂ ਦੇਖ ਕੇ ਬੜੀ ਮਨ ਨੂੰ ਸ਼ਾਂਤੀ ਮਿਲੀ, ਕਿਉਂਕਿ ਸ਼ਾਂਤੀ ਦੀ ਮੂਰਤ ਨੂੰ ਦੇਖ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ, ਬੜੀ ਸ਼ਾਂਤੀ ਮਿਲੀ। ਪਰ ਹੁਣ ਦੁਕਾਨ ਖੋਲਣ ਦਾ ਸਮਾਂ ਸੀ, ਇਸ ਲਈ ਰੁਕਿਆ ਨਹੀਂ, ਚਲਾ ਗਿਆ। ਜਦੋਂ ਗਿਆ ਆਪਣਾ ਕੰਮ ਕਰਕੇ ਵਾਪਸ ਆਇਆ, ਵਾਪਸ ਆਉਂਦੇ ਨੂੰ ਫਿਰ ਦੇਖਿਆ ਫਕੀਰ ਫਿਰ ਅੱਖਾਂ ਬੰਦ ਕਰਕੇ ਬੈਠੇ ਆ। ਉਹ ਕਹਿੰਦਾ ਕਮਾਲ ਦੀ ਗੱਲ ਆ, ਸਵੇਰ ਦੀਆਂ ਅੱਖਾਂ ਬੰਦ ਕਰਕੇ
ਸ਼ਾਮ ਹੋ ਗਈ, ਹੁਣ ਵੀ ਅੱਖਾਂ ਬੰਦ ਕਰਕੇ ਬੈਠੇ ਆ। ਫਿਰ ਦੇਖਦਾ ਰਿਹਾ ਉਹ ਥੋੜੀ ਦੇਰ ਖੜ ਕੇ, ਪਰ ਹਿੰਮਤ ਨਾ ਹੋਈ ਅੱਗੇ ਜਾਣ ਦੀ, ਬੁਲਾਉਣ ਦੀ, ਕਿਉਂਕਿ ਫਕੀਰ ਸਵੇਰੇ ਵੀ ਅੱਖਾਂ ਬੰਦ ਕਰਕੇ ਬੈਠੇ ਸੀ, ਹੁਣ ਵੀ ਅੱਖਾਂ ਬੰਦ ਕਰਕੇ ਬੈਠੇ ਆ। ਲੱਗਦਾ ਸਮਾਧੀ 'ਚ, ਯਾਨੀ ਇਬਾਦਤ ਕਰ ਰਹੇ ਆ ਰੱਬ ਦੀ, ਉਹਦੀ ਯਾਦ 'ਚ ਬੈਠੇ ਆ। ਹਿੰਮਤ ਨਾ ਪਈ ਬੁਲਾਉਣ ਦੀ, ਪਰ ਉੱਥੋਂ ਚਲਾ ਗਿਆ। ਅਗਲੇ ਦਿਨ ਫਿਰ ਸਵੇਰੇ ਜਦੋਂ ਦੁਕਾਨ ਨੂੰ ਜਾ ਰਿਹਾ, ਘਰੋਂ ਆ ਰਿਹਾ, ਫਿਰ ਦੇਖਿਆ ਉਹ ਫਕੀਰ ਉੱਥੇ ਹੀ ਬੈਠੇ, ਅੱਖਾਂ ਬੰਦ ਕਰਕੇ। ਉਹ ਕਹਿੰਦਾ ਕਮਾਲ ਦੀ ਗੱਲ ਹੈ, ਕੱਲ ਵੀ ਅੱਖਾਂ ਬੰਦ ਕਰਕੇ ਬੈਠੇ ਸੀ, ਅੱਜ ਵੀ। ਫਿਰ ਦੁਕਾਨ ਤੇ ਗਿਆ, ਸ਼ਾਮ ਨੂੰ ਆਇਆ, ਫਿਰ ਦੇਖਿਆ ਤਾਂ ਫਿਰ ਫਕੀਰ ਉੱਦਾਂ ਹੀ ਬੈਠੇ, ਅੱਖਾਂ ਬੰਦ ਕਰਕੇ। ਕਮਾਲ ਹੈ, ਕਹਿੰਦਾ ਇੰਨਾ ਟਾਈਮ ਇਹ ਅੱਖਾਂ ਖੋਲਦੇ ਵੀ ਹੈ, ਤੁਰਦੇ ਫਿਰਦੇ ਵੀ ਹੈ, ਜਾਂ ਬੈਠੇ ਹੀ ਰਹਿੰਦੇ ਆ ਇਹ। ਹੁਣ ਤਾਂ ਮਨ ਨੂੰ ਖਿੱਚ ਜ਼ਿਆਦੇ ਪੈ ਗਈ ਕਿ ਕੋਈ ਸੱਚਾ ਰੱਬ ਦਾ ਫਕੀਰ ਲੱਗਦਾ ਹੈ, ਕੋਈ ਸੱਚਾ ਰੱਬ ਦਾ ਪਿਆਰਾ ਲੱਗਦਾ ਹੈ। ਹੁਣ ਤਾਂ ਸ਼ਾਮ ਨੂੰ ਚਲਾ ਗਿਆ, ਪਰ ਅਗਲੇ ਦਿਨ ਕੀ ਕੀਤਾ? ਕਿਉਂਕਿ ਦੁਕਾਨ ਖੋਲਣ ਦਾ ਇੱਕ ਸਮਾਂ ਹੁੰਦਾ ਸੀ, ਯਾਨੀ ਕੰਮ ਤੇ ਜਾਣ ਦਾ ਇੱਕ ਸਮਾਂ ਹੁੰਦਾ ਸੀ। ਅਗਲੇ ਦਿਨ ਥੋੜਾ ਜਲਦੀ ਘਰੋਂ ਤਿਆਰ ਹੋ ਕੇ ਆ ਗਿਆ ਕਿ 2 ਘੜੀਆਂ ਫਕੀਰ ਦੇ ਕੋਲ ਬੈਠਾਂਗੇ, ਫਿਰ ਅੱਗੇ ਆਪਣੇ ਕੰਮ ਤੇ ਟਾਈਮ ਨਾਲ ਪਹੁੰਚ ਜਾਵਾਂਗੇ, ਸਮੇਂ ਨਾਲ ਪਹੁੰਚ ਜਾਵਾਂਗੇ। ਅਗਲੇ ਦਿਨ ਤੀਜੇ ਦਿਨ ਥੋੜਾ ਜਲਦੀ ਆਇਆ, ਜਦੋਂ ਜਲਦੀ ਆਇਆ ਦੇਖਿਆ ਫਕੀਰ ਫਿਰ ਅੱਖਾਂ ਬੰਦ ਕਰਕੇ ਬੈਠੇ ਹੈ। ਕਹਿੰਦਾ ਬੜੀ ਕਮਾਲ ਦੀ ਗੱਲ ਹੈ, ਸਾਡੇ ਤੋਂ ਤਾਂ 10 ਮਿੰਟ ਬੈਠਣਾ ਔਖਾ ਹੋ ਜਾਂਦਾ ਹੈ, ਇਹ 3 ਦਿਨ ਤੋਂ ਇੱਦਾਂ ਹੀ ਬੈਠੇ। ਹੁਣ ਜਾ ਕੇ ਕੋਲ ਬਹਿ ਗਿਆ ਫਕੀਰਾਂ ਦੇ ਸਾਹਮਣੇ, ਔਰ ਫਕੀਰਾਂ ਵੱਲ ਦੇਖ ਰਿਹਾ ਹੈ। ਹੁਣ ਦੇਖ ਰਿਹਾ ਫਕੀਰਾਂ ਵੱਲ ਤਾਂ ਯਾਦ ਰੱਖੋ, ਫਕੀਰ ਚਾਹੇ ਜਿੰਨੇ ਮਰਜ਼ੀ ਗਹਿਰੇ ਧਿਆਨ 'ਚ ਹੁਣ, ਪਰ ਪਤਾ ਲੱਗ ਜਾਂਦਾ ਕੋਈ ਪਿਆਰਾ ਸਾਡੇ ਕੋਲ ਆਇਆ ਹੈ, ਕਿਉਂਕਿ ਪਿਆਰ ਦੀ ਵੀ ਇੱਕ ਮਹਿਕ ਹੁੰਦੀ ਹੈ। ਤਾਂ ਹੀ ਤਾਂ ਅਸੀਂ ਕਹੀਦਾ ਕਿ महक इश्को इबादत की फूलों से कम नहीं होती, किसी के रोकने से मोहब्बत खत्म नहीं होती, अगर साथ हो आप जैसे मुर्शद का तो जिंदगी जन्नत से कम नहीं होती। एक इबादत यानी परमात्मा दी बंदगी, परमात्मा दी भगती, और दूजा इश्क मुहब्बत, कहते इन्हां दोनों दी भी बहुत महक हुंदी है। हुण जरा गौर करना, ਬੰਦਗੀ ਦੀ, ਪਰਮਾਤਮਾ ਦੇ ਪ੍ਰੇਮ ਦੀ ਮਹਿਕ ਤਾਂ ਇੰਨੀ ਹੁੰਦੀ ਹੈ ਕਿ ਫੁੱਲ ਖਿਲਦਾ ਹੈ ਤਾਂ ਉਹਦੀ ਖੁਸ਼ਬੂ ਤਿਤਲੀਆਂ ਤੱਕ ਜਾਂਦੀ ਹੈ, ਭੰਵਰਿਆਂ ਤੱਕ ਜਾਂਦੀ ਹੈ। ਪਰ ਜਦੋਂ ਇਨਸਾਨ ਦੇ ਅੰਦਰ ਖੁਦਾ ਦੇ, ਪਰਮਾਤਮਾ ਦੇ, ਪ੍ਰਭੂ ਦੇ, ਆਪਣੇ ਸਤਿਗੁਰ ਦੇ ਪ੍ਰੇਮ ਦਾ ਫੁੱਲ ਖਿਲ ਜਾਂਦਾ ਤਾਂ ਉਹਦੀ ਮਹਿਕ ਸਿੱਧੀ ਰੱਬ ਦੇ ਘਰ ਤੱਕ ਜਾਂਦੀ ਹੈ। ਇੰਨੀ ਕਸ਼ਿਸ਼ ਹੈ ਉਹਦੀ ਮਹਿਕ ਅੰਦਰ। ਇਸ ਲਈ ਥੋੜਾ ਜਿਹਾ ਚੈੱਕ ਕਰੋ ਆਪਣੇ ਦਿਲਾਂ ਨੂੰ ਕਿ ਸਾਡੇ ਦਿਲ 'ਚ ਉਹ ਰੱਬ ਦੇ ਪਿਆਰ ਦਾ, ਉਹ ਪ੍ਰਭੂ ਦੇ ਪਿਆਰ ਦਾ ਫੁੱਲ ਖਿਲਿਆ ਜਾਂ ਨਹੀਂ। ਜੇ नहीं खिलिया तो फिर कोशिश करनी है, ऐसा बीज बोना है, अल्फ अल्लाह चंबे दी बूटी मुर्शिद मन विच लाई हूं, ऐसा बीज अपने अंदर लाना है कि साडे अंदर भी वो परमात्मा दे प्रेम दी बूटी पैदा हो जावे, ताकि ऐसी भी कह सकीए कि अंदर बूटी मेरे मुश्क मचाया जा फुल्लण ते आई हूं, कि हुण इन्ना इश्क है कि मेरा रोम रोम ओदी खुशबू ना भर गया। इदां दी बूटी साडे अंदर भी प्रेम दी चाहिदी है, ओदे नाम दी चाहिदी, ओदी मुहब्बत दी चाहिदी है। ਹੁਣ ਗੱਲ ਬੜੀ ਸਮਝਣ ਵਾਲੀ ਹੈ ਕਿ ਉਹਦੇ ਦਿਲ 'ਚ ਫਕੀਰਾਂ ਵਾਸਤੇ ਪ੍ਰੇਮ ਸੀ, ਇਸ ਲਈ ਕੋਲ ਜਾ ਕੇ ਬਹਿ ਗਿਆ, ਬੋਲਿਆ ਕੁਛ ਨਹੀਂ, ਪਰ ਫਕੀਰਾਂ ਤੱਕ ਉਹਦੇ ਪ੍ਰੇਮ ਦੀ ਖੁਸ਼ਬੂ ਪਹੁੰਚ ਗਈ। ਇਸ ਲਈ ਫਕੀਰਾਂ ਨੇ ਆਪਣੀਆਂ ਅੱਖਾਂ ਖੋਲੀਆਂ ਤਾਂ ਅੱਖਾਂ 'ਚ ਬੜੀ ਮਸਤੀ ਸੀ, ਇੱਕ ਨਸ਼ਾ ਸੀ। ਜਦੋਂ ਉਹਨੂੰ ਸਾਹਮਣੇ ਬੈਠਿਆ ਦੇਖਿਆ ਤਾਂ ਫਕੀਰਾਂ ਨੇ ਮੁਸਕਰਾ ਕੇ ਪੁੱਛਿਆ, ਬੇਟਾ ਤੂੰ ਕੌਣ ਹੈ, ਕੀ ਕਰਦਾ ਹੈ? ਤਾਂ ਉਹਨੇ ਅੱਗੇ ਪਤਾ ਕੀ ਕਿਹਾ, ਆਪਣਾ ਨਾਮ ਦੱਸਿਆ ਕਿ ਮਹਾਰਾਜ ਮੇਰਾ ਨਾਮ ਸਲੀਮ ਹੈ और मैं नाई का काम करता है। मेरा नाम सलीम है तो मैं नाई का काम करता, हजाम का काम करता है। तो उसलिए फकीरा ने कहा, अच्छा नाई है, हजाम का काम करता, फिर इदा कर साडी टेंडे ही कर दे, क्योंकि फकीरां दे बाल बहुत लंबे हो चुके सी, मस्ती च रहिंदे सी। कहंदे वे साडे बाल ही साफ कर दे। ਉਹਨੂੰ ਤਾਂ ਚਾਹ ਚੜ ਗਿਆ, ਕਹਿੰਦਾ ਮਾਰੇ ਹੁਣੇ ਹੀ ਕਰ ਦਿੰਦਾ, ਕਿਉਂਕਿ ਸਮਾਨ ਉਹਦੇ ਕੋਲ ਸੀ, ਰੋਜ਼ ਜਾਂਦਾ ਸੀ ਲੈ ਕੇ। ਉਹਨੇ ਫਟਾਫਟ ਆਪਣਾ ਉਸਤਰਾ ਵਗੈਰਾ ਸਮਾਨ ਕੱਢਿਆ ਔਰ ਫਕੀਰਾਂ ਦੇ ਸਿਰ ਨੂੰ ਸਾਫ਼ ਕਰਨ ਲੱਗ ਗਿਆ, ਕਿਉਂਕਿ ਕਾਫੀ ਲੰਬੇ ਬਾਲ ਸੀ। ਫਕੀਰ ਬੈਠੇ ਰਹਿੰਦੇ ਸੀ, ਕਈ ਵਾਰ ਤਾਂ ਮਹੀਨਾ ਬੈਠੇ ਰਹਿੰਦੇ ਸੀ, ਪਤਾ ਹੀ ਨਹੀਂ ਲੱਗਦਾ ਸੀ। ਜਦੋਂ ਉਹਨਾਂ ਬਾਲ ਸਾਫ਼ ਕੀਤੇ, ਕਹਿੰਦਾ ਲਓ ਮਹਾਰਾਜ ਬਾਲ ਸਾਫ਼ ਹੋ ਗਏ। ਫਕੀਰਾਂ ਨੇ ਆਪਣੇ ਸਿਰ ਤੇ ਹੱਥ ਫੇਰਿਆ, ਔਰ ਹੱਥ ਫੇਰ ਕੇ ਪਤਾ ਕੀ ਕਹਿੰਦੇ ਬੇਟਾ ਤੂੰ ਸਾਡਾ ਸਿਰ ਸਾਫ਼ ਕੀਤਾ, ਰੱਬ ਤੇਰਾ ਦਿਲ ਸਾਫ਼ ਕਰ ਦੇਵੇ। ਰੱਬ ਤੇਰਾ ਇਹ ਕਲਬ, ਇਹ ਦਿਲ ਸਾਫ਼ ਕਰ ਦੇਵੇ। ਇੰਨੀ ਗੱਲ ਕਹਿਣ ਦੀ ਢੇਰ ਸੀ ਕਿ ਉਹਦੇ ਦਿਲ ਚੋਂ ਸਾਰੀਆਂ ਬੁਰਾਈਆਂ, ਸਾਰੇ ਨਫ਼ਰਤ, ਸਾਰੀਆਂ ਬੈਰ ਭਾਵਨਾਵਾਂ ਖਤਮ ਹੋ ਗਈਆਂ, ਦਿਲ ਸਾਫ਼ ਹੋ ਗਿਆ ਉਹਦਾ। ਕਰ ਲੈ ਦਿਲ ਦੀ ਸਫਾਈ ਜੇ ਦੀਦਾਰ ਚਾਹੀਦਾ, ਓਏ ਤੂੰ ਜਹਾਨ ਤੋਂ ਕੀ ਲੈਣਾ, ਤੈਨੂੰ ਯਾਰ ਚਾਹੀਦਾ। ਹੁਣ ਤਾਂ ਦਿਲ ਸਾਫ਼ ਹੋ ਗਿਆ,
ਦਿਲ ਸਾਫ਼ ਹੋ ਗਿਆ, ਮਨ 'ਚ ਕੋਈ ਗੱਲ ਨਾ ਰਹਿ ਗਈ, ਹੁਣ ਕੋਈ ਨਫ਼ਰਤ ਨਹੀਂ, ਕੋਈ ਵੈਰ ਵਿਰੋਧਤਾ ਨਹੀਂ, ਜ਼ਿੰਦਗੀ ਬਦਲ ਗਈ। ਜਦੋਂ ਵੀ ਜਾਂਦਾ ਸੀ ਤਾਂ ਹੁਣ ਪ੍ਰੇਮ ਹੀ ਪ੍ਰੇਮ ਹੈ ਉਹਦੇ ਅੰਦਰ, ਪ੍ਰੇਮ ਹੀ ਪ੍ਰੇਮ ਹੈ। ਹੁਣ ਦਿਲ ਤਾਂ ਉਹਦਾ ਸਾਫ਼ ਹੋ ਗਿਆ, ਪਰ ਮਨ ਦੇ ਵਿੱਚ ਇਹ ਵੀ ਸੀ ਕਿ ਕਾਸ਼ ਮੈਂ ਉਹ ਰੱਬ ਦਾ ਰੰਗ ਵੀ ਦੇਖ ਲਵਾਂ, ਕਿਉਂਕਿ ਦਿਲ ਦੀ ਤਾਂ ਸਫਾਈ ਹੋ ਗਈ। ਦਿਲ ਦੀ ਸਫਾਈ ਅਲੱਗ ਚੀਜ਼ ਹੈ, ਤਾਂ ਉਹਦਾ ਰੰਗ ਚੜਨਾ ਅਲੱਗ ਚੀਜ਼ ਹੈ। ਜਿੱਦਾਂ ਸਮਝ ਲੈ ਕੱਪੜਾ ਹੈ, ਇੱਕ ਸਫੇਦ ਕੱਪੜਾ ਹੈ, ਜਦੋਂ ਅਸੀਂ ਕਿਸੇ ਰੰਗਣ ਵਾਲੇ ਨੂੰ ਦਿੰਦੇ ਤਾਂ ਪਹਿਲਾਂ ਉਹ ਕੱਪੜੇ ਨੂੰ ਧੋ ਕੇ ਸਾਫ਼ ਕਰਦਾ ਹੈ, ਕਿਉਂਕਿ ਪਤਾ ਜੇ ਦਾਗ ਰਹਿ ਗਿਆ ਤਾਂ ਫਿਰ ਰੰਗ ਉੱਥੇ ਚੜਨਾ ਨਹੀਂ ਹੈ। ਪਹਿਲਾਂ ਤਾਂ ਸਾਫ਼ ਕਰਦਾ, ਫਿਰ ਦੁਬਾਰਾ ਉਹ ਬਰਤਨ 'ਚ ਡੁਬੋਂਦਾ ਹੈ ਜਿੱਥੇ ਰੰਗ ਹੋਵੇ। ਇਹ ਦੋ ਹੀ ਚੀਜ਼ਾਂ ਜ਼ਰੂਰੀ ਹੈ। ਹੁਣ ਮਨ 'ਚ ਸੋਚੀ ਜਾਵੇ ਕਿ ਕਾਸ਼ ਰੱਬ ਦਾ ਰੰਗ ਵੀ ਚੜ ਜਾਵੇ, ਪਰ ਹੁਣ ਜਦੋਂ ਵੀ ਦੇਖਦਾ ਫਕੀਰਾਂ ਨੂੰ ਜਾਂਦਾ ਤਾਂ ਫਕੀਰ ਫਿਰ ਅੱਖਾਂ ਬੰਦ ਕਰਕੇ ਬੈਠੇ ਆ। 1 ਮਹੀਨਾ ਗੁਜ਼ਰ ਗਿਆ, 2 ਮਹੀਨੇ ਗੁਜ਼ਰ ਗਏ, ਇੱਦਾਂ ਟਾਈਮ ਜਾ ਰਿਹਾ ਹੈ। ਹੌਲੀ ਹੌਲੀ ਫਕੀਰਾਂ ਦੇ ਵਾਲ ਫਿਰ ਵਧਣੇ ਸ਼ੁਰੂ ਹੋ ਗਏ, ਪਰ ਉਹਦੇ ਮਨ 'ਚ ਸੀ ਹੁਣ ਕਦੋਂ ਅੱਖਾਂ ਖੋਲਣਗੇ, ਕਦੋਂ ਗੱਲ ਹੋਏਗੀ। ਹੁਣ ਦਿਲ ਤਾਂ ਸਾਫ਼ ਕਰ ਦਿੱਤਾ, ਫਿਰ ਇੱਕ ਮੌਕਾ ਆ ਗਿਆ। ਅੱਜ ਫਿਰ ਮਨ 'ਚ ਹੋਇਆ ਕੋਲ ਜਾ ਕੇ ਬਹਿਵਾਂ। ਕੋਲ ਜਾ ਕੇ ਬੈਠਾ, ਜਦੋਂ ਕੋਲ ਜਾ ਕੇ ਬੈਠਾ, ਕਿਉਂਕਿ ਦੇਖ ਲਿਆ ਫਕੀਰਾਂ ਦੇ ਵਾਲ ਆ ਗਏ ਆ, ਜੇ ਹੁਣ ਵੀ ਅੱਖਾਂ ਖੋਲ ਲਈਆਂ ਤਾਂ ਹੁਣ ਸ਼ਾਇਦ ਦੁਬਾਰਾ ਕਹਿਣਗੇ ਇਹਨੂੰ ਸਾਫ਼ ਕਰ ਦੇ। ਤਾਂ ਜੇ ਪਹਿਲਾਂ ਸਿਰ ਸਾਫ਼ ਕਰਨ ਨਾਲ ਇੰਨਾ ਕੁਝ ਮਿਲ ਗਿਆ ਤਾਂ ਹੁਣ ਪਤਾ ਨਹੀਂ ਹੋਰ ਕੀ ਮਿਲ ਜਾਣਾ ਹੈ। ਇਸ ਲਈ ਹੁਣ ਫੇਰ ਕੋਲ ਬਹਿ ਗਿਆ ਜਾ ਕੇ। ਫਕੀਰਾਂ ਨੇ ਫਿਰ ਅੱਖਾਂ ਖੋਲੀਆਂ, ਤਾਂ ਫਿਰ ਫਕੀਰਾਂ ਨੇ ਪੁੱਛਿਆ, ਬੇਟਾ ਤੂੰ ਕੌਣ ਹੈ? ਕਹਿੰਦਾ ਜੀ ਮਹਾਰਾਜ ਮੇਰਾ ਨਾਮ ਸਲੀਮ ਹੈ ਔਰ ਮੈਂ ਨਾਈ ਦਾ ਕੰਮ ਕਰਦਾ। ਹੁਣ ਆਪੇ ਕਹਿ ਤਾ ਮੈਂ ਨਾਈ ਦਾ ਕੰਮ ਕਰਦਾ। ਫਕੀਰ ਕਹਿੰਦੇ ਅੱਛਾ, ਆ ਵੇ ਸਾਡਾ ਸਿਰ ਹੀ ਸਾਫ਼ ਕਰ ਦੇ। ਉਹੀ ਤਾਂ ਮੌਕਾ ਲੱਭਦਾ ਸੀ, ਉਹਨੇ ਪਹਿਲੀ ਤਿਆਰੀ ਕੀਤੀ ਹੋਈ ਸੀ, ਕਿਉਂਕਿ ਪਤਾ ਸੀ ਪਿਛਲੀ ਵਾਰ ਵੀ ਇਹੀ ਕੀਤਾ ਸੀ। ਉਹਨੇ ਫਿਰ ਆਪਣਾ ਸਮਾਨ ਕੱਢਿਆ ਸਿਰ ਸਾਫ਼ ਕਰਨ ਵਾਲਾ, ਯਾਨੀ ਉਸ ਤਰ੍ਹਾਂ ਕੱਢ ਲਿਆ। ਹੁਣ ਮਨ 'ਚ ਸੋਚ ਰਿਹਾ ਹੈ ਅੱਜ ਕੁਝ ਇਦਾਂ ਦਾ ਦੇ ਦੇਣ ਕਿ ਬਸ ਜ਼ਿੰਦਗੀ ਬਣ ਜਾਵੇ, ਜ਼ਿੰਦਗੀ ਬਣ ਜਾਵੇ, ਇਦਾਂ ਦਾ ਕੁਝ ਦੇ ਦੇਣ। ਤਾਂ ਹੁਣ ਕਿਹਾ ਜਾਂਦਾ ਹੈ, ਹਾਲੇ ਸੋਚਾਂ ਸੀ। ਜਦੋਂ ਹੁਣ ਬੰਦਾ ਕੰਮ ਕੋਈ ਕਰਦਾ ਹੋਵੇ, ਧਿਆਨ ਕਿਤੇ ਹੋਰ ਹੋਵੇ ਤਾਂ ਫਿਰ ਕੀ ਹੁੰਦਾ ਹੈ। ਹੁਣ ਕਰ ਸਿਰ ਸਾਫ਼ ਰਿਹਾ ਸੀ, ਮਨ 'ਚ ਇਹ ਚੱਲ ਰਹੀ ਸੀ ਕਿ ਅੱਜ ਮੈਨੂੰ ਪਤਾ ਨਹੀਂ ਕੀ ਦੇਣਾ, ਫਕੀਰਾਂ ਨੇ ਕੀ ਮਿਲਣਾ। ਕਰਦਿਆਂ ਕਰਦਿਆਂ ਮਾੜਾ ਟੱਕ ਲੱਗ ਗਿਆ ਸਿਰ ਨੂੰ। ਟੱਕ ਸਮਝਦੇ ਹੋ ਨਾ ਤੁਸੀਂ, ਮਾੜਾ ਜਿਹਾ ਟੱਕ ਲੱਗ ਗਿਆ ਔਰ ਖੂਨ ਨਿਕਲਣਾ ਸ਼ੁਰੂ ਹੋ ਗਿਆ। ਦੇਖਿਆ, ਘਬਰਾ ਗਿਆ, ਫਟਾਫਟ ਬਾਲ ਸਾਫ਼ ਕੀਤੇ, ਖੂਨ ਨਿਕਲ ਰਿਹਾ ਹੈ। ਹੁਣ ਜਦੋਂ ਬਾਲ ਸਾਫ਼ ਕੀਤੇ, ਕਹਿੰਦਾ ਲੋ ਮਹਾਰਾਜ ਹੋ ਗਈ। ਫਕੀਰਾਂ ਨੇ ਹੱਥ ਲਾਇਆ ਏਦਾਂ, ਜਦੋਂ ਹੱਥ ਲਾਇਆ ਤਾਂ ਦੇਖਿਆ ਲਾਲ ਲਾਲ ਖੂਨ ਹੱਥ ਨੂੰ ਲੱਗ ਗਿਆ। ਘਬਰਾ ਰਿਹਾ ਹੈ। ਫਕੀਰ ਕਹਿੰਦੇ ਡਰ ਕਿਉਂ ਰਿਹਾ ਹੈ? ਕਹਿੰਦਾ ਮਹਾਰਾਜ ਤੁਹਾਡੇ ਖੂਨ ਨਿਕਲ ਆਇਆ, ਚੋਟ ਲੱਗ ਗਈ, ਤੁਹਾਡੇ ਟੱਕ ਲੱਗ ਗਿਆ ਮੇਰੇ ਤੋਂ, ਇਸ ਕਰਕੇ ਖੂਨ ਨਿਕਲ ਰਿਹਾ ਹੈ। ਤਾਂ ਫਕੀਰ ਹੱਸ ਕੇ ਕਹਿਣ ਲੱਗੇ, ਐ ਰੱਬਾ ਜਿੱਦਾਂ ਇਹਨਾਂ ਮੈਨੂੰ ਰੰਗਿਆ ਤੂੰ ਇਹਨੂੰ ਰੰਗ ਦੇ। ਜਿੱਦਾਂ ਇਹਨੇ, ਕਿਉਂਕਿ ਏਦਾਂ ਹੱਥ ਫੇਰਨ ਨਾ ਸਾਰਾ ਲਾਲ ਲਾਲ ਸਿਰ ਹੋ ਗਿਆ। ਹੁਣ ਗੰਜੀ ਟਿੰਡ ਤੇ ਲਾਲ ਲਾਲ ਹੋਵੇ ਤਾਂ ਉਦਾਂ ਹੀ ਪਤਾ ਲੱਗਦਾ, ਸਾਰਾ ਲਾਲ ਲਾਲ ਹੋ ਗਿਆ। ਤਾਂ ਬੱਟੇ ਡਰ ਗਿਆ। ਪਰ ਫਕੀਰਾਂ ਨੇ ਕੀ ਕਿਹਾ, ਕਿਉਂਕਿ ਫਕੀਰ ਉਹ ਨਹੀਂ ਹੈ ਕਿ ਮਾੜੀ ਮਾੜੀ ਗਲਤੀ ਤੇ ਸਾਨੂੰ ਸਜ਼ਾ ਦਿੰਦੇ ਫਿਰਨ। ਜਿੱਦਾਂ ਬੰਦਾ ਕਹਿੰਦਾ ਲੈ ਵੀ ਫਕੀਰ ਤਾਂ ਨਾਰਾਜ਼ ਹੋਵੇ ਤਾਂ ਤਬਾਹ ਕਰ ਦਿੰਦੇ ਆ, ਬਰਬਾਦ ਕਰ ਦਿੰਦੇ ਆ। ਬਿਲਕੁਲ ਗਲਤ ਗੱਲ ਹੈ। ਇਹ ਕਿਸੇ ਨੇ ਝੂਠੀ ਅਫਵਾਹ ਫੈਲਾਈ ਹੈ ਫਕੀਰਾਂ ਬਾਰੇ। ਜਿਹੜੇ ਰੱਬ ਦੇ ਆਸ਼ਿਕ ਹੁੰਦੇ ਆ ਨਾ, ਰੱਬ ਦੇ ਪਿਆਰੇ ਹੁੰਦੇ ਆ, ਸੰਤ ਫਕੀਰ ਹੁੰਦੇ ਆ, ਗੁਰੂ ਰਹਿਬਰ ਹੁੰਦੇ ਆ, ਉਹ ਦਇਆ ਦੇ ਸਾਗਰ ਹੁੰਦੇ ਆ, ਉਹ ਰਹਿਮਤਾਂ ਦੇ ਸਾਗਰ ਹੁੰਦੇ। ਉਹ ਸਾਡੀਆਂ ਗਲਤੀਆਂ ਨਹੀਂ ਦੇਖਦੇ, ਉਹ ਸਾਡੀਆਂ ਭੁੱਲਾਂ ਨਹੀਂ ਦੇਖਦੇ, ਉਹ ਆਪਣੀ ਰਹਿਮਤ ਨੂੰ ਦੇਖਦੇ, ਆਪਣੇ ਪਿਆਰ ਨੂੰ ਦੇਖਦੇ। ਜਿੱਦਾਂ ਇੱਕ ਬੱਚਾ ਜਿੰਨਾ ਮਰਜ਼ੀ ਗੰਦਾ ਹੋਵੇ, ਗੰਦਗੀ ਨਾਲ ਲਿਬੜਿਆ ਹੋਵੇ, ਲੈਟਰਿੰਗ ਬਾਥਰੂਮ ਨਾਲ ਲਿਬੜਿਆ ਹੋਵੇ, ਫਿਰ ਵੀ ਮਾਂ ਉਹਨੂੰ ਪਿਆਰ ਕਰਦੀ ਹੈ। ਕਦੀ ਮਾਂ ਥੋੜੀ ਕਹਿੰਦੀ ਹੈ ਕਿ ਲੈ ਵੀ ਮੇਰੇ ਬੱਚੇ ਨੇ ਪੋਟੀ ਕਰ ਦਿੱਤੀ, ਪੋਟੀ ਨਾਲ ਲਿਬੜ ਗਿਆ ਤਾਂ ਮੈਂ ਇਹਨੂੰ ਹੱਥ ਨਹੀਂ ਲਾਣਾ, ਇਹ ਗੰਦਾ ਹੋ ਗਿਆ, ਇਹਨੂੰ ਚੱਕ ਕੇ ਬਾਹਰ ਕਰਾਂ ਕਰੋ। ਨਹੀਂ, ਇਹ ਬੰਦੇ ਦੀ ਜਰਾ ਇਹ ਸਮਝ ਹੁੰਦੀ ਹੈ ਕਿ ਬੰਦਾ ਐਵੇਂ ਸੰਤਾਂ ਫਕੀਰਾਂ ਨੂੰ ਕਾਹਦੇ ਨਾਲ ਜੋੜ ਦਿੰਦਾ ਹੈ ਕਿ ਲੈ ਵੀ ਇਹ ਸੰਤ ਫਕੀਰ ਅਗਰ ਨਾਰਾਜ਼ ਹੋ ਗਏ ਤਾਂ ਬਰਬਾਦ ਕਰ ਦਿੰਦੇ ਆ। ਨਹੀਂ, ਇੱਕ ਗੱਲ ਹਮੇਸ਼ਾ ਯਾਦ ਰੱਖੋ, ਸੰਤ ਫਕੀਰ ਹਮੇਸ਼ਾ ਉਜੜਿਆਂ ਨੂੰ ਬਸਾਉਂਦੇ ਐ, ਢੱਠਿਆਂ ਨੂੰ ਬਣਾਉਂਦੇ ਐ, ਰੋਂਦਿਆਂ ਨੂੰ ਹਸਾਉਂਦੇ ਐ, ਗਿਰਿਆਂ ਨੂੰ ਉਠਾਉਂਦੇ ਐ। ਉਹ ਤਾਂ ਰਹਿਮਤਾਂ ਦੇ ਭੰਡਾਰ ਹੁੰਦੇ, ਜਿਹੜਾ ਕੋਲ ਆ ਜਾਵੇ ਗੱਲ ਨਾਲ ਲਾਉਂਦੇ ਐ, ਕਿਸੇ ਨੂੰ ਤਕਲੀਫ ਉਹ ਦਿੰਦੇ ਹੀ ਨਹੀਂ। ਹੁਣ ਫਕੀਰਾਂ ਦੇ ਟੱਕ ਵੀ ਲੱਗ ਗਿਆ, ਖੂਨ ਨਿਕਲ ਰਿਹਾ ਹੈ, ਹੱਥ ਫੇਰਿਆ ਤਾਂ ਕੀ ਪਤਾ ਕੀ ਕਹਿੰਦੇ, ਐ ਰੱਬਾ ਜਿੱਦਾਂ ਇਹਨਾਂ ਮੈਨੂੰ ਰੰਗਿਆ ਤੂੰ ਇਹਨੂੰ ਰੰਗ ਦੇ। ਬਸ ਇੰਨੀ ਗੱਲ ਕਹਿਣ ਦੀ ਢੇਰ ਸੀ, ਉਹਦੇ ਜੀਵਨ 'ਚ ਸਾਰੀਆਂ ਖੁਸ਼ੀਆਂ ਦੇ ਰੰਗ ਚੜ ਗਏ। ਹੁਣ ਤੁਸੀਂ ਚਾਹੁੰਦੇ ਹੋ ਨਾ ਰੰਗਣਾ ਤਾਂ ਬਸ ਸਮਝ ਲਓ, ਕਹਿੰਦੇ ਨਾ ਜੇ ਦਿਲ ਨਾ ਰੰਗਿਆ ਇਸ਼ਕ ਅੰਦਰ ਫਿਰ ਕੱਪੜੇ ਰੰਗਾਣ ਦਾ ਕੀ ਫਾਇਦਾ। ਜੇ ਮੁਰਸ਼ਿਦ ਰਾਜੀ ਨਾ ਕੀਤਾ ਹਜ ਕਾਬੇ ਜਾਣ ਦਾ ਕੀ ਫਾਇਦਾ। ਜੇ ਮਨ ਹੀ ਅੰਦਰੋਂ ਗੰਦਾ ਹੈ ਫਿਰ ਗੰਗਾ ਨਹਾਣ ਦਾ ਕੀ ਫਾਇਦਾ। ਉਹ ਬੁੱਲੇ ਸ਼ਾਹ ਜਿਸਨੇ ਮੰਨਣਾ ਨਹੀਂ ਉਸ ਨੂੰ ਸਮਝਾਉਣ ਦਾ ਕੀ ਫਾਇਦਾ। ਕਹਿੰਦੇ ਜਿਹਨਾਂ ਸਮਝਣਾ ਹੀ ਨਹੀਂ, ਮੰਨਣਾ ਨਹੀਂ, ਉਹਨੂੰ ਸਮਝਾਉਣ ਦਾ ਕੀ ਫਾਇਦਾ। ਸਮਝਦੇ ਹੋ ਕਿ ਨਹੀਂ? ਪਰ ਤੁਸੀਂ ਸਾਰੇ ਸਮਝਦਾਰ ਹੋ ਕਿ ਨਹੀਂ? ਕਿਉਂਕਿ ਮਜ਼ਾ ਉਦੋਂ ਹੀ ਆਉਂਦਾ ਹੈ
ਜਦੋਂ ਇਸ਼ਕ ਦਾ ਪਿਆਲਾ ਬੜਾ ਹੋਵੇ। ਨਹੀਂ ਤਾਂ ਜ਼ਰਾ ਸੋਚੋ, ਜੇ ਆਹ ਗਲਾਸ ਅਸੀਂ ਕਹਿੰਦੇ ਆ ਇਹ 'ਚ 50 ml ਜਾਂ ਪਾਣੀ ਆਂਦਾ ਜਾਂ 100 ml ਪਾਣੀ ਆਂਦਾ ਹੈ, ਤਾਂ ਹੁਣ ਬੰਦਾ ਕਹੇ ਇਹ 'ਚ ਮੈਂ 10 ਲੀਟਰ ਪਾਣੀ ਪਾਣਾ, ਕਿੱਦਾਂ ਪਾਵਾਂਗੇ? ਜ਼ਰਾ ਗੌਰ ਕਰੋ, ਅੱਧੇ ਲੀਟਰ ਦੇ ਗਲਾਸ ਅੰਦਰ 10 ਲੀਟਰ ਪਾਣੀ ਪਾਇਆ ਜਾ ਸਕਦਾ ਹੈ। ਹੁਣ ਜੇ 10 ਲੀਟਰ ਪਾਣੀ ਪਾਣਾ ਤਾਂ ਇਹਦਾ ਮਤਲਬ ਹੈ ਭਾਂਡਾ ਵੀ ਅੱਗੇ 10 ਲੀਟਰ ਵਾਲਾ ਚਾਹੀਦਾ ਹੈ। ਹੁਣ ਜਿਹੜਾ ਬੰਦਾ ਸੋਚੇ, ਜੇ ਆਪਣਾ ਛੋਟਾ ਜਿਹਾ ਦਿਮਾਗ ਲੈ ਕੇ, ਦਿਲ ਲੈ ਕੇ ਬੰਦਾ ਬੈਠਾ ਹੋਏਗਾ ਤਾਂ ਇਹਦੀ ਐਡੀਆਂ ਵੱਡੀਆਂ ਰਹਿਮਤਾਂ ਉੱਥੇ ਕਿੱਥੇ ਪੈਣਗੀਆਂ। ਇਸ ਲਈ ਆਪਣੇ ਦਿਲ ਨੂੰ ਵੀ ਬੜਾ ਕਰਕੇ ਬੈਠੋ, ਤਾਂ ਕਿ ਮਾਲਕ ਦੀਆਂ ਬੜੀਆਂ ਬੜੀਆਂ ਰਹਿਮਤਾਂ ਨਾਲ ਅਸੀਂ ਭਰਪੂਰ ਹੋ ਕੇ ਜਾਈਏ। ਕਿਉਂਕਿ ਜਿਹੜੇ ਆਸ਼ਿਕ ਹੁੰਦੇ ਨਾ, ਉਹੀ ਬੜਾ ਦਿਲ ਰੱਖਦੇ ਐ, ਔਰ ਰਹਿਮਤਾਂ ਵੀ ਉਹ ਬੜੀਆਂ ਬੜੀਆਂ ਲੈ ਜਾਂਦੇ ਐ। ਔਰ ਅੱਜ ਅਸੀਂ ਵੀ ਚਾਹੁੰਦੇ ਆ ਤੁਹਾਡੇ ਤੇ ਰੰਗ ਚੜ ਕੇ ਤੁਸੀਂ ਵੀ ਰੰਗੀਨ ਹੋ ਕੇ ਜਾਵੋ, ਤੁਹਾਡੇ ਜੀਵਨ 'ਚ ਵੀ ਖੁਸ਼ੀਆਂ ਦੇ ਰੰਗ ਚੜ ਕੇ ਜਾਣ। ਇਸ ਲਈ ਕਹਿ ਦਿਓ, ਮਾਲਕ ਦੀ ਰਹਿਮਤ ਨਾਲ ਮੈਂ ਭਰਪੂਰ, ਮਾਲਕ ਦੀ ਰਹਿਮਤ ਨਾਲ ਮੈਂ ਭਰਪੂਰ, ਮਾਲਕ ਦੀ ਰਹਿਮਤ ਨਾਲ ਮੈਂ ਭਰਪੂਰ। ਕਿਉਂਕਿ ਜੇ ਮੰਨਾਂਗੇ ਉਹਦੀ ਰਹਿਮਤ ਨਾਲ ਮੈਂ ਭਰਪੂਰ ਹੋ ਗਿਆ, ਤਾਂ ਉਹਦੀ ਰਹਿਮਤ ਤੁਹਾਨੂੰ ਭਰਪੂਰ ਜ਼ਰੂਰ ਕਰੇਗੀ। ਇਹ ਗੱਲ ਯਾਦ ਰੱਖਣਾ। ਔਰ ਇੱਥੇ ਇਹ ਵੀ ਦੱਸ ਦਈਏ ਕਿ ਜਿੱਦਾਂ ਦੱਸ ਰਹੇ ਸੀ, ਮੇਰੀ ਬਾਤ ਬਨ ਗਈ ਹੈ, ਤੇਰੀ बात करते करते तेरे दर पे आ गया हूं, तुझे याद करते करते। कि तेनू याद करदे करदे आ देख तेरी याद दा असर, ए तेरी याद दा ए असर होया कि तेनू याद करदियां करदियां मैं कित्थों कित्थे पहुंच गया, तेरे दरबार तक पहुंच गया मैं। ऐ मेरे प्रभु, ऐ मेरे परमात्मा, जदों तेनू याद करना शुरू कीता सी तां मैं दुनिया च सी, पर तेरी याद नाल इदां जुड़िया कि तेरी याद ने मैनू फर्श तो अर्श तक ले आंदा। यानी नीचों ऊंच करे मेरा गोविंद कहूं ते ना करे। जिदा श्री गुरु रविदास जी कहंदे, ओही तां है जिहड़ा नीवियां नू की करदा है, उच्चे करदा है। हुण तुसीं भी गौर करना कि तुसीं भी यारी लानी तो उच्चे नाल लाओ, क्योंकि उच्चे नाल यारी लावांगे तो फेर ही सानू ਉੱਚੀ ਜਗ੍ਹਾ ਬਿਠਾਏਗਾ। ਤਾਂ ਹੀ ਤਾਂ ਕਹਿੰਦੇ ਨਾ, ਮੈਂ ਨੀਵਾਂ ਮੇਰਾ ਮੁਰਸ਼ਿਦ ਉੱਚਾ, ਉੱਚਿਆਂ ਦੇ ਸੰਗ ਲਾਈ, ਸਦਕੇ ਜਾਵਾਂ ਇਹਨਾਂ ਉੱਚਿਆਂ ਤੋਂ ਜਿਹਨਾਂ ਨੀਵਿਆਂ ਨਾਲ। ਨਹੀਂ ਭਾਈ, ਮਜ਼ਾ ਤਾਂ ਫੇਰ ਆਂਦਾ ਕਿਸੇ ਉੱਚੇ ਨਾਲ ਲਾਈਏ, ਤਾਂ ਕਿ ਸਾਨੂੰ ਵੀ ਬਾਹ ਫੜ ਕੇ। ਕਿਉਂਕਿ ਜਰਾ ਆਪ ਗੌਰ ਕਰੋ, ਜੇ ਕਿਸੇ ਨੀਵੇਂ ਨਾਲ ਲਾਵਾਂਗੇ ਤਾਂ ਨੀਵਾਂ ਜਿੱਥੇ ਬੈਠਾ ਸਾਨੂੰ ਵੀ ਬਾਹ ਫੜ ਕੇ ਉੱਥੇ ਬਿਠਾ ਲੇਗਾ। ਤਾਂ ਕਿਸੇ ਉੱਚੇ ਨਾਲ ਯਾਰੀ ਲਾਵਾਂਗੇ ਤਾਂ ਉੱਚੇ ਨੇ ਕੀ ਕਹਿਣਾ ਹੈ, ਆ ਜਾ ਵੀ ਮੇਰੇ ਨਾਲ ਲਾਈ ਹੈ। ਜਿੱਦਾਂ ਹੁਣ ਸਮਝਣਾ ਜ਼ਰਾ, ਸ਼ਬਰੀ ਕੀ ਸੀ, शबरी की सी और राम की सी। पर देखो राम ने शबरी ने झूठे बेर खाते, क्यों? क्योंकि शबरी ने दुनिया ਨੂੰ ਛੱਡ ਕੇ ਆਪਣੇ ਰਾਮ ਨਾਲ ਲਾਈ ਸੀ, ਔਰ ਸ਼ਬਰੀ ਦਾ ਵੀ ਨਾਮ ਹੋ ਗਿਆ ਕਿ ਨਹੀਂ? ਜਦੋਂ ਉੱਚਿਆਂ ਨਾਲ ਪ੍ਰੇਮ ਕਰਦੇ ਆ, ਉੱਚਿਆਂ ਤੇ ਵਿਸ਼ਵਾਸ ਕਰਦੇ ਆ, ਤਾਂ ਉੱਚੇ ਆਪਣੇ ਨਾਲ ਜੋੜ ਕੇ ਸਾਡੀ ਜ਼ਿੰਦਗੀ ਨੂੰ ਵੀ ਬਦਲ ਕੇ ਰੱਖ ਦਿੰਦੇ ਆ। ਤਾਂ ਜੇ ਸ਼ਬਰੀ ਕਿਸੇ ਹੋਰ ਨੂੰ ਯਾਦ ਕਰਦੀ ਹੁੰਦੀ ਤਾਂ ਅੱਜ ਸ਼ਬਰੀ ਦਾ ਨਾਮ ਵੀ ਦੁਨੀਆ ਤੇ ਨਹੀਂ ਹੋਣਾ ਸੀ। ਅੱਜ ਮੀਰਾ ਦਾ ਨਾਮ ਕਿਉਂ ਹੈ? ਕਿਉਂਕਿ ਉਹਨਾਂ ਉੱਚਿਆਂ ਨਾਲ ਲਾਈ। ਜੇ ਤੁਸੀਂ ਵੀ ਉੱਚਿਆਂ ਨਾਲ ਲਾਓਗੇ ਤਾਂ ਦੁਨੀਆ ਤੇ ਤੁਹਾਡਾ ਨਾਮ ਵੀ ਉੱਚਾ ਹੋ ਜਾਏਗਾ। ਕਿਉਂਕਿ ਜਿਹਦੇ ਨਾਲ ਨਾਮ ਸਾਡਾ ਲੱਗ ਜਾਵੇ ਨਾ, ਇਸ਼ਕ ਦੀ ਤਾਰ ਜਿਹਦੇ ਨਾਲ ਜੁੜ ਜਾਵੇ, ਪ੍ਰੇਮ ਜਿਹਦੇ ਨਾਲ ਜੁੜ ਜਾਵੇ, ਫਿਰ ਇਨਸਾਨ ਵੀ ਉਹਦੇ ਵਰਗਾ ਹੀ ਹੋ ਜਾਂਦਾ ਹੈ। ਇਸ ਲਈ ਇਹ ਪ੍ਰਭੂ ਦੀ ਯਾਦ ਵਿੱਚ ਅਸਰ ਹੈ, ਇਹ ਉਸ ਮਾਲਿਕ ਦੀ ਯਾਦ ਵਿੱਚ ਅਸਰ ਹੈ ਕਿ ਤੇਰੇ ਦਰ पे आ गया हूं, तुझे याद करते करते। ਹੁਣ ਅਗਲੀਆਂ ਲਾਈਨਾਂ 'ਚ ਕੀ ਕਿਹਾ ਜ਼ਰਾ ਸਮਝਣਾ, कि किसी चीज की तलब ना, किसी चीज की तलब ना है आरजू ही कोई। तलब होंदी है इच्छा किसी चीज दी, और आरजू होंदी है तमन्ना कि मैनू आ मिले, मैनू वो मिले। हुण एक आशिक की कहंदा है, किसी चीज की तलब ना है आरजू ही कोई, तूने इतना भर दिया है दामन ये भरते भरते, मेरी बात बन गई है तेरी बात करते करते। ਕਹਿੰਦੇ ਯਾਰੀ ਲਾਣੀ ਹੈ ਤਾਂ ਉਹਦੇ ਨਾਲ ਲਾਓ। ਕਿਹਦੇ ਨਾਲ? ਜਿਹੜਾ ਜਦੋਂ ਦੇਣਾ ਸ਼ੁਰੂ ਕਰਦਾ ਹੈ ਨਾ ਤਾਂ ਇੰਨਾ ਦਿੰਦਾ ਹੈ ਕਿ ਬੰਦਾ ਲੈਂਦਾ ਲੈਂਦਾ ਥੱਕ ਜਾਂਦਾ, ਪਰ ਉਹਦੀਆਂ ਦਾਤਾਂ ਉਹ ਨਹੀਂ ਮੁੱਕਦੀਆਂ। ਜਿੱਦਾਂ ਤੱਕ ਛੋਟੀ ਜਿਹੀ ਕਹਾਣੀ ਸੁਣਾਵਾਂਗੇ ਫਿਰ ਸਮਝ ਆ ਜਾਏਗੀ ਕਿ ਬੰਦੇ ਦੀਆਂ ਸਾਰੀਆਂ ਇੱਛਾਵਾਂ ਖਤਮ ਹੋ ਜਾਂਦੀਆਂ ਹੈ, ਸਾਰੀਆਂ ਤਮੰਨਾਵਾਂ ਪੂਰੀਆਂ ਹੋ ਜਾਂਦੀਆਂ ਹੈ ਜਦੋਂ ਇਨਸਾਨ ਉਹਦੇ ਨਾਲ ਯਾਰੀ ਲਾਂਦਾ, ਉਹਦਾ ਹੋ ਜਾਂਦਾ ਹੈ। ਇਹ ਇੱਕ ਬੜੀ ਪਿਆਰੀ ਗੱਲ ਯਾਦ ਆ ਗਈ ਸਾਨੂੰ, ਉਹ ਦੱਸਣਾ ਚਾਹਾਂਗੇ ਇਸ ਸ਼ੇਰ ਦੇ ਨਾਲ ਜੁੜੀ ਹੋਈ। ਇੱਕ ਵਾਰ ਨਾ ਇੱਕ ਆਦਮੀ ਸੀ, ਬੜਾ ਗਰੀਬ ਆਦਮੀ ਸੀ। ਉਹ ਗਰੀਬ ਆਦਮੀ ਨੂੰ ਕੋਈ ਰੋਗ ਹੋ ਗਿਆ, ਉਹ ਰੋਗ ਨਾਲ ਦਿਨ ਰਾਤ ਉਹ ਤੜਫਦਾ ਸੀ। ਆਖਿਰ ਇੱਕ ਦਿਨ ਉਹ ਇੱਕ ਵੈਦ ਕੋ ਗਿਆ, ਵੈਦ ਬੜਾ ਮਸ਼ਹੂਰ ਸੀ। ਜਦੋਂ ਗਰੀਬ ਆਦਮੀ ਵੈਦ ਦੇ ਕੋਲ ਗਿਆ ਤਾਂ ਵੈਦ ਨੇ ਉਹਦਾ ਨਬਜ਼ ਦੇਖ ਕੇ ਰੋਗ ਚੈੱਕ ਕੀਤਾ। ਤਾਂ ਵੈਦ ਕਹਿਣ ਲੱਗਾ, ਭਾਈ ਤੈਨੂੰ
ਇੱਕ ਬਿਮਾਰੀ ਹੈ ਬੜੀ ਖਤਰਨਾਕ, ਔਰ ਉਹਦੀ ਦਵਾਈ ਅੱਜ ਹੀ ਤਿਆਰ ਕਰਕੇ ਅੱਜ ਹੀ ਸ਼ੁਰੂ ਕਰਨੀ ਪੈਣੀ ਹੈ। ਉਹਨਾਂ ਕਿਹਾ ਮਹਾਰਾਜ ਕਰੋ ਫਿਰ। ਤਾਂ ਵੈਦ ਨੇ ਕੀ ਕਿਹਾ? ਕਹਿੰਦਾ ਦੇਖ ਇਦਾਂ ਹੈ ਕਿ ਦਵਾਈ ਤਿਆਰ ਕਰਨ ਵਾਲਾ ਸਾਰਾ ਸਮਾਨ ਤਾਂ ਮੇਰੇ ਕੋਲ ਹੈ, ਪਰ ਇੱਕ ਸ਼ਹਿਦ ਨਹੀਂ ਹੈ। ਕੀ ਨਹੀਂ ਹੈ? ਸ਼ਹਿਦ ਨਹੀਂ ਹੈ। ਸ਼ਹਿਦ ਯਾਨੀ ਹਨੀ। ਅਗਰ ਤੂੰ ਕਿਤੇ ਉਹ ਸ਼ਹਿਦ ਲੈ ਆਵੇਂ ਤਾਂ ਮੈਂ ਉਹ ਦਵਾਈ ਹੁਣੇ ਤਿਆਰ ਤੈਨੂੰ ਕਰਕੇ ਦੇ ਦੇਵਾਂ, ਤਾਂ ਅੱਜ ਪਹਿਲੀ ਖੁਰਾਕ ਤੂੰ ਖਾ ਲਾਵੇਂ ਤਾਂ ਤੈਨੂੰ ਅੱਜ ਤੋਂ ਹੀ ਫਰਕ ਪੈਣਾ ਸ਼ੁਰੂ ਹੋ ਜਾਣਾ ਹੈ। ਬਾਕੀ ਸਮਾਨ ਤਾਂ ਮੇਰੇ ਕੋਲ ਹੈ, ਪਰ ਉਹ ਦਵਾਈ ਸ਼ਹਿਦ ਵਿੱਚ ਮਿਕਸ ਕਰਕੇ, ਸ਼ਹਿਦ ਵਿੱਚ ਮਿਲਾ ਕੇ ਖਾਣੀ ਪੈਂਦੀ ਹੈ। ਜਾਂ ਸ਼ਹਿਦ ਲਿਆ ਕਿਤੇ ਹੁਣ ਵੈਦ ਨੇ ਉਹਨੂੰ ਕੋਲੀ ਦੇਤੀ, ਛੋਟੀ ਜਿਹੀ ਕੋਲੀ, ਕਿ ਇੰਨਾ ਕੁ ਸ਼ਹਿਦ ਚਾਹੀਦਾ, ਇਹ ਕੋਲੀ ਇੱਕ ਸ਼ਹਿਦ ਦੀ ਲਿਆ। ਹੁਣ ਉਹ ਕੋਲੀ ਲੈ ਕੇ ਤੁਰ ਪਿਆ, ਕੋਲੀ ਲੈ ਕੇ ਸ਼ਹਿਦ ਲੱਭਣ ਤੁਰ ਪਿਆ। ਘਰ ਦਾ ਦਰਵਾਜ਼ਾ ਖੜਕਾਵੇ, ਜਿਹੜਾ ਵੀ ਘਰ ਆਵੇ ਦਰਵਾਜ਼ਾ ਖੜਕਾਵੇ, ਭਾਈ ਸ਼ਹਿਦ ਦੇ ਦਿਓ। ਤਾਂ ਕਈਆਂ ਨੇ ਤਾਂ ਕਹਿਤਾ ਸ਼ਹਿਦ ਹੈ ਹੀ ਨਹੀਂ, ਕਈਆਂ ਕੋ ਸੀਗਾ ਉਹ ਕਹਿੰਦੇ ਦੇਣਾ ਹੀ ਨਹੀਂ। ਕਿਉਂਕਿ ਦੁਨੀਆ ਹੈ, ਇਹ ਸੰਸਾਰ ਹੈ। ਇਹ ਸੰਸਾਰ 'ਚ ਹਰ ਕੋਈ ਦੂਜੇ ਦੀ ਮਦਦ ਕਰਨ ਵਾਸਤੇ ਤਿਆਰ ਨਹੀਂ ਹੁੰਦਾ। ਤਾਂ ਹੀ ਤੇ ਅਸੀਂ ਇੱਕ ਸ਼ੇਰ ਵੀ ਕਹੀਦਾ ਹੈ, ਇੱਥੇ ਵੀ ਕਹਿਣਾ ਚਾਹਾਂਗੇ ਕਿ ਜ਼ਮਾਨੇ में हजारों अकलमंद मिलते हैं। जमाने में यानी ये दुनिया च हजारों ही अकलमंद मिलते हैं कि मैं बड़ा अकलमंद, मैं बड़ा समझदार, मेरे को बड़ी समझ है, बड़ी अकल है। जमाने में हजारों अकलमंद मिलते हैं, लाखों जरूरतमंद मिलते हैं। ये दुनिया च हजारों ही अकलमंद मिलते हैं, लखा ही जरूरतमंद मिलते हैं, जिन्होंने मैनू आ जरूरत है, मैनू वो जरूरत है। पर हुण अगली लाइन समझना जरा कि जमाने में हजारों अकलमंद मिलते हैं, लाखों जरूरतमंद मिलते हैं, मगर जब खुद पर मुसीबत आती है दोस्तों तो मालिक के सिवा सबके दरवाजे बंद मिलते हैं। और कहते जो खुद पे मुसीबत आती है ना तो सारे देख के दरवाजे बंद कर लेंगे। भाई किते साडे घर ना आ जाए। हुण पिछे कोरोना होया तो लोगों ने दरवाजे बंद कर लेना, लिख के ला देता साडे घर कोई ना आवे। कहता कि नहीं, वो साडे घर कोई ना आवे, कोई रिश्तेदार भी मिल ना आवे। इन्ना डर, मुसीबत आई तो अपने ने दरवाजे बंद कर ले। पर तुहानू एक गल कहनी चाहांगे कि सारे दरवाजे बंद हो गए, मंदिर मस्जिद, पर मालिक दे दरबार दा दरवाजा 24 घंटे खुला रहा। जदों लॉकडाउन सी उदों भी खुला रहा। याद रखना लॉकडाउन दे विच भी एक दिन भी वो मालिक दे घर दा दरवाजा बंद नहीं होया। किसी ने सानू किया मालिको सारे दरवाजे बंद हो गए, सारे ने मना कर दिता है ना, तुसी मना कर दिओ। ऐसी कोई गल कही, असीं कि ऐसी किदां मना कर सकते हैं? इसलिए मुसीबत दा टाइम है, इसलिए औखी घड़ी है। जे औखी घड़ी च सतगुरु मुर्शिद दे दरवाजा बंद करके बह जावे तो सेवकां ने जाना कित्थे? फिर मालिक ही दरवाजा बंद करके बह जाण तो औखे वेले तो बंदे नूं ज्यादा रब दी लोड़ हुंदी है। समझ लो, बीमारी वेले तो डॉक्टर दी ज्यादा लोड़ है। जे बीमारी वेले डॉक्टर दरवाजा बंद करके बह जावे और जदों बीमारी पिछे हो गई, ठीक हो गई, फिर डॉक्टर कहे आ जाओ, तो बंदे ने हुण तेरी लोड़ की है भाई? जदों लोड़ सी उदों दरवाजा बंद कर लिया तो हुण दरवाजा खोल दिता, वो तेरे डॉक्टर होने का फायदा की? जे ऐसी कोई गल कही, जे ऐसी डर गए तो फिर दूजियां दा डर के ना दूर करना है। ऐसी डरन वाले नहीं है, ऐसी डरां नूं दूर करने वाले हैं। इसलिए असीं खुलेआम स्टेज ते उस वेले भी कहंदे सी, अज भी कहंदे हां कि लोग कोरोना तो डरदे। असीं कहंदे लियाओ कोरोना दे मरीज नूं साडे कोल, इन्ना अपने आप ते विश्वास है, वो आएगा उसे वेले ठीक हो के जाएगा। विश्वास की गल है। ठीक होने का मतलब की है कि उन्होंने वो हौसला, वो हिम्मत मिलेगी कि उसका डर दूर हो जाएगा कि हुण मेरा कोई कुछ बिगाड़ ही नहीं सकता। रिपोर्ट भावें 4 दिन बाद 10 दिन बाद पॉजिटिव आवे, पर डर उसदा उसे वेले दूर हो जाएगा। क्योंकि गल तो सारी डर दी है। कहते हैं जो डर गया समझो मारदा तो डर ही है, नहीं तो इहदे च की है? समझदे हो कि नहीं? पर जदों बंदा डरना शुरू कर दिंदा तो डर ही बंदे दी जान ले लैंदा है। तो जे बंदा डर कट देवे तो फिर कोई दुनिया की बीमारी उन्होंने खत्म नहीं कर सकती। ये समझ लेना सारे ने। इस करके जदों इंसान पे मुसीबत आती है तो मालिक का घर ही एक ऐसा घर है जिथे सब दे वास्ते दरवाजे खुले रहंदे है। क्योंकि पता है कि औखे टाइम विच ही तो इंसान नूं सब तो ज्यादा उहदियां रहमतां दी लोड़ हुंदी है, उहदे साथ दी लोड़ हुंदी है, हिम्मत दी लोड़ हुंदी है, हौसले दी लोड़ हुंदी है। तो जे औखे वेले ही वो रब दे घर दे दरवाजे बंद हो गए तो इसदा मतलब उन्हां घरां च रब है ही नहीं। क्योंकि जे रब हुंदा तो फिर दरवाजा क्यों बंद होना सी? जरा सोच के देखो। इसलिए डरना नहीं है, फिक्र नहीं करनी, क्योंकि कोई साथ देवे ना देवे, असीं हमेशा तुहाडे नाल है। जदों याद करोगे तुहाडे नाल है।
ਇਹ ਗੱਲ ਹਮੇਸ਼ਾ ਯਾਦ ਰੱਖਣਾ ਤੁਸੀਂ, ਕਿਉਂਕਿ ਤੁਸੀਂ ਸਾਡੇ ਵਾਸਤੇ ਬੜੇ ਖਾਸ ਹੋ। ਅਸੀਂ ਤੁਹਾਡੇ ਨਾਲ ਬਹੁਤ ਪ੍ਰੇਮ ਕਰਦੇ ਹਾਂ, ਇਸ ਲਈ ਇਹ ਸਟੇਜ ਤੇ ਬਹਿ ਕੇ ਸ਼ਰੇਆਮ ਖੁੱਲੇਆਮ ਕਹਿ ਰਹੇ ਹਾਂ ਕਿ ਤੁਸੀਂ ਸਾਡੇ ਵਾਸਤੇ ਬਹੁਤ ਖਾਸ ਹੋ। ਅਸੀਂ ਤੁਹਾਡੇ ਨਾਲ ਬਹੁਤ ਪ੍ਰੇਮ ਕਰਦੇ ਹਾਂ, ਤੁਸੀਂ ਕਰੋ ਚਾਹੇ ਨਾ ਕਰੋ, ਅਸੀਂ ਕਰਦੇ ਸੀ ਔਰ ਕਰਦੇ ਰਹਿਣਾ ਹੈ ਤੁਹਾਨੂੰ ਪ੍ਰੇਮ। ਓਕੇ, ਜਿਸ ਨੂੰ ਵੀ ਉਸ ਪ੍ਰਮਾਤਮਾ ਨੇ ਜੀਵਨ ਦਿੱਤਾ ਹੈ, ਉਹ ਪ੍ਰਮਾਤਮਾ ਨੇ ਜਿਸ ਨੂੰ ਪੈਦਾ ਕੀਤਾ ਉਹ ਕਦੀ ਮਾਮੂਲੀ ਹੋ ਹੀ ਨਹੀਂ ਸਕਦਾ। ਉਹਨੇ 9 ਮਹੀਨੇ ਲਾ ਕੇ ਤੁਹਾਨੂੰ ਤਿਆਰ ਕੀਤਾ ਮਾਂ ਦੇ ਗਰਭ ਵਿੱਚ, ਇੰਨੇ ਸਾਲ ਹੋ ਗਏ ਤੁਹਾਨੂੰ ਸੰਭਾਲ ਰਿਹਾ ਹੈ, ਰੋਟੀ ਦੇ ਰਿਹਾ ਹੈ, ਹਵਾ ਦੇ ਰਿਹਾ ਹੈ, ਸੂਰਜ ਦੀ ਰੋਸ਼ਨੀ ਦੇ ਰਿਹਾ ਹੈ। ਉਹ ਤੁਸੀਂ ਉਹਦੇ ਵਾਸਤੇ ਖਾਸ ਹੋ ਤਾਂ ਹੀ ਸੰਭਾਲ ਰਿਹਾ ਹੈ, ਨਹੀਂ ਤਾਂ ਕਦੋਂ ਦਾ ਤੁਹਾਨੂੰ ਕੱਢ ਦਿੰਦਾ ਘਰ ਚੋਂ। ਹੁਣ ਜੇ ਕੋਈ ਰਿਸ਼ਤੇਦਾਰ ਆ ਕੇ ਤੁਹਾਡੇ ਘਰ ਰਵੇ, 6 ਮਹੀਨੇ ਤੋਂ ਰਹਿ ਰਿਹਾ ਹੈ, ਸਾਲ ਤੋਂ ਰਹਿ ਰਿਹਾ ਹੈ, 2 ਸਾਲ ਤੋਂ ਰਹਿ ਰਿਹਾ ਹੈ, 10 ਸਾਲ ਤੋਂ ਰਹਿ ਰਿਹਾ, ਤੁਸੀਂ ਫਿਰ ਵੀ ਉਹਨੂੰ ਰੋਟੀ ਦਿੰਦੇ ਹੋ, ਫਿਰ ਵੀ ਤੁਸੀਂ ਉਹਨੂੰ ਖਾਣਾ ਦਿੰਦੇ ਹੋ, ਤੇ ਇਹਦਾ ਮਤਲਬ ਤੁਹਾਡਾ ਪਿਆਰਾ ਹੈ, ਤਾਂ ਹੀ ਇੰਨੀ ਦੇਰ ਤੋਂ ਬੈਠਾ। ਨਹੀਂ ਤਾਂ ਬੰਦਾ ਦੂਜੇ ਦਿਨ ਹੀ ਕਹੇ ਚੱਲ ਭਈ ਆਪਣੇ ਘਰ। ਪਿਆਰ ਹੈ ਤਾਂ ਹੀ ਹੈ ਨਾ। ਤਾਂ ਇਹ ਦੁਨੀਆ ਕਿਹਦਾ ਘਰ ਹੈ? ਇਹ ਸੰਸਾਰ ਕਿਹਦਾ ਘਰ ਹੈ? ਇਹ ਉਸ ਮਾਲਿਕ ਦਾ ਘਰ ਹੈ। ਤਾਂ ਜੇ ਉਹਨਾਂ ਆਪਣੇ ਘਰ 'ਚ ਇੰਨੇ ਸਾਲ ਤੋਂ ਸਾਨੂੰ ਸਭ ਕੁਝ ਦੇ ਰਿਹਾ, ਤੇ ਇਹਦਾ ਮਤਲਬ ਕਿੰਨਾ ਸਾਡੇ ਨਾਲ ਪਿਆਰ ਕਰਦਾ ਹੋਏਗਾ, ਕਿੰਨੀ ਸਾਡੀ ਫਿਕਰ ਕਰਦਾ ਹੋਏਗਾ, ਕਿ ਇੰਨਾ ਪਿਆਰ, ਇੰਨੀ ਫਿਕਰ ਕਿ ਤੁਸੀਂ ਉਹਨੂੰ ਯਾਦ ਕਰਨਾ ਭੁੱਲ ਜਾਂਦੇ ਹੋ, ਪਰ ਉਹ ਤੁਹਾਨੂੰ ਰਿਜ਼ਕ ਦੇਣਾ ਨਹੀਂ ਭੁੱਲਦਾ। ਕਿੰਨਾ ਪ੍ਰੇਮ ਕਰਦਾ ਉਹ ਮਾਲਿਕ ਸਾਡੇ ਨਾਲ। ਇਸ ਲਈ ਸਾਨੂੰ ਆਪਣੇ ਉਹ ਮਾਲਿਕ ਤੇ ਵਿਸ਼ਵਾਸ ਹੋਣਾ ਚਾਹੀਦਾ ਹੈ, ਉਹ ਮਾਲਿਕ ਤੇ ਯਕੀਨ ਹੋਣਾ ਚਾਹੀਦਾ ਹੈ ਕਿ ਮੇਰਾ ਮਾਲਿਕ ਮੇਰੇ ਨਾਲ ਹੈ, ਕਿਉਂਕਿ ਆਖਰ ਹੈ ਤਾਂ ਸਭ ਕੁਝ ਉਹਦਾ ਹੀ। ਇੱਥੇ ਹਜ਼ਰਤ ਮੂਸਾ ਦੇ ਜੀਵਨ ਦੀ, ਮੂਸਾ ਇੱਕ ਪੈਗੰਬਰ ਹੋਏ ਆ, ਖੁਦਾ ਦੇ, ਰੱਬ ਦੇ ਪੈਗੰਬਰ ਹੋਏ ਆ। ਉਹਨਾਂ ਦੇ ਜੀਵਨ ਦੀ ਕਹਾਣੀ ਯਾਦ ਆ ਗਈ ਸਾਨੂੰ ਕਿ ਸਭ ਕੁਝ ਕਿਹਦਾ ਹੈ। ਕਹਿੰਦੇ ਕਿ ਮੂਸਾ ਦੇ ਕੋਲ 2 ਨੌਜਵਾਨ ਆਏ ਲੜਦੇ ਹੋਏ, ਉਹਨਾਂ ਦਾ ਝਗੜਾ ਖਤਮ ਕਰਨ ਵਾਸਤੇ ਉਹਨਾਂ ਨੂੰ ਮੂਸਾ ਕੋਲ ਲਿਆਂਦਾ ਗਿਆ। ਦੋਨੇ ਬੜੀ ਬੁਰੀ ਤਰ੍ਹਾਂ ਇੱਕ ਦੂਜੇ ਨਾਲ ਲੜ ਰਹੇ ਸੀ। ਲੋਕ ਫੜ ਕੇ ਮੂਸਾ ਦੇ ਕੋਲ ਲਿਆਏ, ਤਾਂ ਹਜ਼ਰਤ ਮੂਸਾ ਨੇ, ਖੁਦਾ ਦੇ ਪੈਗੰਬਰ ਨੇ ਪੁੱਛਿਆ ਨੌਜਵਾਨਾਂ ਨੂੰ, ਲੜ ਕਿਉਂ ਰਹੇ ਹੋ ਤੁਸੀਂ? ਤਾਂ ਉਸ ਲਈ ਇੱਕ ਨੌਜਵਾਨ ਨੇ ਦੱਸਿਆ ਕਿ ਮਹਾਰਾਜ ਇੱਕ ਜ਼ਮੀਨ ਹੈ, ਜ਼ਮੀਨ ਦਾ ਟੁਕੜਾ ਹੈ, ਮੈਂ ਇੰਨੇ ਸਾਲਾਂ ਤੋਂ ਉਹਨੂੰ ਬਾਹ ਰਿਹਾ ਹਾਂ, ਮੇਰੀ ਹੈ, ਪਰ ਅੱਜ ਇਹ ਆ ਕੇ ਕਬਜ਼ਾ ਕਰਕੇ ਬਹਿ ਗਿਆ, ਕਹਿੰਦਾ ਮੇਰੀ ਹੈ। ਕਿਉਂਕਿ ਉਸ ਵੇਲੇ ਰਜਿਸਟਰੀਆਂ ਨਹੀਂ ਹੁੰਦੀਆਂ ਸੀ, ਉਸ ਵੇਲੇ ਇੰਤਕਾਲਾਂ ਨਹੀਂ ਹੁੰਦੀਆਂ ਸੀ, ਉਸ ਵੇਲੇ ਤਾਂ ਬਸ ਜਿਹਨਾਂ ਮੰਨ ਲਿਆ ਜਿਹਦਾ ਕਬਜ਼ਾ ਹੋ ਗਿਆ ਉਹਦੀ। ਉਹ ਕਹਿੰਦਾ ਮਹਾਰਾਜ ਜ਼ਮੀਨ ਮੇਰੀ, ਕਬਜ਼ਾ ਇਹ ਕਰੀ ਜਾਂਦਾ। ਦੂਜਾ ਕਹਿੰਦਾ ਨਹੀਂ ਮਹਾਰਾਜ ਜ਼ਮੀਨ ਮੇਰੀ ਹੈ, ਇਹਦੀ ਨਹੀਂ ਹੈ, ਇਹ ਕਬਜ਼ਾ ਕਰ ਰਿਹਾ, ਝੂਠ ਬੋਲ ਰਿਹਾ ਹੈ। ਹੁਣ ਦੋਨੇ ਹੀ ਇੱਕ ਦੂਜੇ ਤੇ ਇਲਜ਼ਾਮ ਲਾ ਰਹੇ ਕਿ ਇਹ ਝੂਠ ਬੋਲ ਰਿਹਾ, ਇਹ ਝੂਠ ਬੋਲ ਰਿਹਾ। ਤਾਂ ਸਾਰੇ ਲੋਕ ਪਰੇਸ਼ਾਨ ਹੋ ਗਏ ਕਿ ਮਹਾਰਾਜ ਹੁਣ ਪਤਾ ਕਿੱਦਾਂ ਲੱਗੇ ਜ਼ਮੀਨ ਕਿਹਦੀ ਹੈ। ਤਾਂ ਮੂਸਾ ਕਹਿੰਦੇ ਕਿ ਤੁਹਾਡੇ ਵਾਸਤੇ ਮੁਸ਼ਕਿਲ ਹੋਏਗਾ, ਮੈਂ ਰੱਬ ਦਾ ਪੈਗੰਬਰ ਹਾਂ, ਮੇਰੇ ਵਾਸਤੇ ਕੁਝ ਮੁਸ਼ਕਿਲ ਨਹੀਂ ਹੈ, ਚਲੋ ਮੈਨੂੰ ਉਹ ਜ਼ਮੀਨ ਕੋ ਲੈ ਚਲੋ ਜਿਹਦੇ ਵਾਸਤੇ ਤੁਸੀਂ ਦੋਨੇ ਲੜਦੇ ਹੋ। ਧਿਆਨ ਦੇ ਕੇ ਸੁਣਨਾ, ਇਹ ਬੜੇ ਗਿਆਨ ਦੀ ਗੱਲ ਹੈ। ਮੂਸਾ ਕਹਿੰਦੇ ਚਲੋ ਮੈਨੂੰ ਲੈ ਚਲੋ ਜ਼ਮੀਨ ਦੇ ਟੁਕੜੇ ਕੋ, ਉਹ ਜ਼ਮੀਨ ਦੇ ਟੁਕੜੇ ਕੋ ਜਿਹਦੇ ਪਿੱਛੇ ਦੋਨੇ ਲੜ ਰਹੇ ਆ। ਹੁਣ ਲੈ ਗਏ ਉਹ ਜ਼ਮੀਨ ਦੇ ਟੁਕੜੇ ਕੋ, ਚਲਦੇ ਚਲਦੇ ਉੱਥੇ ਪਹੁੰਚ ਗਏ, ਕਹਿੰਦੇ ਮਹਾਰਾਜ ਆਹ ਜ਼ਮੀਨ ਹੈ। ਉਹ ਕਹਿੰਦਾ ਜੀ ਇਹ ਮੇਰੀ ਹੈ, ਦੂਜਾ ਕਹਿੰਦਾ ਜੀ ਮੇਰੀ ਹੈ। ਹੁਣ ਮੂਸਾ ਜ਼ਮੀਨ ਤੇ ਖੜ ਕੇ ਉਹਨਾਂ ਨੇ ਜ਼ੋਰ ਨਾਲ ਜ਼ਮੀਨ ਤੇ ਪੈਰ ਮਾਰਿਆ। ਪੈਰ ਮਾਰ ਕੇ ਪਤਾ ਕੀ ਕਿਹਾ? ਕਹਿੰਦੇ ਮੈਂ ਤੁਹਾਡੀ ਨਹੀਂ ਸੁਣਨੀ ਦੋਨਾਂ ਦੀ, ਮੈਂ ਖੁਦਾ ਦਾ ਪੈਗੰਬਰ ਹਾਂ, ਮੈਂ ਜ਼ਮੀਨ ਦੀ ਸੁਣੂਗਾ, ਜ਼ਮੀਨ ਕਿਹਦੀ ਹੈ। ਕਹਿੰਦੇ ਪੈਰ ਮਾਰਿਆ ਜ਼ਮੀਨ ਤੇ ਕਿ ਇਹ ਜ਼ਮੀਨ ਤੂੰ ਦੱਸ, ਤੂੰ ਇਹਨਾਂ ਦੋਨਾਂ ਚੋਂ ਕਿਹਦੀ ਹੈ। ਤਾਂ ਜ਼ਮੀਨ ਚੋਂ ਆਵਾਜ਼ ਆਈ, ਕਹਿੰਦੀ ਐ ਪੈਗੰਬਰ ਮੂਸਾ, ਪੁੱਛ ਰਿਹਾ ਮੈਂ ਕਿਹਦੀ ਆ, ਨਾ ਮੈਂ ਉਹਦੀ ਆ ਤਾਂ ਨਾ ਮੈਂ ਇਹਦੀ ਆ। ਜਿਸਨੇ ਮੈਨੂੰ ਪੈਦਾ ਕੀਤਾ ਮੈਂ ਤਾਂ ਉਹਦੀ ਆ, ਉਹ ਰੱਬ ਦੀ ਆ। ਇਹ ਤਾਂ ਦੋਨੇ ਆਪਣਾ ਕਬਜ਼ਾ ਮੇਰੇ ਤੇ ਕਰ ਰਹੇ, ਪਰ ਮੈਂ ਤਾਂ ਉਹਦੀ ਆ। ਜ਼ਰਾ ਗੌਰ ਕਰਨਾ ਕੀ ਕਿਹਾ ਉਹਨਾਂ, ਨਾ ਮੈਂ ਉਹਦੀ ਆ ਨਾ ਮੈਂ ਇਹਦੀ ਆ। ਜਿਸਨੇ ਮੈਨੂੰ ਬਣਾਇਆ ਹੈ ਮੈਂ ਤਾਂ ਉਸ ਰੱਬ ਦੀ ਆ। ਪਰ ਇੰਨੀ ਗੱਲ ਮੈਂ ਕਹਿ ਰਹੀ ਆ ਕਿ ਮੈਂ ਇਹਨਾਂ ਦੀ ਨਹੀਂ ਆ, ਪਰ ਇੱਕ ਦਿਨ ਇਹਨਾਂ ਨੇ ਮੇਰੇ ਕੋਲ ਜ਼ਰੂਰ ਆਣਾ ਹੈ। ਤਾਂ ਫਿਰ ਜਿਹੜਾ ਹੋਏਗਾ ਸੱਚਾ, ਬੋਲੋ ਸਮਝਦੇ ਹੋ ਕਿ ਨਹੀਂ, ਜਿਹੜਾ ਸੱਚ ਬੋਲਦਾ ਹੈ ਉਹਨੂੰ ਮੈਂ ਮਜ਼ਾ ਦੇਣਾ ਹੈ, ਤਾਂ ਜਿਹੜਾ ਝੂਠ ਬੋਲਦਾ ਉਹਨੂੰ ਮੈਂ ਸਜ਼ਾ ਦੇਣੀ ਹੈ। ਕਿਉਂਕਿ ਰੱਬ ਦੇ ਘਰ ਦਾ ਅਸੂਲ ਹੈ ਕਿ ਸੱਚਾ ਉਹਦੇ ਘਰ ਬਖਸ਼ਿਆ ਜਾਂਦਾ, ਝੂਠਾ ਉਹਦੇ ਘਰ ਤਕਲੀਫ ਪਾਉਂਦਾ ਹੈ, ਦੁੱਖ ਪਾਉਂਦਾ ਹੈ। ਹੁਣ ਜਦੋਂ ਇੰਨੀ ਗੱਲ ਕਹੀ, ਤਾਂ ਜਦੋਂ ਨੌਜਵਾਨਾਂ ਨੇ ਸੁਣਿਆ ਜ਼ਮੀਨ ਦੀ ਆਵਾਜ਼, ਤਾਂ ਕਹਿੰਦੇ ਇੱਕ ਤਾਂ ਥਰ ਥਰ ਕੰਬਣ ਲੱਗ ਪਿਆ, ਕਿਉਂਕਿ ਡਰ ਹਮੇਸ਼ਾ ਝੂਠੇ ਨਹੀਂ ਹੁੰਦਾ। ਜਿੱਦਾਂ ਸਮਝ ਲਓ ਇੱਕ ਚੋਰ ਹੈ ਤੇ ਇੱਕ ਵਿਚਾਰਾ ਸ਼ਰੀਫ ਹੈ। ਜਦੋਂ ਪੁਲਿਸ ਵਾਲਾ ਆ ਕੇ ਪੁੱਛੇਗਾ ਕੌਣ ਚੋਰ ਹੈ, ਤਾਂ ਲੱਤਾਂ ਉਹਦੀਆਂ ਕੰਬਣੀਆਂ ਜਿਹਨਾਂ ਚੋਰੀ ਕੀਤੀ ਹੈ। ਹੁਣ ਮੂਸਾ ਨੇ ਜਦੋਂ ਦੇਖਿਆ ਤਾਂ ਕਹਿੰਦੇ ਤੂੰ ਝੂਠ ਬੋਲ ਰਿਹਾ ਸੀ,
ਉਹ ਡਰ ਕਰ ਜ਼ਮੀਨਾਂ ਪਿੱਛੇ ਮਕਾਨਾਂ ਪਿੱਛੇ ਤੂੰ ਆਪਣੇ ਰੱਬ ਨੂੰ ਭੁਲਾ ਕੇ ਬੈਠਾ ਆ। ਅੱਜ ਤੁਸੀਂ ਮੇਰਾ ਮੇਰਾ ਕਰਦੇ ਹੋ, ਇੱਕ ਦਿਨ ਤੁਸੀਂ ਮੁੱਕ ਜਾਣਾ ਹੈ, ਸਭ ਕੁਝ ਇੱਥੇ ਰਹਿ ਜਾਣਾ ਹੈ, ਕਿਉਂਕਿ ਕੁਝ ਵੀ ਇੱਥੇ ਇਨਸਾਨ ਦਾ ਨਹੀਂ ਹੈ, ਸਭ ਕੁਝ ਉਹਦਾ ਹੀ ਤਾਂ ਉਹਦਾ ਹੀ ਰਹਿਣਾ ਹੈ। ਸਮਝ ਆ ਰਹੀ ਕਿ ਨਹੀਂ? ਇਸ ਕਰਕੇ ਕਿਹਾ ਜਾਂਦਾ ਹੈ ਕਿ ਸਭ ਨਾਲ ਪ੍ਰੇਮ ਕਰੋ, ਇਹ ਚੀਜ਼ਾਂ ਦੇ ਕਰਕੇ ਇੱਕ ਦੂਜੇ ਨਾਲ ਝਗੜੇ ਨਾ ਕਰੋ, ਫਸਾਦ ਨਾ ਕਰੋ, ਲੜਾਈਆਂ ਨਾ ਕਰੋ, ਕਿਉਂਕਿ 4 ਦਿਨ ਜ਼ਿੰਦਗੀ ਦੇ ਇਹਨੂੰ ਰਲ ਮਿਲ ਕੇ ਪਿਆਰ ਨਾਲ ਗੁਜ਼ਾਰ ਲਈਏ ਤਾਂ ਉਹੀ ਜ਼ਿੰਦਗੀ ਹੈ, ਉਹ 'ਚ ਜੀਵਨ ਦਾ ਮਜ਼ਾ ਹੈ। ਹੁਣ ਜ਼ਰਾ ਸਮਝਣਾ, ਇੱਧਰ ਜਿੱਦਾਂ ਦੱਸਿਆ ਕਿ ਮੁਸ਼ਕਿਲ ਆਂਦੀ ਹੈ ਤਾਂ ਸਾਰੇ ਦਰਵਾਜ਼ੇ ਬੰਦ ਹੋ ਜਾਂਦੇ, ਬਸ ਇੱਕੋ ਮਾਲਿਕ ਦਾ ਦਰਵਾਜ਼ਾ ਹੀ ਖੁੱਲਾ ਰਹਿੰਦਾ ਹੈ। ਇਸ ਲਈ ਜਦੋਂ ਪਤਾ ਕਿ ਮੁਸ਼ਕਿਲ ਵਿੱਚ ਉਹਨੇ ਹੀ ਸਾਡੇ ਕੰਮ ਆਣਾ ਤਾਂ ਪਹਿਲਾਂ ਹੀ ਉਹਦੇ ਨਾਲ ਇਹ ਦਿਲ ਦੀ ਤਾਰ ਨੂੰ ਜੋੜ ਕੇ ਰੱਖੀਏ। ਸਮਝਦੇ ਹੋ ਕਿ ਨਹੀਂ? ਹੁਣ ਕਹਿੰਦੇ ਇਹ ਆਦਮੀ ਤੁਰ ਪਿਆ ਕਟੋਰੀ ਲੈ ਕੇ, ਸ਼ਹਿਦ ਲੱਭਣ ਵਾਸਤੇ ਕਈ ਦਰਵਾਜ਼ੇ ਖੜਕਾਏ। ਕਿਸੇ ਨੇ ਕਿਹਾ ਸ਼ਹਿਦ ਹੈ ਹੀ ਨਹੀਂ, ਤਾਂ ਕਿਸੇ ਨੇ ਕਿਹਾ ਮੈਂ ਤੈਨੂੰ ਕਿਉਂ ਦੇਵਾਂ, ਤੂੰ ਹੈ ਕੌਣ, ਤੈਨੂੰ ਜਾਣਦੇ ਨਹੀਂ, ਤੈਨੂੰ ਕਿਉਂ ਸ਼ਹਿਦ ਦਈਏ। ਹੁਣ ਵਿਚਾਰਾ ਪਰੇਸ਼ਾਨ ਹੋ ਗਿਆ, ਕਿਉਂਕਿ ਤਕਲੀਫ ਬੜੀ ਹੈ ਸਰੀਰ 'ਚ, ਸ਼ਹਿਦ ਕਿਤੇ ਉਹ ਮਿਲ ਨਹੀਂ ਰਿਹਾ। ਸੋ ਲੱਭਦਾ ਲੱਭਦਾ ਪੂਰੇ ਨਗਰ 'ਚ ਘੁੰਮ ਲਿਆ, ਪਰ ਕਿਤੇ ਉਹ ਸ਼ਹਿਦ ਨਹੀਂ ਮਿਲਿਆ। ਆਖਰ ਬਾਦਸ਼ਾਹ ਦੇ ਮਹਿਲ ਦੇ ਸਾਹਮਣੇ ਦੀ ਗੁਜ਼ਰ ਰਿਹਾ ਹੈ, ਕਿਉਂਕਿ ਉਸੇ ਨਗਰ ਵਿੱਚ ਬਾਦਸ਼ਾਹ ਦਾ ਮਹਿਲ ਵੀ ਸੀ। ਜਦੋਂ ਬਾਦਸ਼ਾਹ ਦੇ ਮਹਿਲ ਦੇ ਮੋੜ ਦੀ ਗੁਜ਼ਰਿਆ ਤਾਂ ਉਸਲੇ ਉਹਦੇ ਮਨ 'ਚ ਆਇਆ ਕਿ ਸਾਰੇ ਨਗਰ 'ਚੋਂ ਤਾਂ ਨਾ ਹੋ ਗਈ, ਇੱਕ ਵਾਰ ਬਾਦਸ਼ਾਹ ਦੇ ਮਹਿਲ 'ਚੋਂ ਵੀ ਪੁੱਛ ਲਵਾਂ, ਸ਼ਾਇਦ ਇੱਥੋਂ ਹੀ ਮਿਲ ਜਾਵੇ, ਕਿਉਂਕਿ ਮੇਰੀ ਵੀ ਜ਼ਿੰਦਗੀ ਔਰ ਮੌਤ ਦਾ ਸਵਾਲ ਹੈ। ਜੇ ਨਾ ਮਿਲਿਆ ਤਾਂ ਮੇਰੇ ਦਰਦ ਨਾਲ ਮੇਰੀ ਜਾਨ ਲੈ ਲੈਣੀ ਹੈ। ਇਸ ਲਈ ਹਿੰਮਤ ਕੀਤੀ। ਸਾਹਮਣੇ ਇੱਕ ਸੈਨਿਕ ਸੀ, ਸ਼ਾਮ ਦਾ ਸਮਾਂ, ਸਾਹਮਣੇ ਸੈਨਿਕ, ਤਾਂ ਸੈਨਿਕ ਨੂੰ ਕਹਿ ਰਿਹਾ ਹੈ ਭਾਈ ਮੈਨੂੰ ਥੋੜਾ ਜਿਹਾ ਸ਼ਹਿਦ ਦੇ ਦੇ, ਇੰਨਾ ਕੁ ਕੋਲੀ ਭਰ ਸ਼ਹਿਦ ਚਾਹੀਦਾ ਹੈ, ਕਿਉਂਕਿ ਮੈਂ ਦਵਾਈ ਤਿਆਰ ਕਰਨੀ ਹੈ। ਵੈਦ ਨੇ ਕਿਹਾ ਇੱਕ ਕੋਲੀ ਸ਼ਹਿਦ ਦੀ ਲਿਆ, ਤੈਨੂੰ ਦਵਾਈ ਦੇ ਦੂੰ, ਤੇਰੇ ਸਾਰੇ ਦੁੱਖ ਦੂਰ ਹੋ ਜਾਣਗੇ, ਇੱਕ ਸ਼ਹਿਦ ਦੀ ਕੋਲੀ ਲਿਆ ਦੋ, ਕਿਉਂਕਿ ਪਤਾ ਸੀ ਮਹਿਲ 'ਚ ਤਾਂ ਕੋਈ ਕਮੀ ਹੋ ਨਹੀਂ ਸਕਦੀ। ਤਾਂ ਅੱਗੇ ਉਹ ਸੈਨਿਕ ਕੀ ਕਹਿੰਦਾ ਹੈ, ਕਹਿੰਦਾ ਚੱਲ ਚੱਲ ਪਿੱਛੇ, ਇਹ ਮੰਗਣ ਦਾ ਟਾਈਮ ਹੈ, ਕਿੱਥੇ ਮੰਗਣਾ ਹੈ, ਚੱਲ ਪਿੱਛੇ ਹੋ। ਹਾਲੇ ਉਹ ਡਾਂਟ ਰਿਹਾ ਸੀ। ਕੁਦਰਤੀ ਉਹ ਸ਼ਾਮ ਦਾ ਸਮਾਂ, ਬਾਦਸ਼ਾਹ ਸੈਰ ਕਰਨ ਵਾਸਤੇ ਮਹਿਲ 'ਚੋਂ ਬਾਹਰ ਆ ਰਿਹਾ ਸੀ। ਬਾਦਸ਼ਾਹ ਦੀ ਨਜ਼ਰ ਪੈ ਗਈ ਕਿ ਉਹ ਸਾਹਮਣੇ ਕੋਈ ਆਦਮੀ ਖੜਾ ਜਿਹਨੂੰ ਸੈਨਿਕ ਡਾਂਟ ਕੇ ਪਾਸੇ ਕਰ ਰਿਹਾ, ਪਿੱਛੇ ਨੂੰ ਕਰ ਰਿਹਾ ਹੈ। ਬਾਦਸ਼ਾਹ ਨੇ ਪੁੱਛਿਆ ਸੈਨਿਕ ਨੂੰ, ਹਾਂ ਵੀ ਕੀ ਗੱਲ ਹੋ ਰਹੀ ਸੀ, ਕੌਣ ਸੀ ਉਹ? ਕਹਿੰਦਾ ਮਾਰੇ ਕੋਈ ਮੰਗਣ ਵਾਲਾ ਸੀ, ਕਹਿੰਦਾ ਮੈਨੂੰ ਸ਼ਹਿਦ ਚਾਹੀਦਾ ਹੈ, ਵੈਦ ਨੇ ਕਿਹਾ ਦਵਾਈ ਤਿਆਰ ਕਰਨੀ ਹੈ, ਪੂਰੇ ਪਿੰਡ 'ਚੋਂ ਪੂਰੇ ਨਗਰ 'ਚੋਂ ਨਹੀਂ ਮਿਲਿਆ, ਤਾਂ ਤੁਸੀਂ ਮੈਨੂੰ ਸ਼ਹਿਦ ਦੇ ਦਿਓ। ਬਾਦਸ਼ਾਹ ਕਹਿੰਦਾ ਅੱਛਾ ਬੁਲਾਓ ਜ਼ਰਾ ਉਸਨੂੰ। ਸਾਹਮਣੇ ਖੜਾ ਸੀ, ਉਹ ਆ ਗਿਆ। ਬਾਦਸ਼ਾਹ ਕਹਿੰਦੇ ਹਾਂ ਦੱਸ ਕੀ ਗੱਲ ਹੈ? ਕਹਿੰਦਾ ਮਹਾਰਾਜ ਮੈਨੂੰ ਇੱਕ ਕੋਲੀ ਸ਼ਹਿਦ ਦੀ ਚਾਹੀਦੀ ਹੈ। ਡਰਦੇ ਡਰਦੇ ਨੇ ਕਿਹਾ ਕਿਉਂਕਿ ਮੇਰੀ ਇੱਕ ਬਿਮਾਰੀ ਹੈ। ਵੈਦ ਕਹਿੰਦਾ ਮੇਰੇ ਕੋਲ ਸਾਰਾ ਸਮਾਨ ਹੈ, ਬਸ ਸ਼ਹਿਦ ਹੈ ਨਹੀਂ ਜਿਹ 'ਚ ਮਿਲਾ ਕੇ ਤੈਨੂੰ ਦਵਾਈ ਦੇਣੀ ਹੈ। ਸੋ ਮਹਾਰਾਜ ਪੂਰੇ ਨਗਰ 'ਚ ਘੁੰਮ ਲਿਆ, ਕਿਤੇ ਉਹ ਸ਼ਹਿਦ ਨਹੀਂ ਮਿਲਿਆ। ਸੋਚਿਆ ਬਾਦਸ਼ਾਹ ਦਾ ਦਰਬਾਰ ਹੈ, ਉੱਥੇ ਦਾ ਸ਼ਹਿਦ ਜ਼ਰੂਰ ਹੋਏਗਾ, ਕੋਲੀ ਸ਼ਹਿਦ ਦੀ ਮਿਲ ਜਾਵੇ ਤਾਂ ਤੁਹਾਡਾ ਬਹੁਤ ਅਹਿਸਾਨ ਹੋਏਗਾ। ਜਦੋਂ ਇੰਨੀ ਗੱਲ ਕਹੀ ਹੱਥ ਜੋੜ ਕੇ ਉਹਨਾਂ, ਤਾਂ ਬਾਦਸ਼ਾਹ ਨੇ ਨਾਲ ਹੀ ਉਹਦਾ ਵਜ਼ੀਰ ਸੀ, ਵਜ਼ੀਰ ਨੂੰ ਕਿਹਾ ਕਿ ਇਹ ਵਜ਼ੀਰ ਇਹਨੂੰ 7 ਘੜੇ ਸ਼ਹਿਦ ਦੇ ਦਿਓ, 7 ਮਟਕੇ, ਮਟਕਾ ਸਮਝਦੇ ਨਾ ਘੜਾ, ਕਹਿੰਦੇ 7 ਘੜੇ ਇਹਨੂੰ ਸ਼ਹਿਦ ਦੇ ਦਿਓ। ਉਹ ਵਜ਼ੀਰ ਕਹਿੰਦਾ ਮਹਾਰਾਜ ਉਹਨੇ ਇੱਕ ਕੋਲੀ ਮੰਗੀ ਹੈ, ਆ ਛੋਟੀ ਜਿਹੀ ਤਾਂ ਕੋਲੀ ਉਹਦੇ ਕੋਲ, ਤੁਸੀਂ ਉਹਨੂੰ 7 ਘੜੇ ਦੇ ਰਹੇ ਹੋ ਮਟਕੇ, ਉਹਦੀ ਜ਼ਰੂਰਤ ਇੱਕ ਕੋਲੀ ਹੈ ਔਰ ਤੁਸੀਂ 7 ਮਟਕੇ ਉਹਨੂੰ ਕਿਉਂ ਦੇ ਰਹੇ ਹੋ? ਹੁਣ ਜ਼ਰਾ ਧਿਆਨ ਦੇਣਾ, ਗੱਲ ਸਮਝਣਾ ਕਿ ਉਹਦੀ ਜ਼ਰੂਰਤ ਇੱਕ ਕੋਲੀ ਹੈ, ਉਹਨੂੰ ਇੱਕ ਕੋਲੀ ਚਾਹੀਦੀ ਸ਼ਹਿਦ ਦੀ, ਤੁਸੀਂ ਉਹਨੂੰ 7 ਮਟਕੇ ਕਿਉਂ ਦੇ ਰਹੇ ਹੋ? ਤਾਂ ਉਸ ਲਈ ਬਾਦਸ਼ਾਹ ਨੇ ਕਿਹਾ ਉਹ ਗਰੀਬ ਹੈ, ਇਸ ਲਈ ਉਹ ਆਪਣੀ ਹੈਸੀਅਤ ਦੇ ਮੁਤਾਬਿਕ ਮੰਗ ਰਿਹਾ ਹੈ, ਤਾਂ ਮੈਂ ਬਾਦਸ਼ਾਹ ਹਾਂ, ਇਸ ਲਈ ਮੈਂ ਆਪਣੀ ਹੈਸੀਅਤ ਦੇ ਮੁਤਾਬਿਕ ਉਹਨੂੰ ਦੇ ਰਿਹਾ। ਕਿਉਂਕਿ ਆਇਆ ਹੋਵੇ ਬਾਦਸ਼ਾਹ ਦੇ ਘਰ, ਇੱਕ ਕੋਲੀ ਲੈ ਕੇ ਜਾਵੇ ਤਾਂ ਸ਼ਰਮ ਦੀ ਗੱਲ ਹੈ ਮੇਰੇ ਵਾਸਤੇ ਕਿ ਬਾਦਸ਼ਾਹ ਨੇ ਕੋਲੀ ਸ਼ਹਿਦ ਦੀ ਦਿੱਤੀ। ਉਹ ਬਾਦਸ਼ਾਹ ਦੇ ਦਰ ਤੇ ਆਇਆ ਹੈ, ਉਹ ਤਾਂ ਮੰਗਤਾ ਹੈ, ਉਹਨੇ ਆਪਣੀ ਹੈਸੀਅਤ ਦੇ ਹਿਸਾਬ ਨਾਲ ਮੰਗਣਾ ਹੈ। ਉਹ ਮੈਂ ਬਾਦਸ਼ਾਹ, ਮੈਂ ਆਪਣੀ ਹੈਸੀਅਤ ਦੇ ਹਿਸਾਬ ਨਾਲ ਦੇਣਾ ਹੈ, ਦਿਓ 7 ਮਟਕੇ, ਕਿਉਂਕਿ ਮੇਰੇ ਵਾਸਤੇ 7 ਮਟਕੇ ਨਥਿੰਗ, ਕੁਝ ਵੀ ਹੈ ਨਹੀਂ। ਜਿੱਦਾਂ ਸਮੁੰਦਰ 'ਚ ਕੋਈ ਪਾਣੀ ਦੀ ਬਾਲਟੀ ਭਰ ਲਵੇ ਤਾਂ ਸਮੁੰਦਰ ਨੂੰ ਕੋਈ ਫਰਕ ਨਹੀਂ ਪੈਂਦਾ, ਜੇ 7 ਮਟਕੇ ਦੇ ਵੀ ਦਿੱਤੇ ਮੈਨੂੰ ਕੋਈ ਫਰਕ ਨਹੀਂ ਪੈਣਾ। ਪਰ ਦੁਨੀਆ ਤੇ ਗੱਲ ਹੋਏਗੀ ਕੀ ਕਿ ਬਾਦਸ਼ਾਹ ਦਰਬਾਰ ਤੇ ਕੋਲੀ ਲੈ ਕੇ ਗਿਆ ਸੀ ਤਾਂ 7 ਮਟਕੇ ਲੈ ਕੇ ਆਇਆ। ਸਿਫਤ ਕਿਹਦੀ ਹੋਣੀ ਹੈ? ਬਾਦਸ਼ਾਹ ਦੀ। ਇਸ ਲਈ ਤੁਹਾਨੂੰ ਇਹ ਗੱਲ ਕਿਉਂ ਦੱਸੀ ਕਿ ਤੁਸੀਂ ਵੀ ਇਹ ਸੋਚੋ ਕਿ ਜਦ ਵੀ ਮਾਲਿਕ ਦੇ ਦਰ ਤੇ ਜਾਈਏ, ਪ੍ਰੇਮ ਨਾਲ ਜਾਈਏ, ਵਿਸ਼ਵਾਸ ਨਾਲ ਜਾਈਏ, ਪੂਰੀ ਸ਼ਰਧਾ ਨਾਲ ਜਾਈਏ। ਜੇ ਪ੍ਰੇਮ ਅੰਦਰ ਹੋਏਗਾ ਤਾਂ ਯਾਦ ਰੱਖੋ ਮੰਗਣੀ ਤੁਸੀਂ ਕੋਲੀ ਹੈ ਤਾਂ ਮਿਲਣੇ ਤੁਹਾਨੂੰ ਭੰਡਾਰ ਹੈ, ਮਟਕੇ ਹੈ ਭਰ ਭਰ ਕੇ। ਕਿਉਂਕਿ ਮਾਲਿਕ ਨੇ ਕਹਿਣਾ ਇਹ ਤਾਂ ਆਪਣੀ ਸੋਚ ਨਾਲ ਮੰਗ ਰਿਹਾ, ਤਾਂ ਮੈਂ ਜੇ ਵੱਡ ਆਪ ਤੇ ਵੱਡ ਤੇਰੀ ਦਾਤ। ਕਹਿੰਦੇ ਜਿੱਡਾ ਵੱਡਾ ਦਾਤਾ ਆਪ ਹੈ, ਉਹਦੀਆਂ ਦਾਤਾਂ ਵੀ ਉੱਡੀਆਂ ਵੱਡੀਆਂ ਹੈ। ਉਹ ਦਾਤੇ ਦਾ ਕੋਈ ਅੰਤ ਨਹੀਂ, ਤੇ ਉਹਦੀਆਂ ਦਾਤਾਂ ਦਾ ਵੀ ਕੋਈ ਅੰਤ ਨਹੀਂ ਹੈ। ਇਸ ਲਈ ਜੁੜੋ ਉਸ ਦਾਤੇ ਨਾਲ
ਜਿਹੜਾ ਸਭ ਦੇ ਭੰਡਾਰ ਭਰਨ ਵਾਲਾ ਹੈ, ਸਭ ਨੂੰ ਰਿਜ਼ਕ ਦੇਣ ਵਾਲਾ ਹੈ, ਸਭ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰਨ ਵਾਲਾ ਹੈ। ਆਪਣੇ ਉਹ ਮਾਲਿਕ ਨਾਲ ਜੁੜੋ ਤੇ ਵਿਸ਼ਵਾਸ ਰੱਖੋ ਜੋ ਸਭ ਨੂੰ ਦੇ ਸਕਦਾ, ਤੁਹਾਡੀਆਂ ਝੋਲੀਆਂ ਵੀ ਭਰ ਸਕਦਾ ਹੈ। ਬਸ ਅੰਦਰ ਵਿਸ਼ਵਾਸ ਹੋਣਾ ਚਾਹੀਦਾ। ਵਿਸ਼ਵਾਸ ਹੈ ਜਾਂ ਨਹੀਂ? ਕਹਿ ਦਿਓ ਫਿਰ, ਮੈਨੂੰ ਮੇਰੇ ਮਾਲਿਕ ਤੇ ਪੂਰਾ, ਮੈਨੂੰ ਮੇਰੇ ਮਾਲਿਕ ਤੇ ਪੂਰਾ, ਮੈਨੂੰ ਮੇਰੇ ਮਾਲਿਕ ਤੇ ਪੂਰਾ। ਕਿਉਂਕਿ ਜਿਹੜਾ ਅੰਦਰ ਵਿਸ਼ਵਾਸ ਹੁੰਦਾ ਹੈ ਉਹ ਭਰਪੂਰ ਹੋ ਕੇ ਜਾਂਦੇ, ਉਹਨਾਂ ਨੂੰ ਜੀਵਨ 'ਚ ਕਮੀ ਕੋਈ ਰਹਿੰਦੀ ਨਹੀਂ ਹੈ। ਇਸ ਲਈ ਸਮਝ ਲੈਣਾ ਸਾਰਿਆਂ ने, मेरी बात बन गई है तेरी बात करते करते, तेरे दर पे आ गया हूं तुझे याद करते करते, किसी चीज की तलब ना है आरजू ही कोई, तूने इतना भर दिया है दामन जे भरते भरते, कि तू इन्ना भर दिता मैनू, जिदा गया सी कोली लैके तो इन्ना मिल गया, 7 मट गए, हुण ओहनू कमी रही नहीं है। वो कहंदा मैं तो इन्ना मंगिया सी, इत्थों तो इन्ना मिल गया। ਤਾਂ ਹੀ ਕਹਿੰਦੇ ਹੁਣ ਜਦੋਂ ਦਾ ਮਾਲਿਕ ਮੈਂ ਤੇਰਾ ਹੋ ਗਿਆ, ਜਦੋਂ ਦਾ ਮੈਂ ਤੈਨੂੰ ਆਪਣਾ ਬਣਾ ਲਿਆ, ਤਾਂ ਮੇਰੇ ਜੀਵਨ ਦੀਆਂ ਸਾਰੀਆਂ ਕਮੀਆਂ ਪੂਰੀਆਂ ਹੋ ਗਈਆਂ। ਅੱਜ ਮੈਂ ਕਹਿ ਸਕਦਾ ਕਿ ਹੁਣ ਮੈਨੂੰ ਕੋਈ ਕਮੀ ਨਹੀਂ ਹੈ, ਤੂੰ ਇੰਨਾ ਮੈਨੂੰ ਭਰ ਦਿੱਤਾ ਕਿ ਮੇਰੇ ਤੋਂ ਸੰਭਾਲਿਆ ਨਹੀਂ ਜਾ ਰਿਹਾ। ਔਰ ਅਗਲੀਆਂ ਲਾਈਨਾਂ 'ਚ ਕੀ ਕਿਹਾ ਹੈ? ਤੇਰੇ ਇਸ਼ਕ ਕੀ ਬਦੌਲਤ ਮੁਝੇ ਜ਼ਿੰਦਗੀ ਮਿਲੀ ਹੈ। ਜੇ ਸਾਨੂੰ ਇਹ ਜ਼ਿੰਦਗੀ ਮਿਲੀ ਹੈ ਨਾ, ਉਹਦੇ ਪਿਆਰ ਦੀ ਵਜ੍ਹਾ ਨਾਲ ਮਿਲੀ ਹੈ, ਕਿਉਂਕਿ ਉਹ ਸਾਨੂੰ ਪਿਆਰ ਕਰਦਾ, ਤਾਂ ਹੀ ਦੁਨੀਆ ਤੇ ਸਾਨੂੰ ਭੇਜਿਆ ਹੈ। ਸਮਝਦੇ ਹੋ ਕਿ ਨਹੀਂ? ਜਿਹਨੂੰ ਤੁਸੀਂ ਪਿਆਰ ਨਾ ਕਰਦੇ ਹੋਵੋ, ਉਹਨੂੰ ਤੁਸੀਂ ਦੇਖਣਾ ਪਸੰਦ ਕਰੋਗੇ, ਆਪਣੇ ਘਰ 'ਚ ਵੜਨਾ ਪਸੰਦ ਕਰੋਗੇ। ਆਹ ਬੰਦਾ ਮੇਰੇ ਘਰ ਨਹੀਂ ਆਣਾ ਚਾਹੀਦਾ, ਇਹਦੀ ਸ਼ਕਲ ਦੇਖਣੀ ਪਸੰਦ ਨਹੀਂ ਹੈ, ਮੈਨੂੰ ਨਫ਼ਰਤ ਹੈ ਇਹਦੇ ਨਾਲ। ਇਦਾਂ ਹੁੰਦੀ ਹੈ ਕਿ ਨਹੀਂ? ਵਿਆਹ ਸ਼ਾਦੀ ਆਂਦੀ, ਉਹ ਸਾਰਿਆਂ ਨੂੰ ਕਾਰਡ ਦੇਣੀ, ਉਹਨੂੰ ਕਾਰਡ ਨਹੀਂ ਦੇਣਾ, ਨਫ਼ਰਤ ਹੈ ਮੈਨੂੰ ਉਹਦੇ ਨਾਲ। ਜਿਹਦੇ ਨਾਲ ਬੰਦਾ ਨਫ਼ਰਤ ਕਰਦਾ, ਉਹਨੂੰ ਆਪਣੇ ਘਰ ਨਹੀਂ ਵੜਨ ਦਿੰਦਾ। ਤਾਂ ਜੇ ਤੁਹਾਨੂੰ ਰੱਬ ਨੇ ਆਪਣੇ ਸੰਸਾਰ 'ਚ ਭੇਜਿਆ ਹੈ, ਆਪਣੇ ਘਰ 'ਚ ਭੇਜਿਆ, ਤਾਂ ਜ਼ਰਾ ਸੋਚੋ ਤੁਹਾਡੇ ਨਾਲ ਕਿੰਨਾ ਪਿਆਰ ਕਰਦਾ, ਤਾਂ ਹੀ ਉਹਨਾਂ ਤੁਹਾਨੂੰ ਇਹ ਭੇਜਿਆ ਹੈ। ਜ਼ਰਾ ਸਮਝ ਲਓ। ਹੁਣ ਕੋਈ ਤੁਹਾਡਾ ਰਿਸ਼ਤੇਦਾਰ ਆਵੇ, ਕਵੇ ਲੈ ਭਾਈ ਆ ਘਰ ਦੀ ਚਾਬੀ, ਉਹ ਕੋਠੀ 'ਚ ਰਹਿ, 30 ਸਾਲ 40 ਸਾਲ 50 ਸਾਲ ਜਿੰਨੀ ਤੇਰੀ ਉਮਰ ਹੈ, ਰਹਿ ਉਹ ਕੋਠੀ 'ਚ। ਤਾਂ ਤੁਸੀਂ ਕਹਿਣਾ ਕਿੰਨਾ ਰਿਸ਼ਤੇਦਾਰ ਪਿਆਰ ਕਰਦਾ ਹੈ ਮੈਨੂੰ, ਕਿੰਨੀ ਮੇਰੇ ਨਾਲ ਮੁਹੱਬਤ ਕਰਦਾ, ਪੂਰੀ ਕੋਠੀ ਮੈਨੂੰ ਦੇ ਦਿੱਤੀ। ਸਾਰੀ ਜ਼ਿੰਦਗੀ ਅਸੀਂ ਉਹਦਾ ਅਹਿਸਾਨ ਮੰਨਣਾ ਹੈ, ਮੰਨਣਾ ਕਿ ਨਹੀਂ? ਧੰਨਵਾਦ ਹੈ ਰਿਸ਼ਤੇਦਾਰ ਦਾ ਜਿਹਨੇ ਐਡੀ ਵੱਡੀ ਕੋਠੀ, ਅਸੀਂ 1 ਰੁਪਿਆ ਨਹੀਂ ਖਰਚਿਆ, ਮੈਨੂੰ ਦੇ ਦਿੱਤੀ। ਧੰਨਵਾਦ ਹੈ ਰਿਸ਼ਤੇਦਾਰ ਦਾ, ਕਹਿਣਾ ਕਿ ਨਹੀਂ? ਜਵਾਬ ਦਿਓ ਸਾਨੂੰ। जरा सोचे कि रिश्तेदार 5 मरलियां च बनी कोठी तुहानू दे देवे, गिफ्ट कर देवे, तो तुसी ओहदा धन्नवाद करदे हो। ओ परमात्मा ने तुहानू किड्डी वड्डी जिंदगी दित्ती, किड्डे वड्डे संसार ते भेजिया तुहानू, कदी ओहदा भी धन्नवाद कीता तुसी? कि शुक्रिया परमात्मा तू सानू ये जिंदगी दित्ती है, जीवन दिता, ये संसार ते भेजिया, ओहदा शुक्र करो। जदों ओहदा शुकराना कर लिया, सिख लिया ना, तो फिर देखो ये शुक्र करना, विश्वास करना साडे जीवन दियां तारां नूं साडे रब नाल जोड़ दिंदियां है। और जदों ये तारां रब नाल जुड़ जांदियां तो साडे जीवन च खुशियां भी आनियां शुरू हो जांदियां है। इसलिए तेरे इश्क की बदौलत मुझे जिंदगी मिली है, हर सांस कर दूं अपना तेरे नाम मरते मरते। कि हुण तू मैनू जिंदगी दित्ती है मेरे मालिक, इसलिए मैं अपना हर साह तेरे नाम कर देवां। इसलिए हर साह नाल ओहदा शुक्र करो, हर साह नाल अपने रब नू याद करो। और आखिरलियां लाइनां च शायर ने की लिखिया है कि तेरा हो के जी रहा जो, तेरा हो के जी रहा जो, उसे मौत क्या डराए। जिदा ही दस्सिया ना लोकी मौत तो डर जाते हैं। आ करोना की गल की, लोकी डरते सी करोना तो, पर असीं क्यों नहीं डरे? पता क्यों नहीं डरे असीं? क्योंकि सारिਆਂ ने मास्क ला के घूमना, ग्लव्स पा के घूमना। पर पुछ लो लड़कियां नूं ਜਿਹੜੇ सेवादार रहंदे, एक दिन भी मास्क नहीं ला ਜਾਂਦੇ। हाँ चलो किते पुलिस वाले ने कहना मालको माड़े गड्डी च ला लो माड़े जे, पर वो भी माड़े उन्हां सामने लाना, फिर अगे ला देना असीं। समझदे हो कि नहीं? पर सानू एक लाण ਉਹ ਜਿਹੜੇ डरदे है, क्योंकि ਜਿਹੜਾ ਉਹਦਾ हो गया, तेरा हो के जी रहा जो, ਜਿਹੜਾ ਉਹਦਾ हो के जीदा है ना, उसे मौत क्या डराए। ਜਿਹੜਾ ਉਹਦਾ हो के जींदा है, ਉਹਨੂੰ अपना बना के जींदा, मौत तो नहीं डरदा। तेरा हो के जी रहा जो, उसे मौत क्या डराए, आती है पास उसके खुद मौत डरते डरते। मेरी बात बन गई है तेरी बात करते करते। कि ਜਿਹੜਾ तेरा हो के जींदा है ना, ਉਹਨੂੰ मौत भी डरा नहीं सकती, उल्टा ਹੁੰਦਾ है, मौत भी ਉਹਦੇ ਕੋਲ डरदी डरदी आंदी है कि भाई ये रब दा प्यारा है, जे ਇਹਦੇ ਕੋਲ ਗਿਆ ਤਾਂ ਕਿਤੇ ਮੈਨੂੰ ਕੁਝ ਨਾ ਕਹਿ ਦੇਵੇ। इसलिए इदां दी तुहाडी मुहब्बत होनी चाहिए, प्यार होना चाहिए अपने मालिक दे नाल, अपने परमात्मा नाल, कि तुसी ना डरो, बल्कि दुख तुहानू देख के डर जाण। इन्ना तुहाडा बड़ा विश्वास होना चाहिए है। हुण इहनूं इदां समझ लो, एक वो इंसान है जो बिल्ली तो डरदा है, ते एक वो इंसान है जो जांदा है तो बिल्लियां उहनूं देख के डरदियां है। समझदे हो कि नहीं? हुण मजा किहदी जिंदगी दा है? जिहड़ा बिल्लियां नूं देख के डर रहा है, उहदी जिंदगी दा मजा है, ਜਾਂ ਜਿਹਨੂੰ ਦੇਖ ਕੇ ਬਿੱਲੀਆਂ ਡਰ ਕੇ ਦੌੜ ਜਾਣ, ਉਹਦੀ ਜ਼ਿੰਦਗੀ ਦਾ ਮਜ਼ਾ ਹੈ? ਜਵਾਬ ਦਿਓ ਸਾਨੂੰ।
ਕਿਉਂਕਿ ਜਿਹੜਾ ਆਪ ਡਰਦਾ ਹੋਵੇ ਉਹ ਜਿੱਥੇ ਜਾਏਗਾ ਡਰ ਡਰ ਕੇ ਜਾਏਗਾ, ਕਿਤੇ ਇੱਥੋਂ ਨਾ ਕੁਝ ਹੋ ਜਾਵੇ, ਉੱਥੋਂ ਨਾ ਕੁਝ ਹੋ ਜਾਵੇ, ਉਹਦੀ ਜ਼ਿੰਦਗੀ 'ਚ ਸਦਾ ਡਰ ਰਹੇਗਾ। ਤਾਂ ਜਿਹਦੇ ਅੰਦਰ ਇੰਨੀ ਹਿੰਮਤ ਹੋਏਗੀ, ਹੌਸਲਾ ਹੋਏਗਾ ਕਿ ਕੋਈ ਚੀਜ਼ ਉਹਨੂੰ ਡਰਾ ਹੀ ਨਹੀਂ ਸਕਦੀ, ਉਹਦੀ ਜ਼ਿੰਦਗੀ ਹੈ, ਉਹ ਜਿੱਥੇ ਜਾਏਗਾ ਨਿਡਰ ਹੋ ਕੇ ਜਾਏਗਾ। ਇਸੇ ਤਰ੍ਹਾਂ ਮਜ਼ਾ ਇਹ ਹੈ ਕਿ ਆਪਣੇ ਮਾਲਿਕ ਤੇ ਇੰਨਾ ਪਿਆਰ ਹੋਵੇ, ਇੰਨਾ ਵਿਸ਼ਵਾਸ ਭਰ ਜਾਵੇ ਸਾਡੇ ਅੰਦਰ ਕਿ ਅਸੀਂ ਦੁੱਖਾਂ ਤੋਂ ਨਾ ਡਰੀਏ, ਪਰੇਸ਼ਾਨੀਆਂ ਤੋਂ ਨਾ ਡਰੀਏ, ਬਲਕਿ ਪਰੇਸ਼ਾਨੀਆਂ ਦੁੱਖ ਸਾਡੇ ਪ੍ਰੇਮ ਨੂੰ ਦੇਖ ਕੇ, ਵਿਸ਼ਵਾਸ ਨੂੰ ਦੇਖ ਕੇ ਡਰ ਜਾਣ। ਸਮਝ ਰਹੇ ਹੋ ਕਿ ਨਹੀਂ? ਇਸ ਕਰਕੇ ਆਪਣੇ ਅੰਦਰ ਪ੍ਰੇਮ ਪੈਦਾ ਕਰੋ, ਆਪਣੇ ਅੰਦਰ ਵਿਸ਼ਵਾਸ ਪੈਦਾ ਕਰੋ, ਕਿਉਂਕਿ ਕਿਸੇ ਛੋਟੀ ਤਾਕਤ ਨੇ ਤੁਹਾਨੂੰ ਪੈਦਾ ਨਹੀਂ ਕੀਤਾ, ਤੁਹਾਨੂੰ ਪੈਦਾ ਕਰਨ ਵਾਲੀ ਸ਼ਕਤੀ ਬਹੁਤ ਬੜੀ ਹੈ। ਮੰਨਦੇ ਹੋ ਕਿ ਨਹੀਂ? ਪਹਿਲੀ ਗੱਲ ਤਾਂ ਇਹੀ ਦੱਸ ਦਿਓ ਕਿ ਤੁਹਾਨੂੰ ਜਨਮ ਕਿਹਨੇ ਦਿੱਤਾ ਹੈ? ਜਵਾਬ ਦਿਓ ਸਾਨੂੰ। ਕਿਉਂਕਿ ਜਿਹੜੇ ਹਿਸਾਬ ਨਾਲ ਹੁੰਦਾ ਨਾ, ਜਿਹੜੀ ਚੀਜ਼ ਆਟੇ ਤੋਂ ਬਣੀ ਹੈ, ਬੰਦੇ ਨੇ ਕਹਿਣਾ ਆਟੇ ਤੋਂ ਬਣੀ ਹੈ, ਤਾਂ ਆਟੇ ਦੀ ਜਿੰਨੀ ਕੁ ਤਾਕਤ ਹੁੰਦੀ ਹੈ ਉਨੀ ਕੁ ਤਾਕਤ ਇਹ ਚੀਜ਼ ਦੀ ਹੋਣੀ ਹੈ। ਜਿਹੜੀ ਚੀਜ਼ ਸ਼ੱਕਰ ਤੋਂ ਬਣੀ ਹੈ ਤਾਂ ਜਿਹੜੇ ਤੱਤ ਸ਼ੱਕਰ ਅੰਦਰ ਹੁੰਦੇ ਆ ਉਹੀ ਚੀਜ਼ ਅੰਦਰ ਹੋਣੇ ਆ। ਸਮਝਦੇ ਹੋ ਕਿ ਨਹੀਂ? ਜਿਹੜੀ ਚੀਜ਼ ਨਮਕ ਤੋਂ ਬਣੀ ਹੈ ਤਾਂ ਉਹ ਜਿਹੜੇ ਗੁਣ ਨਮਕ ਅੰਦਰ ਉਹੀ ਉਹ ਚੀਜ਼ ਅੰਦਰ ਹੋਣੇ ਆ ਕਿ ਨਹੀਂ? ਹੁਣ ਜਿਹੜੀ ਚੀਜ਼ ਤੋਂ ਉਹ ਚੀਜ਼ ਬਣੀ ਹੁੰਦੀ ਹੈ ਨਾ, ਉਹਦੇ ਗੁਣ ਉਹਦੇ ਅੰਦਰ ਹੁੰਦੇ ਆ। ਤਾਂ ਤੁਸੀਂ ਕਿਸ ਚੀਜ਼ ਤੋਂ ਬਣੇ ਹੋ? ਤੁਸੀਂ ਬਣੇ ਹੋ ਉਹਦੇ ਨੂਰ ਤੋਂ, ਉਹਦੀ ਸ਼ਕਤੀ ਤੋਂ, ਉਹਦੇ ਨੂਰ ਤੋਂ ਤੁਸੀਂ ਬਣੇ ਹੋ। ਇਸ ਕਰਕੇ ਉਹਦਾ ਨੂਰ ਤੁਹਾਡੇ ਅੰਦਰ ਹੈ। ਬਸ ਉਹਨੂੰ ਪਹਿਚਾਨ ਲਓ, ਉਹਨੂੰ ਜਾਣ ਲਓ, ਤਾਂ ਤੁਹਾਡੇ ਅੰਦਰ ਤਾਂ ਉਹ ਸ਼ਕਤੀ ਹੈ, ਉਹ ਤਾਕਤ ਹੈ ਕਿ ਅਗਰ ਉਹ ਤਾਕਤ ਨੂੰ ਜਾਣ ਲਿਆ, ਪਹਿਚਾਨ ਲਿਆ, ਤਾਂ ਤੁਸੀਂ ਪੂਰੀ ਦੁਨੀਆ ਨੂੰ ਜਿੱਤ ਸਕਦੇ ਹੋ। ਸਮਝਦੇ ਹੋ ਕਿ ਨਹੀਂ? ਇਸ ਲਈ ਆਪਣੇ ਆਪ ਨੂੰ ਕਮਜ਼ੋਰ ਨਹੀਂ ਸਮਝਣਾ। ਜਿੱਦਾਂ ਅਸੀਂ ਕਹੀਦਾ ਨਾ, ਮਹਿਸੂਸ ਕਰੋ ਮੈਂ ਇੱਕ ਸ਼ਕਤੀਸ਼ਾਲੀ, ਕਿ ਮੈਂ ਸ਼ਰੀਰ ਨਹੀਂ ਆ, ਇਹ ਸ਼ਰੀਰ ਤਾਂ ਮਿੱਟੀ ਹੈ, ਮੇਰੇ ਨੂੰ ਚਲਾਉਣ ਵਾਲੀ ਸ਼ਕਤੀ ਤਾਂ ਉਹ ਆਤਮਾ ਹੈ। ਜਦ ਤੱਕ ਸ਼ਰੀਰ ਅੰਦਰ ਹੈ, ਚੱਲ ਰਿਹਾ ਹੈ, ਤਾਂ ਜਦੋਂ ਨਿਕਲ ਗਈ ਤਾਂ ਸ਼ਰੀਰ ਗਿਰ ਜਾਣਾ ਹੈ। ਇਸ ਲਈ ਜੇ ਤੁਸੀਂ ਸ਼ਰੀਰ ਹੁੰਦੇ ਤਾਂ ਜਦੋਂ ਆਤਮਾ ਨਿਕਲ ਜਾਂਦੀ ਹੈ ਤਾਂ ਸ਼ਰੀਰ ਤਾਂ ਫਿਰ ਵੀ ਪਿਆ ਹੁੰਦਾ, ਫਿਰ ਨਹੀਂ ਬੋਲਦੇ, ਫਿਰ ਨਹੀਂ ਸੁਣਦੇ, ਫਿਰ ਨਹੀਂ ਚੱਲਦੇ। ਇਹਦਾ ਮਤਲਬ ਸ਼ਰੀਰ ਸਾਧਨ ਹੈ, ਤੁਸੀਂ ਸ਼ਰੀਰ ਨਹੀਂ ਹੋ, ਤੁਸੀਂ ਆਤਮਾ ਹੋ। ਜਦੋਂ ਤੱਕ ਅਸੀਂ ਸ਼ਰੀਰ ਸਮਝੇ ਬੈਠਾਂਗੇ, ਆਪਣੇ ਆਪ ਨੂੰ ਡਰੀ ਜਾਵਾਂਗੇ, ਤਾਂ ਜਦੋਂ ਆਪਣੇ ਅਸਲੀ ਰੂਪ ਨੂੰ ਜਾਣ ਲਿਆ, ਮੈਂ ਸ਼ਰੀਰ ਨਹੀਂ ਹਾਂ, ਮੈਂ ਆਤਮਾ ਹਾਂ, ਤਾਂ ਉਸ ਲਈ ਸਾਨੂੰ ਆਪਣੀ ਤਾਕਤ ਦੀ ਪਹਿਚਾਨ ਹੋਏਗੀ। ਔਰ ਇਹੀ ਚੀਜ਼ ਤਾਂ ਸ਼੍ਰੀ ਕ੍ਰਿਸ਼ਨ ਨੇ ਗੀਤਾ ਅੰਦਰ ਅਰਜੁਨ ਨੂੰ ਦੱਸੀ ਕਿ ਆਤਮਾ ਅਮਰ ਹੈ, ਉਹ ਕਦੀ ਮਰ ਨਹੀਂ ਸਕਦੀ। ਨਾ ਉਹਨੂੰ ਕੋਈ ਅਸਤਰ ਨਾ ਸ਼ਸਤਰ ਕੱਟ ਸਕਦਾ ਹੈ, ਭੇਦ ਸਕਦਾ ਹੈ, ਨਾ ਉਹਨੂੰ ਅੱਗ ਸਾੜ ਸਕਦੀ ਹੈ, ਨਾ ਪਾਣੀ ਡਬੋ ਸਕਦਾ, ਨਾ ਹਵਾ ਉਡਾ ਸਕਦੀ। ਕਹਿੰਦੇ ਉਹ ਸ਼ਕਤੀ ਹੈ ਤੂੰ। ਇਹ ਅਰਜੁਨ ਆਪਣੀ ਸ਼ਕਤੀ ਨੂੰ ਪਹਿਚਾਣ। ਤਾਂ ਅਸੀਂ ਤੁਹਾਨੂੰ ਕਹਾਂਗੇ ਤੁਸੀਂ ਵੀ ਆਪਣੀ ਸ਼ਕਤੀ ਨੂੰ ਪਹਿਚਾਣੋ। ਇਸ ਲਈ ਕਹਿ ਦਿਓ ਅੰਦਰੋਂ ਕਿ ਮੈਂ ਇੱਕ ਸ਼ਕਤੀਸ਼ਾਲੀ, मैं एक शक्तिशाली, मैं एक शक्तिशाली। ढिले जे हो गए ना कहो, क्योंकि शक्तिशाली का इदा मुठियां बंद कर ला ना। देखो हुण आ सानू देखो पसीना किदा आ गया है, तुसीं भी इदा कहो फिर जोश दे नाल। क्योंकि जे अपने दुखों को दूर करना है ना, तो याद रखो जिन्नी तुहाडी आत्मिक शक्ति तुहानू वधेगी ना, उन्ने तुहाडे शरीरिक दुख दूर होंदे चले जाणगे। तो जिन्नी तुहाडी आत्मिक शक्ति घटती जाएगी, यानी कहने का मतलब अपनी आत्मा तो दूर होंदे जाओगे, अपने आप को शरीर ही समझी जाओगे, तो छोटी छोटिया चीज़ां भी तुहानू दबा पाणगियां, दबा लैणगियां। दबा लैण का मतलब ऐदा दब लैणगियां, तुहानू उठण नहीं देणगियां। तो जिसले तुहानू पता लगेगा कि मेरे अंदरों परम शक्तिशाली परमात्मा है। हुण जरा गौर करना, हाले तक तुसीं शरीर की ताकत नूं जाणिया है, हाले तक तुसीं आत्मा की ताकत नूं नहीं जाणिया। जरा गौर करना, शरीर की भी शक्ति हुंदी है, मन की भी शक्ति हुंदी, तो आत्मा की भी एक शक्ति हुंदी है। इहनूं जानन वास्ते जिद्दां असीं एक दसीदा हुंदा है कि एक आदमी सारा दिन काम करता है, सारा दिन काम करके थक जाता है, तो शाम नूं घर आंदा सोचदा कि अज बड़ा थक हो गया, हुण तां जाके बस खाना खा के लम्मे पै जाना, काम ही कोई नहीं करना। इन्ना थकिया परेशान ऐन हौली हौली घर वाल जा रहा है, पैर भी इन्ने भारी है कि तुरन नूं भी दिल नहीं करता, हुण तां करदा इन्ना थक गया कोई चक के घर छड्ड देवे। कदी होया तुहाडे नाल इदां? जवाब देना कि इन्ना थक गए होवो। कदी बंदा सारी सारी रात जागदा, ब्याहां शादियां तो बाद के हुण तां 2 रातां हो गई जागदियां नूं, इन्ना थक गए हुण तां 2 कदम नहीं पुट हुंदे। हो जांदा कि नहीं इदां? किहदे किहदे नाल इदां होया? जरा हत्थ खड़ा करके दस्सिओ। देखो काफी जीव है इत्थे, इन्ना थक गए कि हुण दिल करदा 2 कदम ना चलीए। हुण एक तुहानूं सवाल पुछना, जवाब दिओ तुसीं सानूं। फर्ज करो तुसीं 2 दिन दे ना सुते हो, बड़ा काम कीता, हुण थके थके तुसीं जा रहे हो हौली हौली, इदां ढिले हो के तुरे हो कि हुण जान ही नहीं है। अचानक की हुंदा है? अचानक तुसीं देखदे हो पिछे कुत्ता दौड़ा आ रहा तुहानूं फड़न वास्ते। कुत्ता इदां बहु बहु करदा आ रहा है, दंद कड्डे हुए है,
ਹੁਣ ਤੁਹਾਨੂੰ ਦੇਖ ਕੇ जरा गौर करो, कुत्ता दौड़ा आ रहा तुहाडे ਵੱਲ, ਹੁਣ ਤੁਸੀਂ ਕੀ ਕਰੋਗੇ? आ जा खा ले, ਵੱਢ ਲੈ दंदी भाई, मेरे तो दौड़ नहीं ਹੁੰਦਾ, ਵੱਢ ਲੈ ਮੁੱਝ ਮਾਰ ਲੈ। इदां करोगे या दौड़ोगे? ਤੁਸੀਂ जवाब ਦਿਓ, ਸਾਨੂੰ जवाब ਦਿਓ। दौड़ोगे ना? ਹੁਣ ਜਿੰਨੀ ਮਰਜ਼ੀ ਥਕਾਵਟ ਹੋਵੇ, ਸਾਰੀ ਥਕਾਵਟ ਐਦਾਂ ਦੂਰ ਹੋ ਜਾਣੀ, ਕਿਉਂਕਿ ਮੌਤ ਸਾਹਮਣੇ ਆਣੀ ਦੇਖ ਕੇ ਤੁਸੀਂ ਤੇਜ਼ੀ ਨਾਲ ਗੋਲੀ ਵਾਂਗੂ ਦੌੜਨਾ। ਹੁਣ ਉਹ ਤਾਕਤ ਕਿੱਥੋਂ ਆਈ ਫਿਰ? ਹੁਣੇ 10 ਮਿੰਟ ਪਹਿਲਾਂ ਤਾਂ ਤੁਸੀਂ ਕਹਿ ਰਹੇ ਤੁਰਨ ਦੀ ਤਾਕਤ ਨਹੀਂ ਹੈ, ਹਿੰਮਤ ਨਹੀਂ ਹੈ। ਹੁਣੇ ਮੌਤ ਨੂੰ ਸਾਹਮਣੇ ਦੇਖ ਕੇ ਗੋਲੀ ਨਾਲ ਵੀ ਤੇਜ਼ ਸਪੀਡ ਹੋ ਗਈ ਤੁਹਾਡੀ। ਉਹ ਤਾਕਤ ਕਿੱਥੋਂ ਆਈ? ਉਹ ਤਾਕਤ ਦਿੱਤੀ ਤੁਹਾਡੇ ਖਤਰੇ ਨੂੰ ਦੇਖ ਕੇ ਤੁਹਾਡੇ ਮਨ ਨੇ, ਕਿਉਂਕਿ ਮਾਨਸਿਕ ਪਾਵਰ ਉਸ ਲਈ ਕੰਮ ਆਈ ਤੁਹਾਡੇ। ਹੁਣ ਜਰਾ ਸੋਚੋ, ਜੇ ਖਤਰੇ ਨੂੰ ਦੇਖ ਕੇ ਮਾਨਸਿਕ ਪਾਵਰ ਤੁਹਾਨੂੰ ਇੰਨੀ ਤਾਕਤ ਦਿੰਦੀ, ਤੁਸੀਂ ਦੌੜਨ ਨੂੰ ਤਿਆਰ ਹੋ ਜਾਂਦੇ ਹੋ, ਹਾਲਾਂਕਿ ਤੁਸੀਂ ਕਹਿੰਦੇ ਹੋ ਸਰੀਰ ਟੁੱਟ ਗਿਆ। ਇਹਦਾ ਮਤਲਬ ਤਾਕਤ ਦੇ ਅੰਦਰ ਸਟੋਰੇਜ ਹੈ, ਤੁਹਾਡੇ ਅੰਦਰ ਤਾਕਤ ਦੀ ਸਟੋਰੇਜ ਹੈ, ਤਾਂ ਹੀ ਤਾਂ ਨਿਕਲੀ, ਤੁਸੀਂ ਉਹਨੂੰ ਇਸਤੇਮਾਲ ਕੀਤਾ। ਹੁਣ ਜੇ ਮਨ ਦੀ ਤਾਕਤ ਨਾਲ ਤੁਸੀਂ ਕੁੱਤੇ ਤੋਂ ਦੌੜ ਕੇ ਘਰ ਤੱਕ ਪਹੁੰਚ ਸਕਦੇ ਹੋ, ਤਾਂ ਜਦੋਂ ਤੁਸੀਂ ਆਤਮਾ ਦੀ, ਜਿਸ ਨੇ ਤੁਹਾਨੂੰ ਪੈਦਾ ਕੀਤਾ ਹੈ, ਉਹ ਸਰਵ ਸ਼ਕਤੀਸ਼ਾਲੀ ਪਰਮਾਤਮਾ ਦੀ ਤਾਕਤ ਨੂੰ ਜਾਣ ਲਿਆ, ਤਾਂ ਫਿਰ ਤਾਂ ਦੁੱਖਾਂ, ਤਕਲੀਫਾਂ, ਪਰੇਸ਼ਾਨੀਆਂ ਦਾ ਕੋਈ ਕੁੱਤਾ ਬਿੱਲਾ ਤੁਹਾਡੇ ਨੇੜੇ ਆ ਹੀ ਨਹੀਂ ਸਕਦਾ। ਇਸ ਲਈ ਜਾਣੋ ਆਪਣੇ ਅੰਦਰਲੀ ਸ਼ਕਤੀ ਨੂੰ, ਇਹ ਵਹਿਮਾਂ ਭਰਮਾਂ ਚੋਂ ਨਿਕਲੀਏ ਔਰ ਜੁੜੀਏ ਸੱਚੇ ਸੰਤਾਂ, ਗੁਰੂਆਂ, ਰਹਿਬਰਾਂ ਦੇ ਚਰਨਾਂ ਦੇ ਨਾਲ। ਕਿਉਂਕਿ ਇੱਕ ਗੱਲ ਕਵਾਂਗੇ, ਮੀਆਂ ਮੁਹੰਮਦ ਬਖਸ਼ ਨੇ ਕਿਹਾ ਹੈ ਕਿ अव्वल हमद सना खुद इलाही। जरा गौर करना, जो मालिक हर हर दा, कहते अव्वल हमद सना इलाही, जो मालिक हर हर दा, उसदा नाम चितारन वाला किसे मैदान नहीं हरदा। कहते अव्वल हमद सना इलाही, कि हमदे सना यानी अपने रब नू याद रख, अपने रब ते विश्वास रख, ओनू हमेशा याद रख, ਜਿਹੜਾ ਹਰ ਹਰ ਦਾ ਮਾਲਿਕ ਹੈ। ਹਰ ਹਰ ਦਾ ਮਤਲਬ ਮੇਰਾ ਵੀ ਤੇਰਾ ਵੀ, ਹਰ ਸ਼ੈ ਦਾ ਮਾਲਿਕ ਉਹੀ ਹੈ। ਹਰ ਹਰ ਦਾ ਸਮਝਦੇ ਹੋ ਕਿ ਸਿਰਫ ਮੇਰਾ ਹੀ ਨਹੀਂ, ਜੇ ਆਪਾਂ ਕਹੀਏ ਮਾਲਿਕ ਸਿਰਫ ਮੇਰਾ ਤਾਂ ਨਹੀਂ, ਉਹ ਤੁਹਾਡਾ ਵੀ ਹੈ, ਹਰ ਇੱਕ ਦਾ ਉਹ ਹੈ। ਇਸ ਲਈ ਉਹਦੀ ਹਮਦ ਕਰੋ, ਉਹਨੂੰ ਯਾਦ ਕਰੋ, ਉਹ ਤੇ ਵਿਸ਼ਵਾਸ ਰੱਖੋ, ਕਿਉਂਕਿ ਜਿਹੜਾ ਉਹਦੇ ਨਾਮ ਨਾਲ ਜੁੜ ਜਾਂਦਾ ਹੈ, ਫਿਰ ਕਿਸੇ ਮੈਦਾਨ ਨਹੀਂ ਹਾਰਦਾ, ਫਿਰ ਉਹ ਕਿਸੇ ਮੈਦਾਨ ਉਹਦੀ ਹਾਰ ਹੋ ਹੀ ਨਹੀਂ ਸਕਦੀ। ਸਮਝਦੇ ਹੋ? ਜਿੱਤਣਾ ਚਾਹੁੰਦੇ ਹੋ ਕਿ ਨਹੀਂ, ਤਾਂ ਫਿਰ ਵਿਸ਼ਵਾਸ ਰੱਖੋ ਆਪਣੇ ਮਾਲਿਕ ਤੇ, ਯਕੀਨ ਰੱਖੋ ਆਪਣੇ ਮਾਲਿਕ ਤੇ। ਹੁਣ ਸਮਾਂ ਕਾਫੀ ਹੋ ਗਿਆ, ਸਤਸੰਗ ਨੂੰ ਆਖਰਲੇ ਬਚਨਾਂ ਦੀ ਤਰਫ ਲੈ ਕੇ ਜਾਵਾਂਗੇ, ਕਿਉਂਕਿ ਟਾਈਮ ਕਾਫੀ ਹੋ ਗਿਆ ਹੈ। ਪਰ ਜਾਂਦੇ ਜਾਂਦੇ ਇੱਕ ਚੀਜ਼ ਥੋੜੀ ਦੱਸ ਦੇਵਾਂਗੇ ਕਿ ਇੱਥੇ ਅਸੀਂ ਸਹਿਜ ਪ੍ਰਕਾਸ਼, ਇੱਕ ਬਹੁਤ ਪਿਆਰਾ ਗ੍ਰੰਥ ਹੈ ਜੋ ਸਹਿਜੋ ਬਾਈ ਦੀ ਬਾਣੀ ਦਾ ਗ੍ਰੰਥ ਹੈ, ਕਿਉਂਕਿ ਸਹਿਜੋ ਬਾਈ ਇੱਕ ਔਰਤ ਫਕੀਰ ਹੋਈ ਹੈ। ਉਹਨੇ ਕੀ ਕਿਹਾ ਆਪਣੇ ਵਚਨਾਂ 'ਚ? ਔਰਤ ਸੰਤ ਹੋਈ ਹੈ ਸਹਿਜੋ ਬਾਈ, ਤਾਂ ਉਹਦਾ ਜਿੰਨੀ ਵੀ ਉਹਦੀ ਬਾਣੀ ਹੈ ਉਹ ਸਹਿਜ ਪ੍ਰਕਾਸ਼ ਗ੍ਰੰਥ ਦੇ ਵਿੱਚ ਅੰਕਿਤ ਹੈ, ਉਹ 'ਚ ਲਿਖੀ ਹੋਈ ਹੈ। ਤਾਂ ਉਹਦੇ 'ਚ ਇੱਕ ਜਗ੍ਹਾ ਸਹਿਜੋ ਬਾਈ ਨੇ ਦੱਸਿਆ ਹੈ। ਹੁਣ ਜਾਂਦੇ ਜਾਂਦੇ ਸਤਸੰਗ ਦੀ ਸਮਾਪਤੀ 'ਚ ਤੁਹਾਨੂੰ ਇਹ ਦੱਸਣਾ ਚਾਹਾਂਗੇ ਕਿ ਇਨਸਾਨ ਤੇ ਪ੍ਰਭੂ ਦੀ ਕਿਰਪਾ ਕਿਉਂ ਨਹੀਂ ਹੁੰਦੀ, ਇਨਸਾਨ ਨੂੰ ਪ੍ਰਭੂ ਦੀਆਂ ਰਹਿਮਤਾਂ ਹਾਸਲ ਕਿਉਂ ਨਹੀਂ ਹੁੰਦੀਆਂ, ਉਹਦਾ ਕਾਰਨ ਕੀ ਹੈ? ਉਹਦੇ ਬਾਰੇ ਸਹਿਜੋ ਬਾਈ ਦੱਸਦੀ ਹੈ ਕਿ ਪੂਜੇ ਨਵਗ੍ਰਹ ਦੇਵਤਾ, माने मर्ग और सूत, हरी कृपा कैसे मिले जब पूत ही हुआ कपूत। भरमों में जग उलझा, भरमों में जग उलझा, नहीं किया गुरु पीर, सहजो मिले न सिंध को जूं तालाब का नीर। और अगले लाइन च की कहती है सहजो, जरा गौर करना के सतगुर कहे सो बात ना माने, जगत कहे करे सोए। सतगुर कहे सो बात ना माने, जगत कहे करे सोए। गज से उतर कर, गज से उतर कर कुकर पर चढ़ी है, जे कोई बात ना होए। एक गल समझ नहीं सहजो ने, सहजो ने की किया? किसी ने आके सहजो बाई नूं पुछया सी कि महाराज एक गल का जवाब दिओ कि परमात्मा की कृपा साडे ते हुंदी क्यों नहीं, इंसान इन्ना दुखी क्यों है, इंसान दे उत्ते ओदी मेहर क्यों नहीं हुंदी, ओदी कृपा क्यों नहीं हुंदी? तो उस वेले ओनू समझाउण दी खातर सहजो ने जवाब दिता सी। सहजो कहंदी ओ प्रभु की कृपा इसलिए नहीं इंसान ते हुंदी, कारण की है? हुण कारण समझ लो कि पूजे नवग्रह देवता, माने मर्ग और सूत, हरी कृपा कैसे मिले जब पूत ही हुआ कपूत। वो कहंदे अज लोग नव ग्रहां नूं तां पूज रहे, ग्रहां दी तां पूजा कर रहे, पर जिहड़ा ग्रहां नूं बनाउण वाला वो हरी है, वो भगवान है, वो परमात्मा है, उत्ते कोई विश्वास करदा ही नहीं है। बोलो समझदे हो कि नहीं?
ਅੱਜ ਇਨਸਾਨ ਇਹ ਮੰਨ ਲੈਂਦਾ ਮੇਰਾ ਸ਼ਨੀ ਭਾਰੀ ਹੈ, ਮੇਰਾ ਸ਼ੁਕਰ ਭਾਰੀ ਹੈ, ਮੇਰਾ ਇਹ ਗ੍ਰਹਿ ਮਾੜਾ, ਮੇਰਾ ਉਹ ਗ੍ਰਹਿ ਚੰਗਾ। ਅੱਜ ਇਹਨਾਂ ਦੇ ਚੱਕਰਾਂ 'ਚ ਪੈ ਕੇ ਜਰਾ ਗੌਰ ਕਰਨਾ, ਜਿੰਨੀ ਕੋਸ਼ਿਸ਼ ਬੰਦਾ ਇਹ ਗ੍ਰਹਿਾਂ ਨੂੰ ਖੁਸ਼ ਕਰਨ ਦੀ ਖਾਤਰ ਦਿਨ ਰਾਤ ਕਰਨ 'ਚ ਲੱਗਾ ਹੋਇਆ ਹੈ ਨਾ, ਕਾਸ਼ ਉਨੀ ਢੇਰ ਆਪਣੇ ਰੱਬ ਨੂੰ ਬਹਿ ਕੇ ਯਾਦ ਕਰ ਲੈਂਦਾ ਤਾਂ ਉਹਦੇ ਸਾਰੇ ਕੰਮ ਸੈੱਟ ਹੋ ਜਾਣੇ ਸੀ। ਇਸ ਲਈ ਸੱਚੇ ਸੰਤ ਸਾਨੂੰ ਗ੍ਰਹਿਾਂ ਦੇ ਪਿੱਛੇ ਨਹੀਂ ਦੌੜਾਉਂਦੇ। ਉਹ ਕਹਿੰਦੇ ਗ੍ਰਹਿਾਂ ਨੂੰ ਪੈਦਾ ਕਰਨ ਵਾਲਾ ਜੋ ਪਰਮਾਤਮਾ ਹੈ ਨਾ, ਉਹਨੂੰ ਪਕੜ ਲੈ, ਉਹਨੂੰ ਆਪਣਾ ਬਣਾ ਲੈ, ਕਿਉਂਕਿ ਜਦੋਂ ਉਹ ਤੇਰਾ ਹੋ ਗਿਆ ਤਾਂ ਤੇਰੇ ਵਾਸਤੇ ਸਭ ਆਪੇ ਸੈੱਟ ਹੋ ਜਾਏਗਾ। ਸਮਝ ਆ ਰਹੀ ਹੈ ਕਿ ਨਹੀਂ ਸਾਡੀ ਗੱਲ? ਇਸ ਲਈ ਇਹ ਸਹਿਜੋ ਦੀ ਬਾਣੀ ਹੈ ਕਿ ਪੂਜੇ ਨਵਗ੍ਰਹਿ ਦੇਵਤਾ ਮਾਨੇ ਮਰਗ ਔਰ ਸੂਤ। ਔਰ ਕਈ ਬੜਾ ਮਰਗ ਨੂੰ ਮੰਨਦੇ ਆ, ਸੂਤਕ ਨੂੰ ਮੰਨਦੇ ਆ, ਮਰਗ ਵਾਲੇ ਘਰ ਨਹੀਂ ਜਾਣਾ, ਆ ਸੂਤਕ ਵਾਲੇ ਘਰ ਨਹੀਂ ਜਾਣਾ। ਤਾਂ ਸਹਿਜੋ ਕਹਿੰਦੀ ਹੈ, ਜਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ, ਜਿੱਥੇ ਤੁਸੀਂ ਰਹਿੰਦੇ ਹੋ ਨਾ, ਬੈਠਦੇ ਹੋ, ਤੁਰਦੇ ਫਿਰਦੇ ਹੋ, ਪਤਾ ਨਹੀਂ ਕਿੰਨੇ ਕੇ ਕੀੜੇ ਮਕੌੜੇ ਉੱਥੇ ਰੋਜ਼ ਜੰਮਦੇ ਆ ਤਾਂ ਰੋਜ਼ ਮਰਦੇ ਆ। ਸੂਤਕ ਮਰਗ ਤਾਂ ਹਰ ਜਗ੍ਹਾ ਹੋ ਰਿਹਾ ਹੈ। ਇਸ ਲਈ ਭਾਈ ਭਰਮਾਂ 'ਚ ਨਾ ਉਲਝੋ, ਆਪਣੇ ਰੱਬ ਤੇ ਵਿਸ਼ਵਾਸ ਕਰਨਾ ਸ਼ੁਰੂ ਕਰੋ, ਆਪਣੇ ਰੱਬ ਤੇ ਯਕੀਨ ਕਰਨਾ ਸ਼ੁਰੂ ਕਰੋ, ਕਿਉਂਕਿ ਜਿਹੜਾ ਰੱਬ ਤੇ ਯਕੀਨ ਕਰਦਾ ਹੈ ਫਿਰ ਕੋਈ ਬੁਰੀ ਚੀਜ਼ ਉਹਦਾ ਕੁਝ ਵਿਗਾੜ ਨਹੀਂ ਸਕਦੀ। ਕਿਉਂਕਿ ਜਿਸ ਕੋ ਰਾਖੇ ਸਾਈਆਂ ਮਾਰ ਸਕੇ ਨਾ, ਬਾਲ ਨਾ ਬਾਂਕਾ ਕਰ ਸਕੇ ਜੋ ਜਗ ਬੈਰੀ। ਕਹਿੰਦੇ ਪੂਰੀ ਦੁਨੀਆ ਵੀ ਬੈਰੀ ਹੋ ਜਾਵੇ ਨਾ, ਜਿਹਦੀ ਰੱਖਿਆ ਉਹ ਸਾਈਂ ਕਰੇਗਾ, ਉਹਦਾ ਬਾਲ ਵੀ ਵਿੰਗਾ ਨਹੀਂ ਹੋ ਸਕਦਾ। ਇਸ ਲਈ ਆਪਣੇ ਸਾਈਂ ਤੇ ਵਿਸ਼ਵਾਸ ਕਰਨਾ ਸ਼ੁਰੂ ਕਰੋ। ਇਸ ਲਈ ਸਹਿਜੋ ਨੇ ਕਿਹਾ, ਹਰੀ ਕਿਰਪਾ ਕੈਸੇ ਮਿਲੇ ਜਬ ਪੂਤ ਹੀ ਹੁਆ ਕਪੂਤ। ਕਿ ਜੇ ਬੱਚਾ ਹੀ ਆਪਣੇ ਬਾਪ ਨੂੰ ਛੱਡ ਕੇ, ਆਪਣੇ ਪਿਓ ਨੂੰ ਛੱਡ ਕੇ, ਆਪਣੇ ਰੱਬ ਨੂੰ ਭੁੱਲ ਕੇ ਹੋਰ ਚੀਜ਼ਾਂ ਦੇ ਪਿੱਛੇ ਤੁਰੀ ਜਾਵੇ ਤਾਂ ਫਿਰ ਉਹਦੀ ਕਿਰਪਾ ਕਿੱਦਾਂ ਮਿਲੇਗੀ? ਹੁਣ ਤੁਸੀਂ ਸੋਚੋ ਜ਼ਰਾ, ਪੁੱਤ ਤੁਹਾਡਾ ਹੋਵੇ ਤਾਂ ਸੇਵਾ ਜਾ ਕੇ ਕਿਸੇ ਆਂਢੀ ਗੁਆਂਢੀ ਦੀ ਕਰੀ ਜਾਵੇ, ਤਾਂ ਜਦੋਂ ਜ਼ਮੀਨ ਜਾਇਦਾਦ ਦੇਣ ਦਾ ਟਾਈਮ ਆਣਾ ਤੁਸੀਂ ਕਹਿਣਾ ਪੁੱਤ ਉਹਨੂੰ ਕੋਈ ਲੈ ਲੈ, ਮੈਂ ਤੈਨੂੰ ਕਿਉਂ ਦੇਵਾਂ, ਮੈਨੂੰ ਤਾਂ ਪੁੱਛਿਆ ਨਹੀਂ ਸਾਰੀ ਜ਼ਿੰਦਗੀ ਤੂੰ, ਕਿਉਂਕਿ ਮੈਂ ਵੀ ਪ੍ਰਾਪਰਟੀ ਉਹਨੂੰ ਦੇਣੀ ਹੈ ਜਿਹੜਾ ਮੇਰੀ ਸੇਵਾ ਕਰੇਗਾ। ਹੁੰਦਾ ਕਰੀਏ ਤਾਂ ਜਵਾਬ ਦਿਓ ਜ਼ਰਾ ਸਾਰੇ। ਹੁਣ ਜ਼ਰਾ ਇਹੀ ਸੋਚੋ, ਜੇ ਉਹਦੀਆਂ ਰਹਿਮਤਾਂ ਲੈਣੀਆਂ ਹੈ ਤਾਂ ਐਸੇ ਸੰਤਾਂ ਫਕੀਰਾਂ ਨਾਲ ਜੁੜੀਏ ਜੋ ਸਾਨੂੰ ਗ੍ਰਹਿਾਂ ਦੇ ਚੱਕਰਾਂ ਚੋਂ ਕੱਢ ਕੇ ਸਿੱਧਾ ਉਹ ਰੱਬ ਦੀ ਤਾਕਤ ਨਾਲ ਜੋੜਨ, ਉਹ ਪ੍ਰਮਾਤਮਾ ਨਾਲ ਜੋੜਨ। ਕਿ ਜੁੜੋ ਪ੍ਰਮਾਤਮਾ ਦੇ ਨਾਲ, ਜਿਹੜਾ ਤੁਹਾਨੂੰ ਪੈਦਾ ਕਰ ਸਕਦਾ, ਤੁਹਾਡੀ ਸੰਭਾਲ ਵੀ ਕਰ ਸਕਦਾ ਹੈ, ਜਿਹੜਾ ਤੁਹਾਨੂੰ ਜਨਮ ਦੇ ਸਕਦਾ ਹੈ, ਉਹ ਤੁਹਾਡੇ ਦੁੱਖਾਂ ਨੂੰ ਦੂਰ ਵੀ ਕਰ ਸਕਦਾ ਹੈ। ਹੁਣ ਇੱਕ ਗੱਲ ਦਾ ਜਵਾਬ ਦੇਣਾ ਸਾਨੂੰ, ਤੁਹਾਨੂੰ ਪੈਦਾ ਇਹ ਗ੍ਰਹਿਾਂ ਨੇ ਕੀਤਾ ਹੈ ਜਾਂ ਪ੍ਰਮਾਤਮਾ ਨੇ ਕੀਤਾ ਹੈ? ਦੇਖੀਏ ਕਿਹੜਾ ਇੱਥੇ ਗ੍ਰਹਿਾਂ ਦਾ ਬੱਚਾ ਹੈ? ਕੋਈ ਹੱਥ ਖੜਾ ਕਰੋ, ਮੈਨੂੰ ਆਹ ਗ੍ਰਹਿ ਨੇ ਜਨਮ ਦਿੱਤਾ ਸੀ, ਮੈਨੂੰ ਸ਼ਨੀ ਨੇ ਜਨਮ ਦਿੱਤਾ, ਮੈਨੂੰ ਸ਼ੁਕਰ ਨੇ ਜਨਮ ਦਿੱਤਾ। ਹੁਣ ਇਹ ਦੱਸ ਦਿਓ ਕਿ ਕਿਹੜਾ ਮੰਨਦਾ ਹੈ ਕਿ ਮੈਨੂੰ ਮੇਰੇ ਰੱਬ ਨੇ, ਮੇਰੇ ਮਾਲਿਕ ਨੇ, ਪ੍ਰਮਾਤਮਾ ਪ੍ਰਭੂ ਨੇ ਪੈਦਾ ਕੀਤਾ ਹੈ, ਮੈਨੂੰ ਈਸ਼ਵਰ ਨੇ, ਉਹ ਭਗਵਾਨ ਨੇ ਪੈਦਾ ਕੀਤਾ ਹੈ? ਮੰਨਦੇ ਹੋ ਨਾ ਸਾਰੇ? ਤਾਂ ਫਿਰ ਦੇਖੋ ਹੁਣ ਸਾਰੇ ਉਹਦੇ ਬੱਚੇ ਆ, ਤਾਂ ਅੱਜ ਤੋਂ ਵਿਸ਼ਵਾਸ ਵੀ ਅਸੀਂ ਆਪਣੇ ਭਗਵਾਨ ਤੇ ਕਰਨਾ, ਹਰੀ ਤੇ ਕਰਨਾ, ਪ੍ਰਭੂ ਤੇ ਕਰਨਾ ਹੈ। ਇਹ ਗ੍ਰਹਿਾਂ ਗੁਰੂਆਂ ਦੇ ਚੱਕਰਾਂ 'ਚ ਨਹੀਂ ਪੈਣਾ। ਹਾਂ, ਜਿਹਨੂੰ ਲੱਗਦਾ ਕੋਈ ਗ੍ਰਹਿ ਭਾਰੀ ਆ ਜਾਓ ਸਾਡੇ ਕੋਲ, ਆਪੇ ਹਲਕਾ ਕਰ ਦੇਵਾਂਗੇ। ਮਜ਼ਾਕ ਦੀ ਗੱਲ ਨਹੀਂ ਹੈ, क्योंकि ऐसी कोई गल कहते हैं तुहानू कि पंडित कहते हैं हाथों की लकीरें ठीक ना हो तो जिंदगी खूबसूरत नहीं होती। पंडित कहते हैं हाथों की लकीरें ठीक ना हो तो जिंदगी खूबसूरत नहीं होती, मगर हम ये कहते हैं सर पर हो मुर्शद का हाथ तो लकीरों की जरूरत नहीं होती। ये कहते ना तेरी अखां दी लकीरां माड़ियां आ तां तेरी जिंदगी माड़ी है, आ लकीर देख टेढ़ी है, आ लकीर बिंगी है, छोटी है, तां ही तेरे जीवन च दुख है। ਜੇ ਲਕੀਰਾਂ ਵਧੀਆ ਹੁੰਦੀਆਂ ਜ਼ਿੰਦਗੀ ਵਧੀਆ ਹੋਣੀ ਸੀ। ਪਰ ਅਸੀਂ ਕਹਾਂਗੇ ਲਕੀਰਾਂ ਦੀ ਫਿਕਰ ਨਾ ਕਰੋ, ਕਿਉਂਕਿ ਰੱਬ ਤਾਂ ਉਹਨਾਂ ਨੂੰ ਵੀ ਦਿੰਦਾ ਜਿਹਨਾਂ ਦੇ ਹੱਥ ਨਹੀਂ ਹੁੰਦੇ। ਦੇਖਿਆ ਦੁਨੀਆ ਤੇ ਤੁਸੀਂ, ਜਿਹਨਾਂ ਦੇ ਹੱਥ ਹੀ ਕੱਟੇ ਗਏ ਤੇ ਉਹਨਾਂ ਨੂੰ ਰੋਟੀ ਕਿੱਥੋਂ ਮਿਲ ਰਹੀ ਹੈ? ਜੇ ਲਕੀਰਾਂ ਨਾਲ ਹੀ ਮਿਲਦੀ ਭਾਈ, ਉਹਨਾਂ ਦੇ ਲਕੀਰਾਂ ਹੀ ਚਲੀਆਂ ਗਈਆਂ, ਉਹ ਕਦੋਂ ਦੇ ਦੁਨੀਆ ਤੋਂ ਚਲੇ ਜਾਂਦੇ। ਪਰ ਉਹ ਵੀ ਜ਼ਿੰਦਗੀ ਜੀ ਰਹੇ ਆ, ਸੁੱਖ ਦੁੱਖ ਉਹਨਾਂ ਦੇ ਜੀਵਨ 'ਚ ਵੀ ਆ ਰਹੇ। ਇਹਦਾ ਮਤਲਬ ਲਕੀਰਾਂ ਦੀ ਲੋੜ ਨਹੀਂ ਹੈ, ਉਹਦੀਆਂ ਰਹਿਮਤਾਂ ਦੀ ਲੋੜ ਹੈ। ਕਾਹਦੀ ਲੋੜ ਹੈ? ਉਹਦੀਆਂ ਬਸ ਜਿਹੜਾ ਇਹ ਸਮਝ ਲੈਣਾ ਮੈਨੂੰ ਉਹਦੀਆਂ ਰਹਿਮਤਾਂ ਦੀ ਲੋੜ ਹੈ, ਫਿਰ ਉਹਨੂੰ ਰਹਿਮਤ ਮਿਲਦੀ ਵੀ ਹੈ ਔਰ ਉਹਦੀ ਜ਼ਿੰਦਗੀ ਬਦਲਦੀ ਵੀ ਹੈ। ਇਸ ਲਈ ਉਹਦੀ ਰਹਿਮਤ ਤੇ ਯਕੀਨ ਕਰਨਾ, ਉਹਦੀ ਕਿਰਪਾ ਤੇ ਯਕੀਨ ਕਰਨਾ। ਸਮਝਦੇ ਹੋ ਕਿ ਨਹੀਂ? ਕਰੋਗੇ ਕਿ ਨਹੀਂ ਅੱਜ ਤੋਂ? ਇਸ ਲਈ ਪੁੱਤ ਬਣਨਾ, ਜੇ ਕੁਪੁੱਤ ਬਣਨਾ ਬੰਦ ਕਰ ਦਿਓ, ਅੱਜ ਤੋਂ ਕੁਪੁੱਤ ਬਣਨਾ ਬੰਦ ਕਰ ਦਿਓ, ਕਿਉਂਕਿ ਜੇ ਪੈਦਾ ਸਾਨੂੰ ਸਾਡੇ ਪ੍ਰਭੂ ਨੇ ਕੀਤਾ ਹੈ ਤਾਂ ਅੱਜ ਤੋਂ ਵਿਸ਼ਵਾਸ ਵੀ ਉੱਤੇ ਹੀ ਕਰਨਾ ਹੈ, ਅੱਜ ਤੋਂ ਤਾਰਾਂ ਵੀ ਉਹਦੇ ਨਾਲ ਹੀ ਜੋੜਨੀਆਂ ਹੈ। इसलिए हरी कृपा कैसे मिले जब पूत ही हुआ कपूत, भरमों में जग उलझा नहीं किया गुरु पीर, सहजो मिले ना सिंध को जूं तलाब का नीर। कहते हैं कि जेड़ा भरमा च उलझिया रहता है, किसी कामिल गुरु मुरशद नाल नहीं जुड़दा, ओदी हालत पता की हुंदी है? जिद्दां एक तलाब हुंदा ना, छोटा जिहा छप्पड़, ਉਹ ਛੱਪੜ ਦਾ ਛੱਪੜ ਹੀ ਰਹਿ ਜਾਂਦਾ, ਗੰਦਾ ਹੋ ਜਾਂਦਾ, ਖਤਮ ਹੋ ਜਾਂਦਾ, ਪਰ ਕਦੀ ਸਮੁੰਦਰ ਤੱਕ ਨਹੀਂ ਪਹੁੰਚਦਾ। ਸਮੁੰਦਰ ਤੱਕ ਤਾਂ ਨਦੀ ਪਹੁੰਚਦੀ ਹੈ, ਜਿਹੜੀ ਬਹਿੰਦੀ ਹੈ ਔਰ ਇੱਕ ਦਿਨ ਸਮੁੰਦਰ ਵਿੱਚ ਲੀਨ ਹੋ ਜਾਂਦੀ ਹੈ। ਉਹ ਕਹਿੰਦੇ ਇਸੇ ਤਰ੍ਹਾਂ ਤੂੰ ਵੀ ਸੱਚੇ ਸਤਿਗੁਰ ਰੂਪੀ ਨਦੀ ਨਾਲ ਜੁੜ ਜਾ,
ਕਿਉਂਕਿ ਜਿਹੜੀ ਨਦੀ ਉਹਦੇ ਤੱਕ ਜਾਂਦੀ ਹੈ ਨਾ, ਉਹ ਸਤਿਗੁਰ ਰੂਪੀ ਨਦੀ ਨਾਲ ਜੁੜ ਜਾਏਗਾ, ਉਹ ਤੈਨੂੰ ਵੀ ਉਹਦੇ ਤੱਕ ਲੈ ਜਾਣਗੇ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਜਾਣਾ ਕਿ ਨਹੀਂ ਪ੍ਰਭੂ ਤੱਕ? ਤੇ ਐਸੇ ਸੰਤ ਫਕੀਰ ਨਾਲ ਜੁੜੋ ਜੋ ਸਾਨੂੰ ਉਹਦੇ ਨਾਲ ਜੋੜ ਦੇਵੇ, ਭਰਮਾਂ ਚੋਂ ਕੱਢ ਦੇਵੇ ਸਾਨੂੰ। ਹੁਣ ਅਗਲੀ ਲਾਈਨ, ਆਖਰੀ ਲਾਈਨ 'ਚ ਸਹਿਜੋ ਕੀ ਕਹਿੰਦੀ, ਫਿਰ ਸਤਸੰਗ ਦੀ ਸਮਾਪਤੀ ਕਰਾਂਗੇ। ਅੰਤਿਮ ਲਾਈਨ 'ਚ ਸਹਿਜੋ ਕਹਿੰਦੀ ਹੈ, ਜਿੱਦਾਂ ਦੱਸਿਆ ਕਿ ਸਹਿਜੋ ਮਿਲੇ ਨਾ ਸਿੰਧ ਕੋ ਜੂ ਤਲਾਬ ਕਾ ਨੀਰ। ਔਰ ਆਖਰੀ ਲਾਈਨ 'ਚ ਕੀ ਕਹਿੰਦੀ ਹੈ ਕਿ ਸਤਗੁਰ ਕਹੇ ਸੋ ਬਾਤ ਨਾ ਮਾਨੇ, ਜਗਤ ਕਹੇ ਕਰੇ ਸੋਏ। ਗੱਜ ਸੇ ਉਤਰ ਕਰ ਖਰ ਪਰ ਚੜੀ ਹੈ, ਜੇ ਕੋਈ ਬਾਤ ਨਾ ਹੋਏ। ਜਰਾ ਸਮਝਣਾ। ਹੁਣ ਇੱਕ ਗੱਲ ਦਾ ਜਵਾਬ ਦੇਣਾ ਇੱਥੇ, ਫਿਰ ਸਹਿਜੋ ਵਾਲੀ ਗੱਲ ਪੂਰੀ ਕਰਾਂਗੇ ਕਿ ਇੱਕ ਆਦਮੀ ਹਾਥੀ ਤੇ ਬਹਿ ਕੇ ਜਾ ਰਿਹਾ ਹੈ, ਹਾਥੀ ਦੇ ਉੱਪਰ ਬਹਿ ਕੇ ਜਾ ਰਿਹਾ, ਰਸਤੇ 'ਚ ਕੁੱਤੇ ਭੌਂਕ ਰਹੇ ਆ। ਉਹਨੂੰ ਕੋਈ ਫਰਕ ਹੈ? ਜਿਹੜਾ ਹਾਥੀ ਚਲੇ ਕੁੱਤੇ ਤੋਂ ਡਰੇਗਾ? ਉਹ ਕੁੱਤੇ ਦੂਰੋਂ ਦੂਰੋਂ ਭੌਂਕ ਰਹੇ, ਕਿਉਂਕਿ ਪਤਾ ਹਾਥੀ ਦੇ ਲਾਗੇ ਜਾਣ ਦੀ ਕਿਸੇ ਕੁੱਤੇ ਦੀ ਹਿੰਮਤ ਨਹੀਂ ਹੈ। ਹੁਣ ਜਦੋਂ ਜਾ ਰਿਹਾ ਹੈ ਤਾਂ ਉਹ ਉੱਪਰ ਬੈਠਾ ਆਦਮੀ ਸੋਚੇ, ਉੱਪਰ ਬੈਠਾ ਆਦਮੀ ਸੋਚੇ, ਯਾਰ ਕੁੱਤੇ ਬੜੇ ਭੌਂਕ ਰਹੇ ਆ, ਕਦੀ ਕੁੱਤੇ ਦੀ ਸਵਾਰੀ ਨਹੀਂ ਕੀਤੀ, ਇਹ ਹਾਥੀ ਤੋਂ ਉਤਰ ਕੇ ਕੁੱਤੇ ਤੇ ਬਹਿ ਜਾਵਾਂ ਫਿਰ ਕੀ ਗੱਲ ਬਣੇਗੀ? ਹੁਣ ਉਹ ਸਮਝਦਾਰ ਬੰਦਾ ਕੀ ਕਰਦਾ? ਹੁਣ ਸਮਝਦਾਰ ਕਿਉਂ ਕਹਿ ਰਹੇ ਹੈ ਤਾਂ ਬੇਵਕੂਫ ਹੀ, ਪਰ ਉਹ ਕਹਿੰਦਾ ਲੈ ਹਾਥੀ ਤੇ ਤਾਂ ਬੜੀ ਢੇਰ ਹੋ ਗਈ ਬੈਠੇ ਨੇ, ਕੋਈ ਕੁੱਤੇ ਤੇ ਬਹਿ ਕੇ ਦੇਖਾਂ। ਹਾਥੀ ਤੋਂ ਉਤਰਿਆ ਉਹ, ਔਰ ਕੁੱਤੇ ਨੂੰ ਫੜ ਕੇ ਕੰਨ ਉਹਦੇ ਉੱਤੇ ਬੈਠਣ ਲੱਗਾ। ਜਿੱਦਾਂ ਹੀ ਬੈਠਣ ਲੱਗਾ ਤਾਂ ਕੀ ਹੋਇਆ? ਕੁੱਤੇ ਨੇ ਮਾਰ ਲਿਆ ਮੁੱਚ, ਸਾਰੇ ਕੁੱਤੇ ਇਕੱਠੇ ਹੋ ਗਏ। ਹੁਣ ਲਹੂ ਲਹਾਨ ਹੋ ਕੇ ਕਹਿੰਦਾ ਇਹਨਾਂ ਤੋਂ ਚੰਗਾ ਹਾਥੀ ਤੇ ਬੈਠਾ ਰਹਿੰਦਾ। ਹੁਣ ਇਹਨੂੰ ਸਮਝਦਾਰ ਕਹੋਗੇ ਬੇਵਕੂਫ? ਆਵਾਜ਼ ਨਹੀਂ ਆਈ? ਮੂਰਖ ਕਹੋਗੇ ਮੂਰਖ? ਤਾਂ ਹੁਣ ਜਰਾ ਸੋਚੋ, ਉਹਨੂੰ ਤਾਂ ਮੂਰਖ ਕਹਿੰਦੇ, ਤੁਸੀਂ ਕੀ ਹੈ? ਤੁਸੀਂ ਕਹਣਾ ਜੀ ਅਸੀਂ ਕੀ ਕੀਤਾ ਇਦਾਂ ਦਾ? ਅਸੀਂ ਤਾਂ ਹਾਥੀ ਤੋਂ ਉਤਰ ਕੇ ਕੁੱਤੇ ਤੇ ਬੈਠੇ ਹੀ ਨਹੀਂ। ਪਰ ਇੱਥੇ ਕੀ ਸਹਿਜੋ ਕਹਿ ਰਹੀ ਹੈ? ਗੱਜ ਕਹਿੰਦੇ ਆ ਹਾਥੀ ਨੂੰ ਕਿ ਜਦੋਂ ਅਸੀਂ ਸੰਤਾਂ ਦੀ ਵਚਨ ਸੁਣਦੇ ਆ, ਸੱਚੇ ਸੰਤਾਂ ਦੇ ਵਚਨਾਂ ਤੇ ਯਕੀਨ ਕਰਦੇ ਆ, ਤਾਂ ਸੰਤਾਂ ਦੇ ਵਚਨ ਗੱਜ ਦੀ ਤਰ੍ਹਾਂ ਹੈ, ਹਾਥੀ ਦੀ ਤਰ੍ਹਾਂ ਹੈ ਕਿ ਉਹਨਾਂ ਤੇ ਯਕੀਨ ਕਰਾਂਗੇ ਤਾਂ ਕੋਈ ਦੁਨੀਆ ਦੀ ਤਕਲੀਫ, ਦੁੱਖ, ਕੁੱਤਾ ਬਿੱਲਾ ਸਾਡੇ ਨੇੜੇ ਆ ਹੀ ਨਹੀਂ ਸਕਦਾ। ਪਰ ਜਦੋਂ ਸੰਤਾਂ ਦੇ ਵਚਨਾਂ ਤੇ ਯਕੀਨ ਕਰਨ ਦੀ ਬਜਾਏ ਅਸੀਂ ਦੁਨੀਆ ਦੀਆਂ ਗੱਲਾਂ ਤੇ ਯਕੀਨ ਕਰਨ ਲੱਗ ਜਾਂਦੇ ਆ, ਦੁਨੀਆ ਦੀਆਂ ਗੱਲਾਂ ਤੇ, ਆਂਡੀਆਂ ਗੁਆਂਢੀਆਂ ਦੀਆਂ ਗੱਲਾਂ ਤੇ, ਦੁਨੀਆ ਕਹਿੰਦੀ ਉਹ ਇਹ ਨਹੀਂ ਹੋਣਾ, ਆ ਤੇਰਾ ਦੁੱਖ ਦੂਰ ਨਹੀਂ ਹੋਣਾ, ਆ ਤੈਨੂੰ ਨਹੀਂ ਕੁਝ ਮਿਲਣਾ, ਅਸੀਂ ਉਹਨਾਂ ਦੀ ਗੱਲ ਮੰਨ ਲੈਂਦੇ ਤਾਂ ਸੰਤਾਂ ਦੇ ਵਚਨਾਂ ਨੂੰ ਭੁੱਲ ਜਾਂਦੇ ਆ। ਸੰਤ ਕਹਿੰਦੇ ਰੱਬ ਦਾ ਸਿਮਰਨ ਕਰੋ, ਉਹ ਨਹੀਂ ਕਰਦੇ ਤਾਂ ਦੁਨੀਆ ਕਹਿੰਦੇ ਵੇ ਨਾ ਉਹ ਅੱਧੀ ਰਾਤ ਨੂੰ ਜਾ ਕੇ ਨਾ ਉੱਥੇ ਦੀਵਾ ਜਗਾ ਦੇ, ਸਭ ਕੁਝ ਹੋ ਜਾਏਗਾ, ਉਹ ਕਰਨ ਤੁਰ ਪੈਂਦੇ ਆ ਅਸੀਂ। ਇਹ ਤਾਂ ਵੀ ਉਹੀ ਗੱਲ ਹੈ, ਸੰਤਾਂ ਦੇ ਵਚਨ ਹਾਥੀ ਦੀ ਤਰ੍ਹਾਂ ਹੈ, ਉੱਥੋਂ ਉਤਰ ਕੇ ਤਾਂ ਉਹਨਾਂ ਲੋਕਾਂ ਦੀ ਗੱਲ ਮੰਨਾਂਗੇ ਤਾਂ ਫਿਰ ਇਹੀ ਹੈ ਕਿ ਆਪਣੇ ਹਾਥੀ ਨੂੰ ਛੱਡ ਕੇ ਕੁੱਤੇ ਦੇ ਉੱਪਰ ਸਵਾਰੀ ਕਰ ਰਹੇ ਆ ਤਾਂ ਮਿਲਣਾ ਕੁਝ ਨਹੀਂ, ਉਲਟਾ ਨੁਕਸਾਨ ਹੋ ਜਾਣਾ। ਹੁਣ ਜਰਾ ਸੋਚੋ, ਕੋਈ ਕਵੇ ਉਹ ਅੱਧੀ ਰਾਤ ਨੂੰ ਚੁਰਾਹੇ 'ਚ ਜਾ ਕੇ ਦੀਵਾ ਬਾਲ ਦੇ, ਹੁਣ ਤੁਸੀਂ ਜਾਣਾ ਪਤਾ ਕਿਹਦਾ ਮੂੰਹ ਲੁਕੋਗੇ, ਕੋਈ ਦੇਖੇ ਨਾ, ਇਹ ਤਾਂ ਕਹਿਣਾ ਟੂਣਾ ਕਰਦਾ ਪਿਆ ਕੋਈ। ਹੁਣ ਜੇ ਕਿਸੇ ਨੇ ਦੇਖ ਲਿਆ ਤੁਹਾਡੀ ਇੱਜ਼ਤ ਕੀ ਰਹਿਣੀ ਹੈ? ਨੁਕਸਾਨ ਹੀ ਹੋਇਆ, ਫਾਇਦਾ ਤਾਂ ਪਤਾ ਨਹੀਂ ਹੋਣਾ ਜਾਂ ਨਹੀਂ ਹੋਇਆ, ਪਹਿਲਾਂ ਨੁਕਸਾਨ ਕੀ ਹੋ ਗਿਆ ਕਿ ਲੋਕਾਂ ਦੀ ਨਜ਼ਰਾਂ 'ਚ ਆ ਗਿਆ ਭਾਈ ਇਹ ਬੰਦਾ ਜਾਦੂ ਕਰਨ ਵਾਲਾ ਹੈ। ਕਿਉਂਕਿ ਜੇ ਇੱਕ ਨੇ ਦੇਖ ਲਿਆ ਤਾਂ ਉਹਨਾਂ ਪੂਰੇ ਮਹੱਲੇ 'ਚ ਰੌਲਾ, ਤਾਂ ਕਿਉਂਕਿ ਖਬਰ ਤਾਂ ਇਦਾਂ ਫੈਲਦੀ ਹੈ, ਆਪਣੀ ਖਬਰ ਨਹੀਂ ਦੂਜਿਆਂ ਦੀ। ਇਸ ਕਰਕੇ ਗੱਜ ਤੇ ਬੈਠੇ ਹੋ ਨਾ, ਇਹ ਹੈ ਸੰਤਾਂ ਦੇ ਵਚਨ। ਹੁਣ ਜਿਹੜੇ ਜੀਵ ਸਾਡੇ ਨਾਲ ਜੁੜੇ ਹੈ, ਇਹੀ ਇੱਕ ਗੱਲ ਕਹਾਂਗੇ, ਯਕੀਨ ਰੱਖੋ ਜੇ ਤੁਹਾਨੂੰ ਕੁਝ ਕਹਿਤਾ ਨਾ ਕਿਰਪਾ ਹੋਏਗੀ, ਰਹਿਮਤ ਹੋਏਗੀ, ਤਾਂ ਦੁਨੀਆ ਜੋ ਮਰਜ਼ੀ ਕਹੀ ਜਾਵੇ, ਵਿਸ਼ਵਾਸ ਰੱਖੋ ਤਾਂ ਰਹਿਮਤਾਂ ਹੋਣਗੀਆਂ ਵੀ ਜ਼ਰੂਰ। ਤਾਂ ਹੁਣੇ ਤੁਸੀਂ ਦੇਖ ਰਹੇ ਸੀ 4.5 ਸਾਲ ਦੀ ਬੱਚੀ ਮੰਨਤ ਜਿਹਦਾ ਨਾਮ ਹੈ, ਸ਼ਬਦ ਗਾ ਰਹੀ ਸੀ, ਦੇਖਿਆ ਨਾ ਤੁਸੀਂ ਹੁਣੇ ਸਤਸੰਗ ਤੋਂ ਪਹਿਲਾਂ। ਇਹਨਾਂ ਨੇ ਤਕਰੀਬਨ ਸ਼ਾਇਦ ਕਿੰਨੇ ਸਾਲ ਹੋ ਗਏ ਸੀ ਪਹਿਲਾਂ ਫਲ ਪਵਾਇਆ? 8-10 ਸਾਲ ਪਹਿਲਾਂ ਫਲ ਪਵਾਇਆ। ਦੁਨੀਆ ਨੇ ਬਥੇਰਾ ਤੁਹਾਡੇ ਆ ਦੇ 8.5 ਸਾਲ ਦਰਬਾਰ ਨਾਲ ਜੁੜਿਆਂ ਨੂੰ ਹੋ ਗਏ ਸੀ, ਦੁਨੀਆ ਕਹਿੰਦੀ ਸੀ ਕੁਝ ਨਹੀਂ ਹੋਣਾ, ਕੁਝ ਨਹੀਂ ਹੋਣਾ। ਪਰ ਇਹ ਇਦਾਂ ਦੇ ਮਾਲਕਾਂ ਨਾਲ ਪਿਆਰ ਕਰਨ ਵਾਲੇ ਇੱਕ ਪਲ ਵੀ ਡੋਲੇ ਨਹੀਂ। ਇਹ ਕਹਿੰਦੇ ਸਾਨੂੰ ਆਪਣੇ ਮਾਲਕਾਂ ਤੇ ਪੂਰਾ ਯਕੀਨ ਹੈ ਕਿ ਸਾਨੂੰ ਖੁਸ਼ੀਆਂ ਦੇਣਗਾ ਤਾਂ ਮਾਲਕ ਜ਼ਰੂਰ ਦੇਗਾ। ਤਾਂ ਦੇਖ ਲਓ ਅੱਜ ਉਹ ਬੱਚਾ ਕਿੱਦਾਂ ਗੁਣਗੁਣਾ ਰਿਹਾ ਸੀ, ਜਿੱਥੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਕਿ ਇਹ ਬੱਚਾ ਨਹੀਂ ਹੋਣਾ, ਇਹਨਾਂ ਦੀ ਔਲਾਦ ਨਹੀਂ ਹੋਣੀ, ਅੱਜ ਉਹ ਬੱਚਾ ਤੁਹਾਡੇ ਸਾਹਮਣੇ ਮਾਲਕਾਂ ਦਾ ਗੁਣਗਾਨ ਕਰ ਰਿਹਾ ਸੀ। ਇਹਨੂੰ ਕਹਿੰਦੇ ਜੇ ਅਸੀਂ ਬਚਨ ਤੇ ਯਕੀਨ ਰੱਖਾਂਗੇ ਤਾਂ ਫਿਰ ਉਹਦਾ ਦਰ ਐਸਾ ਹੈ ਕਿ ਮੰਗਾਂਗੇ ਸ਼ਹਿਦ ਦੀ ਕੋਲੀ ਤਾਂ ਮਿਲਣੀ ਹੈ ਭਰੇ ਹੋਏ ਮਟਕੇ। ਬਸ ਗੱਲ ਤਾਂ ਵਿਸ਼ਵਾਸ ਦੀ ਹੈ। ਇਦਾਂ ਦੇ ਹੋਰ ਵੀ ਬਹੁਤ ਜੀਵ ਹੈ, ਜੇ ਖੜੇ ਕਰਨਾ ਚਾਹੀਏ ਕਰ ਸਕਦੇ ਆ। ਪੰਡੋਕੇ ਤੋਂ ਬਹੁਤ ਹੈ, ਆ ਪ੍ਰੀਤਮ ਬੈਠਾ, ਹੋਰ ਬਹੁਤ ਇੱਥੇ ਹੈ, ਇਸ਼ਾਰਾ ਕਰ ਰਿਹਾ ਮਾਲਕੋ ਦੱਸੋ, ਪਰ ਇਹ ਟਾਈਮ ਨਹੀਂ ਹੈ। ਪਰ ਇੰਨੀ ਗੱਲ ਦੱਸ ਦੇਵਾਂਗੇ ਕਿ ਸੰਤਾਂ ਦੇ ਵਚਨ ਉਹ ਹਾਥੀ ਦੀ ਤਰ੍ਹਾਂ ਹੈ ਕਿ ਜਿਹੜਾ ਹਾਥੀ ਤੇ ਸਵਾਰ ਹੋ ਗਿਆ ਨਾ, ਫਿਰ ਉਹ ਮਸਤੀ ਦੇ ਨਾਲ ਚੱਲਦਾ ਚੱਲਦਾ ਆਪਣੀ ਮੰਜ਼ਿਲ ਤੱਕ ਪਹੁੰਚ ਜਾਂਦਾ ਹੈ। ਤਾਂ ਜਿਹੜਾ ਹਾਥੀ ਦੀ ਸਵਾਰੀ ਛੱਡ ਕੇ ਕੁੱਤੇ ਤੇ ਸਵਾਰੀ ਕਰੇਗਾ ਤਾਂ ਪਹੁੰਚਣਾ ਕਿਤੇ ਨਹੀਂ, ਉਲਟਾ ਚੱਕ ਕੇ ਲਿਜਾਣਾ ਪੈਣਾ ਉਹਨੂੰ ਹਸਪੀਟਲ। ਹੁਣ ਤੁਸੀਂ ਹਸਪੀਟਲ ਜਾਣ ਵਾਲੇ ਕੰਮ ਨਾ ਕਰਿਓ, ਸਮਝਦੇ ਹੋ ਕਿ ਨਹੀਂ? ਦੁਨੀਆ ਦੀਆਂ ਗੱਲਾਂ ਤੇ ਯਕੀਨ ਨਹੀਂ ਕਰਨਾ, ਆਪਣੇ ਮਾਲਕ ਦੀਆਂ ਗੱਲਾਂ ਤੇ ਯਕੀਨ ਕਰਨਾ ਹੈ।
ਸੰਤਾਂ ਫਕੀਰਾਂ ਦੇ ਵਚਨਾਂ ਤੇ ਯਕੀਨ ਕਰਨਾ। ਬੋਲੋ ਕਰੋਗੇ ਕਿ ਨਹੀਂ? ਸਮਝਦੇ ਹੋ ਕਿ ਨਹੀਂ? ਇਹਨੂੰ ਕਹਿੰਦੇ ਹੈ ਕਿ ਗੱਜ ਸੇ ਉਤਰ ਕਰ ਕੁਕਰ ਪਰ ਚੜੀ ਹੈ। ਜੇ ਕੋਈ ਬਾਤ ਨਾ ਹੋਏ, ਉਹ ਕਹਿੰਦੇ ਗੱਲ ਨਹੀਂ ਹੈ ਕੋਈ ਹਾਥੀ ਚੜ ਕੇ ਕੁੱਤੇ ਤੇ ਖੜੀ ਸਵਾਰੀ ਕਰੇ, ਇਹ ਕੋਈ ਸਮਝਦਾਰੀ ਨਹੀਂ ਹੈ। ਇਸ ਲਈ ਸਮਝਦਾਰ ਉਹੀ ਹੈ ਜਿਹੜਾ ਕੁੱਤਿਆਂ ਬਿੱਲੀਆਂ ਤੋਂ ਬਚਣਾ ਚਾਹੁੰਦਾ ਹੈ, ਉਹ ਹਾਥੀ ਤੇ ਸਦਾ ਸਵਾਰ ਰਵੇ। ਤਾਂ ਤੁਸੀਂ ਵੀ ਆਪਣੇ ਮਾਲਿਕ ਦੇ ਵਚਨਾਂ ਤੇ ਯਕੀਨ ਰੱਖੋ, ਵਿਸ਼ਵਾਸ ਰੱਖੋ, ਤਾਂ ਤੁਸੀਂ ਵੀ ਹਰ ਦੁੱਖ ਤੋਂ ਬਚੇ ਰਹੋਗੇ। ਅੰਦਰ ਵਿਸ਼ਵਾਸ ਪੂਰਾ ਚਾਹੀਦਾ ਹੈ, ਯਕੀਨ ਪੂਰਾ ਚਾਹੀਦਾ ਹੈ। समझ आ गई कि नहीं? इसलिए एक गल कहांगे कि पंडित कहते हैं कहीं भी जाने से पहले राशि दिन मुहूर्त देख के निकला करो। कहीं भी जाने से पहले राशि दिन मुहूर्त देख के निकला करो। बहुत ऐसे होंगे जिहड़े अखबार च पहले अपनी राशि पढ़ते हैं, अज मेरी राशि च की है। पढ़ता कोई इत्थे? अजकल टीवियां ते भी सुनते, मोबाइलां च भी पढ़न लग पैंदे। अज देखा मुहूर्त चंगा कि नहीं मेरे वास्ते, राशि चंगी है कि नहीं मेरे वास्ते। ਤਾਂ ਯਾਦ ਰੱਖੋ, ਹੁਣ ਜਰਾ ਹੁਣ ਧਿਆਨ ਦੇਣਾ। ਹੁਣ ਫਰਜ਼ ਕਰੋ ਕਿੰਨੇ ਜੀਵ ਇੱਥੇ ਜਿਨ੍ਹਾਂ ਦਾ ਨਾਮ ਰਾਰੇ ਤੋਂ ਸ਼ੁਰੂ ਹੁੰਦਾ, ਆਰ ਤੋਂ ਸ਼ੁਰੂ ਹੁੰਦਾ, ਰਾਰੇ ਤੋਂ। ਕਿੰਨੇ ਜੀਵ ਹੱਥ ਖੜਾ ਕਰੋ ਜਿਨ੍ਹਾਂ ਦਾ ਨਾਮ ਰਾ ਤੋਂ ਸ਼ੁਰੂ ਹੁੰਦਾ, ਰਾਰੇ ਤੋਂ। ਹੁਣ ਦੇਖੋ ਕਿੰਨੇ। ਹੁਣ ਸਾਰੇ ਦੀ ਰਾਸ਼ੀ ਇੱਕ ਹੈ ਪਰ ਜ਼ਿੰਦਗੀ ਇੱਕ ਹੈ ਸਾਰਿਆਂ ਦੀ। ਪਰੇਸ਼ਾਨੀਆਂ ਟੈਨਸ਼ਨਾਂ ਅਲੱਗ-ਅਲੱਗ ਹੈ ਕਿ ਨਹੀਂ? ਜਵਾਬ ਦਿਓ ਜੇ ਇੱਕੋ ਹੀ ਪਰੇਸ਼ਾਨੀ ਹੈ ਕਿ ਨਹੀਂ ਜੀ ਮੇਰਾ ਵੀ ਢਿੱਡ ਦੁਖਦਾ, ਉਹਦਾ ਢਿੱਡ, ਉਹਦਾ ਵੀ ਢਿੱਡ, ਉਹਦਾ ਵੀ ਢਿੱਡ, ਸਾਰੇ ਢਿੱਡ ਹੀ ਦੁਖਦੇ ਆ। ਹਾਂ ਵੀ ਇਹ ਰਾਸ਼ੀ ਦਾ ਕੰਟਰੋਲ ਹੈ, ਇਹ ਰਾਸ਼ੀ ਮਾੜੀ ਹੈ, ਸਾਰੇ ਢਿੱਡ ਦੁਖਾ ਰਹੀ ਹੈ। ਪਰ ਹੈ ਕਿਸੇ ਨੂੰ ਇਦਾਂ? ਹੁਣ ਕਿੰਨੇ ਨਾਮ ਹੈ ਜਿਹਨਾਂ ਦਾ ਕੱਕੇ ਤੋਂ ਸ਼ੁਰੂ ਹੁੰਦਾ, ਵੇ ਕਾ ਤੋਂ। ਕਾਲੇ ਹੈ, ਦੇਖੋ ਕਾਲੇ ਵੀ ਕਾਫੀ ਹੈ। ਹੁਣ ਤੁਹਾਡੀ ਵੀ ਰਾਸ਼ੀ ਇੱਥੇ ਤੱਕ ਕਵਾਂਗੇ ਰਾਮ ਔਰ ਰਾਵਣ, ਕ੍ਰਿਸ਼ਨ ਔਰ ਕੰਸ, ਰਾਸ਼ੀ ਇੱਕੋ ਹੀ ਸੀ ਪਰ ਕਰਮ ਅਲੱਗ-ਅਲੱਗ ਸੀ। ਇਸ ਲਈ ਇੱਥੇ ਇੱਕ ਗੱਲ ਦਵਾਂਗੇ, ਰਾਸ਼ੀਆਂ ਦੇ ਚੱਕਰ 'ਚ ਨਹੀਂ ਪੈਣਾ। ਇਹ ਭਰਮਾਂ 'ਚ ਪਾਇਆ ਜਾ ਰਿਹਾ ਇਨਸਾਨ ਨੂੰ। ਸਮਝਦੇ ਹੋ ਕਿ ਨਹੀਂ? ਰਾਸ਼ੀਆਂ ਤਾਂ ਲੱਖਾਂ ਹੀ ਦੁਨੀਆ ਦੇ ਲੋਕ ਹੋਣਗੇ, ਇੱਕੋ ਹੀ ਹੈ, ਪਰ ਸਾਰਿਆਂ ਦੀ ਜਿੱਦਾਂ ਕਹਿ ਲਓ ਜ਼ਿੰਦਗੀ ਅਲੱਗ-ਅਲੱਗ ਹੁੰਦੀ ਹੈ। ਕਦੀ ਵੀ ਰਾਸ਼ੀਆਂ ਸਾਨੂੰ ਸੁੱਖ ਦੁੱਖ ਨਹੀਂ ਦਿੰਦੀਆਂ। ਜਦ ਵੀ ਸਾਨੂੰ ਸੁੱਖ ਜਾਂ ਦੁੱਖ ਮਿਲਦਾ ਤਾਂ ਸਾਡੇ ਆਪਣੇ ਕਰਮਾਂ ਨਾਲ ਮਿਲਦਾ ਹੈ। ਅਸੀਂ ਕਰਮ ਕੀ ਕਰਦੇ ਹਾਂ? ਕਿਉਂਕਿ ਕਰਨੀ ਆਪੋ ਆਪਣੀ, ਕਹਿ ਨੇੜੇ ਕਹਿ ਦੂਰ। ਕਹਿੰਦੇ ਕੋਇਲ ਵੀ ਕਾਲੀ ਭਈ, ਕੋਇਲ ਵੀ ਕਾਲੀ ਭਈ, ਕਾਲਾ ਭਿਆ ਕਾਗ। ਕਊਆ ਵੀ ਕਾਲਾ ਹੀ ਹੁੰਦਾ ਤਾਂ ਕੋਇਲ ਵੀ ਕਾਲੀ ਹੁੰਦੀ ਹੈ। ਕੋਇਲ ਵੀ ਕਾਲੀ ਭਈ, ਕਾਲਾ ਭਿਆ ਕਾਗ, ਬਾਣੀ ਕਰਮ ਸੇ ਤੈਅ ਕਰੇ ਦੋਨੋਂ ਆਪਣਾ ਭਾਗ। ਦੋਨਾਂ ਦਾ ਭਾਗ ਉਹਨਾਂ ਦੀ ਆਪਣੀ ਬਾਣੀ ਨਾਲ ਹੁੰਦਾ। ਕੋਇਲ ਕੂ ਕੂ ਕਰਦੀ ਹੈ, ਸਾਰਿਆਂ ਨੂੰ ਚੰਗੀ ਲੱਗਦੀ ਹੈ। ਕਊਆ ਕਾਂਗਾ ਕਰਦਾ, ਪੱਥਰ ਖਾਂਦਾ ਹੈ। ਰੰਗ ਤਾਂ ਇੱਕੋ ਹੀ ਹੈ ਨਾ, ਰਾਸ਼ੀ ਵੀ ਇੱਕੋ ਹੀ ਹੈ। ਕਾ ਕੋਇਲ, ਕਾ ਕਾਗ। ਰਾਸ਼ੀ ਵੀ ਇੱਕ ਹੈ ਪਰ ਇੱਕ ਨੂੰ ਅਸੀਂ ਪਿਆਰ ਕਰਦੇ ਹਾਂ, ਕੋਇਲ। ਤਾਂ ਹੀ ਤਾਂ ਕਹਿੰਦੇ ਨਾ ਕੋਇਲ ਸੀ ਤੇਰੀ ਬੋਲੀ। ਕਿਸੇ ਨੂੰ ਕਹਿੰਦਾ ਤੇਰੀ ਬੋਲੀ ਤਾਂ ਭਾਈ ਕੋਇਲ ਵਰਗੀ ਹੈ, ਬੜੀ ਮਿੱਠੀ ਆਵਾਜ਼ ਹੈ। ਤਾਂ ਹੁਣ ਜਰਾ ਗੌਰ ਕਰੋ, ਸੱਚ ਦੱਸਿਓ, ਤੁਸੀਂ ਕਿਸੇ ਨੂੰ ਕਹੋ ਨਾ ਤੇਰੀ ਬੋਲੀ ਕੋਇਲ ਵਰਗੀ, ਅਗਲੇ ਨੂੰ ਖੁਸ਼ੀ ਹੋਏਗੀ, ਹੋਏਗੀ ਕਿ ਨਹੀਂ? ਤਾਂ ਜੇ ਕਿਸੇ ਨੂੰ ਕਹੋ ਤੇਰੀ ਬੋਲੀ ਕਾਂ ਵਰਗੀ ਹੈ, ਅਗਲੇ ਨਾਲ ਲੜਨ ਪੈਣਾ। ਕਹਿਣਾ ਇੰਨੀ ਹਿੰਮਤ, ਕਾਂ ਵਰਗੀ ਬੋਲੀ, ਗਾਲ ਕੱਢਦਾ ਮੈਨੂੰ, ਲੜਨ ਪਏਗਾ ਤੁਹਾਨੂੰ। ਕਹਿਣਾ ਕੀ ਗੱਲ, ਉਹ ਵੀ ਕਾਲੀ, ਉਹ ਵੀ ਕਾਲੀ, ਉਹਦੀ ਰਾਸ਼ੀ ਵੀ ਕਾਂ ਤੋਂ ਹੁੰਦੀ, ਉਹਦੀ ਰਾਸ਼ੀ ਵੀ ਕਾਂ ਤੋਂ। ਰਾਸ਼ੀ ਤਾਂ ਦੋਨਾਂ ਦੀ ਮਿਥੁਨ ਹੀ ਬਣਦੀ ਹੈ। ਪਰ ਭਾਈ ਇੱਕ ਨੂੰ ਪਿਆਰ ਤੇ ਇੱਕ ਨਾਲ ਲੜਾਈ, ਤਕਰਾਰ ਇਹ ਕਿਉਂ? ਤਾਂ ਇਹ ਕੀ ਹੁੰਦਾ ਹੈ? ਇਹ ਸਾਡੀ ਬਾਣੀ ਕੈਸੀ ਹੈ, ਸਾਡੇ ਕਰਨੀ ਕੈਸੀ ਹੈ, ਕਰਮ ਕੈਸੇ ਹੈ। ਜੇ ਅਸੀਂ ਮਿੱਠਾ ਬੋਲਦੇ ਜੋ ਸਭ ਨੂੰ ਚੰਗਾ ਲੱਗੇ ਤੇ ਅਸੀਂ ਸਭ ਦੀਆਂ ਨਜ਼ਰਾਂ 'ਚ ਪਿਆਰੇ ਹੋ ਜਾਵਾਂਗੇ। ਤਾਂ ਜੇ ਅਸੀਂ ਕੋੜਾ ਬੋਲਦੇ ਜੋ ਸਭ ਨੂੰ ਬੁਰਾ ਲੱਗੇ ਤਾਂ ਸਾਰੇ ਸਾਨੂੰ ਡਾਂਟਾ ਹੀ ਮਾਰਨਗੇ, ਪੱਥਰ ਹੀ ਮਾਰਨਗੇ, ਦੌੜ ਜਾ, ਤੇਰੀ ਸ਼ਕਲ ਨਹੀਂ ਦੇਖਣੀ। ਤੁਹਾਡੇ ਕਰਮ, ਤੁਹਾਡੀ ਕਰਨੀ ਇਹ ਤੈਅ ਕਰਦੀ ਹੈ ਕਿ ਤੁਹਾਡੇ ਜੀਵਨ 'ਚ ਸੁੱਖ ਆਣਾ ਜਾਂ ਦੁੱਖ। ਕਿਉਂਕਿ ਅੱਛੇ ਕਰਮ ਕਰਾਂਗੇ, ਸੇਵਾ ਸਿਮਰਨ ਕਰਾਂਗੇ ਤਾਂ ਖੁਸ਼ੀਆਂ ਆਣਗੀਆਂ, ਔਰ ਮਾੜੇ ਕਰਮ ਕਰਾਂਗੇ ਤਾਂ ਜੀਵਨ 'ਚ ਦੁੱਖ ਆਣਗੇ, ਰਾਸ਼ੀ ਚਾਹੇ ਕੋਈ ਵੀ ਹੋਵੇ। ਇਸ ਲਈ ਕੰਸ ਦੇ ਕਰਮ ਮਾੜੇ ਸੀ, ਰਾਸ਼ੀ ਉਹੀ ਸੀ, ਕਰਮ ਮਾੜੇ ਸੀ ਤਾਂ ਅੱਜ ਦੁਨੀਆ ਮਾੜਾ ਕਹਿੰਦੀ ਹੈ। ਤਾਂ ਸ਼੍ਰੀ ਕ੍ਰਿਸ਼ਨ ਰਾਸ਼ੀ ਉਹੀ ਸੀ, ਕਰਮ ਅੱਛੇ ਸੀ ਤਾਂ ਦੁਨੀਆ ਨੂੰ ਭਗਵਾਨ ਕਹਿੰਦੀ ਹੈ। ਹੁਣ ਕਾਹਦੇ ਨਾਲ ਸ਼ੈਤਾਨ ਨੂੰ ਭਗਵਾਨ ਤੋਲਿਆ ਜਾਂਦਾ ਹੈ, ਰਾਸ਼ੀ ਨਾਲ ਜਾਂ ਕਰਨੀ ਨਾਲ? ਜਵਾਬ ਦੇ ਦਿਓ। ਤਾਂ ਫਿਰ ਕਿਉਂ ਰਾਸ਼ੀਆਂ ਚੱਕਰਾਂ 'ਚ ਪਏ ਹੋ? ਅੱਜ ਤੋਂ ਆਪਣੀ ਕਰਨੀ ਨੂੰ ਸਹੀ ਕਰੋ, ਕਿ ਕਰਨੀ ਸਹੀ ਕਰਾਂਗੇ ਤਾਂ ਅਸੀਂ ਵੀ ਇਨਸਾਨ ਤੋਂ ਭਗਵਾਨ ਹੋ ਸਕਦੇ ਹਾਂ। ਜੇ ਰਾਸ਼ੀ ਨੇ ਕੁਝ ਕਰਨਾ ਹੁੰਦਾ ਫਿਰ ਤਾਂ ਬਚਪਨ ਤੋਂ ਹੋ ਜਾਂਦੇ, ਕਿਉਂਕਿ ਜੰਮਦਿਆਂ ਦਾ ਮਾਂ ਬਾਪ ਨੇ ਨਾਮ ਰੱਖ ਦਿੱਤਾ ਸੀ, ਰੱਖ ਦਿੱਤਾ ਕਿ ਨਹੀਂ? ਜੇ ਰਾਸ਼ੀ ਦੇ ਹੱਥ 'ਚ ਕੁਝ ਹੁੰਦਾ ਉਦੋਂ ਦਾ ਹੋ ਜਾਂਦਾ, ਪਰ ਨਹੀਂ। ਇਹ ਕਰਨ ਵਾਲਾ ਉਹ ਦਾਤਾ ਹੈ, ਪਰ ਉਹਨਾਂ ਦੇਖਣੀ ਸਾਡੀ ਕਰਨੀ। ਇਸ ਲਈ ਅੱਛੀ ਕਰਨੀ ਕਰੋ, ਸੇਵਾ ਸਿਮਰਨ ਕਰੋ, ਨਾਮ ਨਾਲ ਜੁੜੋ, ਯਕੀਨ ਕਰੋ ਆਪਣੇ ਮਾਲਿਕ ਤੇ, ਤਾਂ ਤੁਹਾਡੇ ਜੀਵਨ 'ਚ ਖੁਸ਼ੀਆਂ ਖੁਸ਼ੀਆਂ ਆਣਗੀਆਂ। ਇਸ ਲਈ ਅਸੀਂ ਕਹਿ ਰਹੇ ਸੀ, ਕੀ ਕਹਿ ਰਹੇ ਸੀ? ਜਰਾ ਧਿਆਨ ਦੇਣਾ कि पंडित कहते हैं कहीं भी जाने से पहले राशि दिन मुहूर्त देख के निकला करो, मगर हम ये कहते हैं कहीं भी जाने से पहले अपने मुर्शद की सूरत देख के निकला करो। राशि देखने की लोड़ नहीं, मुहूर्त देखने की लोड़ नहीं,
ਬਸ ਆਪਣੇ ਉਹ ਸੱਚੇ ਮੁਰਸ਼ਿਦ ਦਾ ਦੀਦਾਰ ਕਰਕੇ ਜਾਓ, ਦਰਸ਼ਨ ਕਰਕੇ ਜਾਓ। ਕਿਉਂਕਿ ਜਦੋਂ ਸਤਿਗੁਰ ਦਾ ਦਰਸ਼ਨ ਕਰ ਲਿਆ ਨਾ, ਤਾਂ ਜੇ ਉਹ ਉਹਦਾ ਰੂਪ ਹੈ ਤਾਂ ਉਹਦਾ ਦਰਸ਼ਨ ਕਰ ਲਿਆ ਤਾਂ ਰੱਬ ਦੀਆਂ ਰਹਿਮਤਾਂ ਆਪੇ ਹੀ ਸਾਡੇ ਨਾਲ ਹੋ ਗਈਆਂ। ਫਿਰ ਤਾਂ ਕੋਈ ਲੋੜ ਹੀ ਨਹੀਂ ਕਿਸੇ ਚੀਜ਼ ਦੀ। ਇਸ ਲਈ ਅੱਜ ਤੋਂ ਸਮਝਾਉਣ ਨੂੰ ਤਾਂ ਬਹੁਤ ਕੁਝ ਹੈ, ਪਰ ਹੁਣ ਟਾਈਮ ਕਾਫੀ ਹੋ ਗਿਆ ਹੈ। ਸੋਹਣਾ ਸੋਹਣਾ ਮੇਰਾ ਮੁਰਸ਼ਿਦ ਸੋਹਣਾ, ਸੋਹਣਾ ਸੋਹਣਾ ਮੇਰਾ